ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਦਸਾ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਹੁਣ ਤੱਕ ਦੀਆਂ ਹਾਦਸਾ ਖਬਰਾਂ ਜਿਨ੍ਹਾਂ ਉੱਤੇ ਅਸੀਂ ਮਾਰਾਂਗੇ ਝਾਕ ਤੇ ਨਾਲ ਹੀ ਤੁਹਾਡੇ ਵੀ ਅਸੀਂ ਵਿਊਜ਼ ਜਾਣਗੇ ਉਹਨਾਂ ਖਬਰਾਂ ਦੇ ਪ੍ਰਤੀ। ਸੋ ਨਿਊਜ਼ ਐਂਡ ਵਿਊਜ਼ ਆ ਜੀ, ਨਿਊਜ਼ ਅਸੀਂ ਦਵਾਂਗੇ, ਵਿਊਜ਼ ਤੁਸੀਂ ਆਪਣੇ ਦਿਓ। ਪ੍ਰੋਗਰਾਮ ਵਿੱਚ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ ਹੇਠ ਦੇ ਨੰਬਰ ਸੇ ਉੱਤੇ। ਸਭ ਤੋਂ ਪਹਿਲਾਂ ਖਬਰਾਂ ਦੀ ਸ਼ੁਰੂਆਤ ਕਰੀਏ, ਪਹਿਲਾਂ ਜੋੜ ਲੈਣੇ ਜੀ ਮੇਰੇ ਸਹਿਯੋਗੀ ਵਰਗਿੰਨਾ ਜੀ ਨੂੰ। ਬਹੁਤ-ਬਹੁਤ ਸਵਾਗਤ ਹੈ ਸਰ। ਤਰਨ ਮੇਰੇ ਵੱਲੋਂ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਕੀ ਹਾਲ ਚਾਲ ਸਰ? ਬਹੁਤ ਵਧੀਆ ਜੀ, ਮੌਸਮ ਵੀ ਵਧੀਆ, ਗਰਮੀ ਬੜੀ ਪੈ ਰਹੀ ਹੈ ਜੀ ਸਾਡੇ, ਤੇ ਦੁਬਾਰੇ ਫੇਰ ਧੁੱਪ ਨਿਕਲ ਆਈ ਹੈ। ਥੋੜਾ ਜਿਹਾ ਮੀਂਹ ਪਿਆ ਸੀਗਾ, ਕੱਲ ਗੱਲ ਕਰਦੇ ਸੀਗੇ ਘਾਹ ਨੂੰ ਜਦੋਂ ਸੁਰਤ ਆ ਗਈ ਆ, ਤੇ ਸੋਹਣਾ ਮੌਸਮ ਹੈ। ਵੀਕਐਂਡ ਬੜਾ ਵਧੀਆ ਲੰਘੇਗਾ, ਕਹਿੰਦੇ ਸੋਹਣਾ ਮੌਸਮ ਰਹੇਗਾ, ਗਰਮੀ ਰਹੇਗੀ, ਇੰਜੋਏ ਕਰੋ ਜੀ। ਠੰਡ ਛੇਤੀ ਆ ਜਾਂਦੀ ਹੈ ਇੱਥੇ, ਥੋੜੀ ਦੇਰ ਹੀ ਹੈ, ਸਤੰਬਰ ਉਦੋਂ ਹੀ ਆਣਾ ਜਦੋਂ ਰਾਤਾਂ ਨੂੰ ਠੰਡ ਹੋਣ ਲੱਗ ਜਾਂਦੀ ਹੈ ਜੀ। ਬਿਲਕੁਲ ਜੀ ਸਰ, ਅੱਜ ਕੱਲ੍ਹ ਨਾ ਇੱਕ ਸੋਸ਼ਲ ਮੀਡੀਆ ਉੱਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਹਾਲਾਂਕਿ ਉਹ ਵੀਡੀਓ ਹੈਗੀ ਹੈ ਜਿਹੜੀ ਅਪ੍ਰੈਲ ਦੇ ਮਹੀਨੇ ਦੀ ਹੈ, ਜਿਹਦੇ ਵਿੱਚ ਇੱਕ ਡਰਾਈਵਰ ਜਿਹੜਾ ਹੈ ਉਹ ਸੋ ਜਾਂਦਾ ਹੈ ਤੇ ਉਸਦੀ ਸੜਕ ਹਾਦਸੇ ਦੇ ਵਿੱਚ ਕਾਫੀ ਜ਼ਬਰਦਸਤ ਸੜਕ ਹਾਦਸਾ ਹੁੰਦਾ ਹੈ। ਸੋ ਆਪਾਂ 2-3 ਦਿਨ ਤੋਂ ਇਸ ਮੁੱਦੇ ਉੱਤੇ ਗੱਲ ਕਰ ਰਹੇ ਸੀ ਕਿ ਇਸ ਮੁੱਦੇ ਨੂੰ ਸ਼ਾਮਲ ਕੀਤਾ ਜਾਵੇ ਜਾਂ ਨਾ ਸ਼ਾਮਲ ਕੀਤਾ ਜਾਵੇ, ਪਰ ਫਿਰ ਅਖੀਰ ਅੱਜ ਆਪਾਂ ਡਿਸਕਸ ਕੀਤਾ ਤੇ ਕਿ ਇਸ ਮੁੱਦੇ ਉੱਤੇ ਥੋੜੀ ਬਹੁਤ ਚਰਚਾ ਹੋਣੀ ਜ਼ਰੂਰੀ ਹੈ, ਕਿਉਂਕਿ ਬਹੁਤ ਸੜਕ ਹਾਦਸੇ ਜਿਹੜੇ ਆ ਵੱਧ ਚੁੱਕੇ ਇਸ ਵਕਤ, ਖਾਸ ਤੌਰ ਤੇ ਕੈਨੇਡਾ ਦੇ ਵਿੱਚ। ਤੇ ਦਰਸ਼ਕਾਂ ਨੂੰ ਵੀ ਅਪੀਲ ਹੈ ਕਿ ਇਹਦੇ ਬਾਰੇ ਦੱਸਿਓ ਜ਼ਰੂਰ ਕਿ ਸੜਕ ਹਾਦਸਿਆਂ ਨੂੰ ਸੱਦਾ ਦੇ ਕੌਣ ਰਿਹਾ ਵਾ ਆਖਿਰ। ਡਰਾਈਵਰਸ ਦੀ ਨੀਂਦ ਜਿਹੜੀ ਤੁਸੀਂ ਵੀਡੀਓ ਦੇਖੋਗੇ ਉਹਦੇ ਵਿੱਚ ਡਰਾਈਵਰ ਦੀ ਨੀਂਦ ਪੂਰੀ ਨਹੀਂ ਹੁੰਦੀ ਹੈਗੀ ਤੇ ਡਰਾਈਵ ਕਰਦੇ ਦੌਰਾਨ ਉਹ ਸੋ ਰਿਹਾ ਵਾ, ਉਹਦਾ ਸੰਤੁਲਨ ਵਿਗੜ ਜਾਂਦਾ ਉਸ ਤੋਂ ਬਾਅਦ ਜੋ ਹਾਦਸਾ ਹੁੰਦਾ ਆ। ਸੋ ਡਰਾਈਵਰ ਵੀਰਾਂ ਨੂੰ ਵੀ ਅਪੀਲ ਹੈ ਕਿ ਆਪਣੀ ਜਿਹੜੀ ਪ੍ਰੋਬਲਮ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਨੀਂਦ ਦੀ ਪ੍ਰੋਬਲਮ ਹੈ ਜਾਂ ਫਿਰ ਡਿਸਪੈਚਰਸ ਦੇ ਵੱਲੋਂ ਜ਼ਿਆਦਾ ਤੁਹਾਡੇ ਉੱਤੇ ਬਰਡਨ ਪਾਇਆ ਜਾਂਦਾ, ਕੀ ਕਾਰਨ ਹੈ ਕਿ ਸੜਕ ਹਾਦਸਿਆਂ ਵਿੱਚ ਇੰਨਾ ਜ਼ਿਆਦਾ ਜਿਹੜਾ ਆ ਅਸੀਂ ਉਛਾਲ ਦੇਖਣ ਨੂੰ ਮਿਲ ਰਿਹਾ ਵਾ। ਸੋ ਨਾਲ ਦੀ ਨਾਲ ਤੁਸੀਂ ਵੀਡੀਓ ਦੇਖ ਸਕਦੇ ਹੋ, ਆਪਦੇ ਕਮੈਂਟ ਇਹਦੇ ਬਾਰੇ ਜਾਂ ਫਿਰ ਆਪਣੀ ਜਿਹੜੀ ਕਾਲ ਕਰਕੇ ਰਾਏ ਜ਼ਰੂਰ ਦੱਸਿਓ ਜੀ ਸਰ। ਤਰਨ ਹਾਂ, ਕਿਉਂਕਿ ਐਕਚੁਅਲੀ ਹਾਲਾਂਕਿ ਕੁਝ ਮਹੀਨੇ ਹੋ ਗਏ ਵੀਡੀਓ ਆਈ ਨੂੰ, ਜਿਵੇਂ ਤੁਸੀਂ ਗੱਲ ਕਹੀ ਹੈ, ਵੀ ਵਰ ਡਿਬੇਟਿੰਗ, ਅਖੀਰ ਆਪਾਂ ਇਹ ਸੋਚਿਆ ਚਲੋ ਖੈਰ ਆਉਣੀ ਚਾਹੀਦੀ ਹੈ ਕਿਉਂਕਿ ਅਵੇਅਰਨੈਸ ਹੈ। ਸਾਡਾ ਪ੍ਰੋਗਰਾਮ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਨਿਊਜ਼ ਤਾਂ ਡਿਸਕਸ ਕਰਦੇ ਹੀ ਕਰਦੇ ਹਾਂ, ਵੀ ਕੁਛ ਨਾ ਕੁਛ ਕੋਈ ਜੇ ਸੋਸ਼ਲ ਹੈਗਾ ਇਸ਼ੂ ਹੈਗਾ ਤਾਂ ਕਿਉਂ ਨਾ ਉਹਦੇ ਬਾਰੇ ਵੀ ਗੱਲ ਕੀਤੀ ਜਾਵੇ। ਸੋ ਅੱਜ ਦੇਖੋ, ਮੈਨੂੰ ਪਤਾ ਕਈ ਵਾਰੀ ਤੁਹਾਡੇ ਨਾਲ ਕਮੈਂਟਸ ਆਉਣ ਲੱਗ ਜਾਂਦੇ ਨੇ ਵੀ ਕਿ ਕੋਈ ਕਾਲ ਕਿਉਂ ਕਰ ਰਿਹਾ, ਜਿਹੜੀਆਂ ਖਬਰਾਂ ਚਾਹੀਦੀ। ਸਾਡੀ ਕੋਸ਼ਿਸ਼ ਹੁੰਦੀ ਆ, ਅਸੀਂ ਤਕਰੀਬਨ ਫਿਰ ਵੀ ਕੋਸ਼ਿਸ਼ ਕਰਦੇ ਹਾਂ। ਮੈਂ ਇਸ ਗੱਲ ਨੂੰ ਮਾਣ ਨਾਲ ਕਹਿ ਸਕਦਾ ਜੀ, ਜਿਹੜੀ 6 ਵਜੇ ਤੱਕ ਦੀ ਖਬਰ ਹੁੰਦੀ ਆ ਅਸੀਂ ਉਹ ਲੈ ਕੇ ਆਉਂਦੇ ਹਾਂ। ਅਸੀਂ ਕੋਸ਼ਿਸ਼ ਕਰਦੇ ਵੀ ਕੱਲ੍ਹ ਦੀ ਖਬਰ ਕੋਈ ਵੀ ਨਾ ਹੋਵੇ, ਪੂਰੀ ਅਪਡੇਟਡ ਹੋਵੇ। ਸਾਡੇ ਮੇਰੇ ਖਿਆਲ ਤਰਨ ਆਪਾਂ ਤਕਰੀਬਨ 25 ਤੋਂ 30 ਤੱਕ ਖਬਰਾਂ ਜ਼ਰੂਰ ਇੰਨੀਆਂ ਕਵਰ ਕਰ ਜਾਂਦੇ ਹਾਂ। ਅਤੇ ਸਾਡੀ ਕੋਸ਼ਿਸ਼ ਹੁੰਦੀ ਵੀ ਤੁਸੀਂ ਕਿਸੇ ਜਗ੍ਹਾ 'ਤੇ ਬੈਠੋ ਜਾਂ ਕਿਸੇ ਨਾਲ ਫੋਨ 'ਤੇ ਗੱਲ ਕਰਦੇ ਹੋ, ਕੋਈ ਤੁਹਾਡੇ ਨਾਲ ਕੋਈ ਕਿਸੇ ਕਿਸਮ ਦੀ ਖਬਰ ਦੀ ਗੱਲ ਕਰੇ ਤਾਂ ਤੁਹਾਨੂੰ ਪਤਾ ਹੋਵੇ ਵੀ ਹਾਂ ਇਹ ਖਬਰ ਅਸੀਂ ਸੁਣੀ ਹੋਈ ਹੈ ਜੀ। ਬਿਲਕੁਲ, ਤੇ ਆਪਣੇ ਵਿਚਾਰ ਜਿਹੜੇ ਉਹ ਵੀ ਤੁਸੀਂ ਜ਼ਰੂਰ ਦਿਓ। ਜਿਹੜੀ ਵੀਡੀਓ ਅਸੀਂ ਅੱਜ ਪਲੇ ਕੀਤੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਉਂ ਹਾਦਸੇ ਹੋ ਰਹੇ ਨੇ, ਇਸ ਦਾ ਕੀ ਕਾਰਨ ਹੈ? ਅਸੀਂ ਸਿਰਫ ਮੋਬਾਈਲ ਫੋਨਸ ਨੂੰ, ਆਪਣੇ ਗੈਜਟਸ ਨੂੰ ਇਸ ਦੇ ਲਈ ਅਸੀਂ ਜ਼ਿੰਮੇਵਾਰ ਠਹਿਰਾਉਂਦੇ ਹਾਂ। ਅੱਜ ਇੱਕ ਨਵੀਂ ਜਿਹੜੀ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਵੀਂ ਚੀਜ਼ ਜਿਹੜੀ ਸਾਹਮਣੇ ਆਈ, ਨਵਾਂ ਸਵਾਲ ਸਾਹਮਣੇ ਆਇਆ ਕਿ ਜੇਕਰ ਅਸੀਂ ਨੀਂਦ ਆਉਂਦੀ ਹੈ ਤਾਂ ਉਸ ਵਕਤ ਅਸੀਂ ਸਾਈਡ ਤੇ ਲਗਾ ਕੇ ਆਪਣੇ ਵਹੀਕਲ ਨੂੰ ਉਸ ਵਕਤ ਥੋੜਾ ਆਰਾਮ ਕਰ ਲਿਆ ਜਾਏ, ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ। ਤੇ ਸਰ ਸ਼ੁਰੂਆਤ ਕਰਦੇ ਹਾਂ ਜੀ ਖਬਰਾਂ ਦੀ। ਸ਼ੁਰੂਆਤ ਉਸ ਮੁੱਦੇ ਤੋਂ ਜਿਹੜਾ ਇਸ ਵਕਤ ਕੈਨੇਡਾ ਵਿੱਚ ਬਹੁਤ ਕਰਵਾਇਆ ਹੋਇਆ। ਫੈਡਰਲ ਸਰਕਾਰ ਇਸ ਵਕਤ ਕਾਫੀ ਸਵਾਲਾਂ ਵਿੱਚ ਘਿਰੀ ਹੋਈ ਹੈ ਵੀ ਚੈਰਿਟੀ ਨੂੰ ਲੈ ਕੇ। ਹੁਣ ਆਪੋਜੀਸ਼ਨ ਦੀ ਮੰਗ ਹੈ, ਸ਼ਾਇਦ ਉਹਨਾਂ ਨੂੰ ਭਰੋਸਾ ਨਹੀਂ ਹੈਗਾ ਕਿ ਸਰਕਾਰ ਦੀ ਨਿਰਪੱਖ ਜਾਂਚ ਕਰਵਾਏਗੀ ਜਾਂ ਨਹੀਂ। ਹੁਣ ਆਪੋਜੀਸ਼ਨ ਚਾਹੁੰਦੀ ਹੈ ਕਿ ਉਹ ਆਪਣੇ ਬਿਹਾਫ ਤੇ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਵੇ। ਤਰਨ ਇੱਕ ਪਰਿਵਾਰ ਵੈ ਜਾਂਦੀ ਹੈ ਬੁਲਾਏ ਦੁਪਹਿਰਾ ਕੱਟ ਜਾ, ਇਹ ਗੱਲ ਇਹ ਹੋਈ ਹੈ। ਇਹਦੀ ਕੋਈ ਜ਼ਰੂਰਤ ਹੈ ਨਹੀਂ ਸੀਗੀ ਫੈਡਰਲ ਗਵਰਨਮੈਂਟ ਨੂੰ, ਐਡੀ ਕਿੱਡੀ ਜ਼ਰੂਰਤ ਪੈ ਸੀ ਇਕੱਲੀ ਇੱਕੋ ਜਿਹੜੀ ਚੈਰਿਟੀ ਆ ਉਸੇ ਨੂੰ ਹੀ ਅਸੀਂ ਇਹ ਠੇਕਾ ਦਿੱਤਾ ਜਾਵੇ। ਹੋਰ ਬਹੁਤ ਨੇ ਕਿਤੇ ਟੈਂਡਰ ਬਿਡ ਕਰ ਲੈਂਦੇ, ਕਿੱਡੀ ਗੱਲ ਸੀਗੀ। ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਉਹਦੇ ਨਾਲ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਸੰਬੰਧ ਨੇ, ਪ੍ਰਾਈਮ ਮਿਨਿਸਟਰ ਸਾਹਿਬ ਦੇ ਪਰਿਵਾਰ ਦੇ ਸੰਬੰਧ ਨੇ, ਫਾਈਨੈਂਸ ਮਿਨਿਸਟਰ ਸਾਹਿਬ ਦੇ ਪਰਿਵਾਰ ਦੇ ਸੰਬੰਧ ਨੇ। ਅਤੇ ਇਹਨਾਂ ਨੇ ਆਪਦੇ ਆਪ ਨੂੰ ਜਦੋਂ ਇਹਦਾ ਫੈਸਲਾ ਲਿਆ ਜਾਣਾ ਸੀਗਾ ਉਸ ਕਮੇਟੀ ਦੀ ਮੀਟਿੰਗ ਦੇ ਵਿੱਚ, ਜਦੋਂ ਫੈਡਰਲ ਕੈਬਨਿਟ ਦੀ ਮੀਟਿੰਗ ਹੋ ਰਹੀ ਸੀ, ਉਹਦੇ ਵਿੱਚੋਂ ਇਹਨਾਂ ਦੋਨਾਂ ਨੂੰ ਬਾਹਰ ਜਾਣਾ ਚਾਹੀਦਾ ਸੀਗਾ, ਪਰ ਉਹ ਨਹੀਂ ਗਏ ਅਤੇ ਫੈਸਲਾ ਦੇ ਵਿੱਚ ਸੀਗੇ ਔਰ ਦੋਨਾਂ ਨੇ ਮੰਨਿਆ ਵੀ ਹਾਂ ਉਹ ਫੈਸਲੇ ਵਾਲੀ ਮੀਟਿੰਗ ਦੇ ਵਿੱਚ ਬੈਠੇ ਸੀਗੇ। ਹੁਣ ਜਿਹੜੀ ਆਪੋਜੀਸ਼ਨ ਹੈ, ਸਰਕਾਰ ਦਾ ਐਥਿਕਸ ਕਮੇਟੀ ਤਾਂ ਇਹਦੇ ਬਾਰੇ ਇਨਵੈਸਟੀਗੇਸ਼ਨ ਤਾਂ ਕਰ ਹੀ ਰਹੀ ਹੈ, ਪਰ ਜਿਹੜੀਆਂ ਆਪੋਜੀਸ਼ਨ ਹੈਗੀਆਂ ਨੇ ਉਹ ਪਾਰਟੀਜ਼ ਉਹ ਆਪਣੇ ਬੇਸ ਦੇ ਉੱਤੇ ਇਸ ਦੀ ਇਨਵੈਸਟੀਗੇਸ਼ਨ ਕਰਨੀ ਚਾਹੁੰਦੀਆਂ ਨੇ ਔਰ ਉਹ ਚਾਹੁੰਦੀਆਂ ਨੇ ਕਿ ਪਿਛਲੇ 12 ਸਾਲਾਂ ਦੇ ਵਿੱਚ ਜਿਹੜੇ ਵੀ ਪੈਸੇ ਟਰੂਡੋ ਪਰਿਵਾਰ ਨੂੰ ਮਿਲੇ ਨੇ ਅਸੀਂ ਉਹਦੇ ਚੈੱਕਸ ਦੀ ਕਾਪੀ ਲੈਣੀ ਚਾਹੁੰਦੇ ਜਾਂ ਅਸੀਂ ਉਹਦੇ ਬਾਰੇ ਪੁੱਛਣਾ ਚਾਹੁੰਦੇ ਕਿੱਦਣ ਕਿਹੜੇ ਵੇਲੇ ਕਿੰਨੇ ਪੈਸੇ ਦਿੱਤੇ ਗਏ। 3 ਲੱਖ ਦੇ ਨੇੜੇ ਤੇ ਬਣਦਾ ਦੋਨਾਂ ਨੂੰ ਜੀ, ਜਿਹੜੀ ਮਿਸਿਸ ਮਾਰਗਰੇਟ ਟਰੂਡੋ ਆ ਉਹਨਾਂ ਨੂੰ ਤੇ ਇਹਨਾਂ ਦੇ ਬ੍ਰਦਰ ਨੂੰ ਰਲਾ ਕੇ
ਤੇ ਹੁਣ ਜਿਹੜੀ ਕਮੇਟੀ ਹੈ ਉਹ ਫੈਸਲਾ ਇਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਉਸ ਕਮੇਟੀ ਦੀ ਅੱਜ ਮੀਟਿੰਗ ਹੋਈ ਸੀਗੀ। ਉਹ ਮੀਟਿੰਗ ਦੇ ਵਿੱਚ ਜਿਹੜਾ ਇਸ ਬਾਰੇ ਚਰਚਾ ਸ਼ੁਰੂ ਕਰਨੀ ਸੀਗੀ, ਪਰ NDP ਦਾ ਇੱਕ ਉਹਦੇ 'ਚ ਮੋਸ਼ਨ ਆ ਗਿਆ ਜਿਹੜਾ ਉਹ ਇਸ ਚੀਜ਼ ਨੂੰ ਪੋਸਟਪੋਨ ਕਰਨਾ ਚਾਹੁੰਦਾ ਸੀਗਾ। ਲਿਬਰਲਸ ਦੇ ਦਿਲ ਦੀ ਗੱਲ ਹੋਈ ਆ, ਲਿਬਰਲਸ ਨੇ ਉਸ ਚੀਜ਼ ਦੀ ਸਪੋਰਟ ਕੀਤੀ ਹੈ। ਹੁਣ ਉਹ ਜਿਹੜਾ ਕੁਝ ਵੀ ਕੋਈ ਗੱਲਬਾਤ ਹੋਣੀ ਹੈਗੀ ਆ ਹੁਣ ਅਗਲੇ ਹਫ਼ਤੇ ਤੱਕ ਚਲੀ ਗਈ ਹੈ, ਪਰ ਕਦ ਤੱਕ ਟਾਲਣਗੇ ਇਸ ਗੱਲ ਨੂੰ, ਇਹ ਟਾਲਣਾ ਬੜਾ ਮੁਸ਼ਕਿਲ ਆ। ਔਰ ਐਸੀ ਪੋਜੀਸ਼ਨ ਦੇ ਕੋਲ ਇੱਕ ਐਸਾ ਇਸ਼ੂ ਆ ਗਿਆ ਜਿਹੜਾ ਕਿ ਸਰਕਾਰ ਨੂੰ ਡੀਥਰੋਨ ਤਾਂ ਨਹੀਂ ਕਰ ਸਕਦਾ, ਪਰ ਸਰਕਾਰ ਨੂੰ ਜਿਹੜਾ ਆਪਦਾ ਕੰਮ ਚਲਾ ਰਹੀ ਹੈ ਉਹਦੇ ਉੱਤੇ ਇਹਦਾ ਅਸਰ ਜ਼ਰੂਰ ਪਵੇਗਾ। ਤੇ ਇਹ ਵੀ ਨਹੀਂ ਪਤਾ ਛੇਤੀ ਕਿਤੇ ਕਿਸੇ ਨੇ ਆਪਾਂ ਗੱਲ ਕੀਤੀ ਹੈ ਸਰਕਾਰ ਸ਼ਾਇਦ ਇਲੈਕਸ਼ਨ ਨਾ ਆਵੇ, ਪਰ ਆਉਣ ਵਾਲੀ ਜਦੋਂ ਵੀ ਇਲੈਕਸ਼ਨ ਆਏਗੀ ਉਹਦੇ ਵਿੱਚ ਇਹ ਚੀਜ਼ ਇੱਕ ਵਾਰੀ ਫੇਰ ਆਏਗੀ, ਕਿਉਂਕਿ ਤੀਸਰਾ ਇਸ਼ੂ ਹੋ ਗਿਆ ਜਿਹਦੇ ਉੱਤੇ ਐਥਿਕਸ ਕਮਿਸ਼ਨ ਇਹਨਾਂ ਦੀ ਉੱਤੇ ਇਨਵੈਸਟੀਗੇਸ਼ਨ ਕਰ ਰਿਹਾ ਟੂਡੂ ਸਾਹਿਬ ਦੇ ਉੱਤੇ। ਬੜਾ ਵੱਡਾ ਨੰਬਰ ਹੈ ਜੀ। ਬਿਲਕੁਲ ਸਰ, ਉੱਥੇ ਦੂਜੇ ਪਾਸੇ ਮਿਸਟਰ ਬਿਲ ਮੋਰਨਿਓ ਨੇ ਵੀ ਮਾਫੀ ਮੰਗ ਲਈ ਹੈ ਇਸ ਮੁੱਦੇ। ਹੁਣ ਮਾਫੀਆਂ ਦਾ ਦੌਰ ਵੀ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਹਾਂ, ਇਸ ਗੱਲੋਂ ਮੈਂ ਆਪਣਾ ਫਰਕ ਹੈ ਤਾਂ ਅੱਗੇ ਵੀ ਆਪਾਂ ਗੱਲ ਕਰਦੀ ਜਦੋਂ ਮਿਸਟਰ ਟੂਡੂ ਨੇ ਇਹ ਗੱਲ ਕਹੀ ਸੀ ਮਾਫੀ ਮੰਗੀ ਸੀ, ਅੱਜ ਬਿਲ ਮੋਰਨਿਓ ਸਾਹਿਬ ਨੇ ਮਾਫੀ ਮੰਗੀ ਹੈ। ਕਹਿੰਦੇ ਵੀ ਮੈਨੂੰ ਉਸ ਦੇ ਵਿੱਚੋਂ ਜਿਹੜੀ ਕੈਬਨਿਟ ਮੀਟਿੰਗ ਸੀਗੀ ਉਹਦੇ ਵਿੱਚ ਮੈਨੂੰ ਉੱਠ ਕੇ ਚਲਾ ਜਾਣਾ ਚਾਹੀਦਾ ਸੀਗਾ, ਮੈਨੂੰ ਉਸ ਦੇ ਵਿੱਚੋਂ ਬਾਹਰ ਰਹਿਣਾ ਚਾਹੀਦਾ ਸੀਗਾ ਕਿ ਲੱਗਦਾ ਹੈ ਵੀ ਇਹ ਕੌਨਫਲਿਕਟ ਆਫ ਇੰਟਰਸਟ, ਇਸ ਦੇ ਉੱਤੇ ਰੌਲਾ ਹੈ ਜੀ, ਕੌਨਫਲਿਕਟ ਆਫ ਇੰਟਰਸਟ। ਕਿਉਂਕਿ ਬਿਲ ਮੋਰਨਿਓ ਸਾਹਿਬ ਦੀ ਇੱਕ ਬੇਟੀ ਵੀ ਚੈਰਿਟੀ ਵਾਸਤੇ ਕੰਮ ਕਰਦੀ ਹੈ ਤੇ ਇੱਕ ਉਹਦੇ ਵਾਸਤੇ ਉਹਨੇ ਲੈਕਚਰ ਦਿੱਤਾ ਸੀ। 2 ਬੇਟੀਆਂ ਇਸ ਕੰਮ ਦੇ ਵਿੱਚ ਇਨਵੋਲਵ ਨੇ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਐਂਡ ਹੀ ਅਪੋਲੋਜਾਈਜ਼ਡ। ਐਂਡ ਅਪੋਲੋਜੀ ਇੱਕ ਵਧੀਆ ਗੁੱਡ ਸ਼ੁਰੂਆਤ ਹੈ ਜੀ, ਪਰ ਕੀ ਇਹ ਅਖੀਰਲੀ ਅਪੋਲੋਜੀ ਹੈ? ਕੀ ਅੱਗੇ ਨੂੰ ਇਹ ਕੁਛ ਇਹੋ ਜਿਹਾ ਨਹੀਂ ਕਰਨਗੇ? ਇਹਨਾਂ ਨੂੰ ਜ਼ਰੂਰ ਸੋਚ ਕੇ ਪੈਰ ਰੱਖਣੇ ਪੈਣਗੇ ਜੀ। ਬਿਲਕੁਲ ਜੀ। ਤੇ ਇੱਕ ਵਾਰੀ ਦਰਸ਼ਕਾਂ ਨੂੰ ਫਿਰ ਤੋਂ ਦੱਸ ਦਈਏ ਕਿ ਜਿਹੜੀ ਅਸੀਂ ਵੀਡੀਓ ਅੱਜ ਅਸੀਂ ਪਲੇ ਕਰ ਰਹੇ ਹਾਂ, ਹਾਲਾਂਕਿ ਇਹ ਅਪ੍ਰੈਲ ਦੇ ਮਹੀਨੇ ਦੀ ਵੀਡੀਓ ਹੈ, ਅਪ੍ਰੈਲ ਮਹੀਨਾ 2020। ਤੇ ਬਹੁਤ ਸਾਰੇ ਇਹ ਸਵਾਲ ਆਉਣਗੇ ਕਿ ਡੈਸ਼ ਕੈਮ ਦੀ ਇਹ ਵੀਡੀਓ ਵਾਇਰਲ ਕਿੱਦਾਂ ਹੋ ਸਕਦੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਇਸ ਵੀਡੀਓ ਨੂੰ ਸ਼ਾਮਿਲ ਕਰਨ ਦਾ ਪ੍ਰਮੁੱਖ ਮੁੱਦਾ ਇਹੀ ਸੀ ਕਿ ਇਸ ਮੁੱਦੇ ਉੱਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇ ਕਿ ਸੜਕ ਹਾਦਸੇ ਹੋ ਰਹੇ ਨੇ, ਇਹਦੇ ਲਈ ਕੌਣ ਜ਼ਿਆਦਾ ਜ਼ਿੰਮੇਵਾਰ ਹੈ, ਕਿਸ ਚੀਜ਼ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਸਿਰਫ ਵਾਇਰਸ ਕਰਕੇ ਜਾਂ ਹਾਦਸੇ ਹੋ ਰਹੇ ਨੇ ਜਾਂ ਫਿਰ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ, ਜਿਹਦੀ ਇੱਕ ਜਿਉਂਦੀ ਜਾਗਦੀ ਮਸਾਲਾ ਜਿਸ ਤਰ੍ਹਾਂ ਤੁਹਾਨੂੰ ਦਿਖਾ ਰਹੇ ਹਾਂ। ਸਰ, ਅਗਲੀ ਖਬਰ ਦੀ ਅਸੀਂ ਗੱਲ ਕਰੀਏ ਤਾਂ ਇਸ ਵਕਤ ਕਿਹਾ ਜਾ ਰਿਹਾ ਹੈ ਕਿ ਬੇਸ ਸਬਸਿਡੀ ਦੇ ਵਿੱਚ ਕੁਝ ਚੇਂਜਸ ਦੇਖਣ ਨੂੰ ਮਿਲ ਰਹੇ ਨੇ। ਹਾਂ ਤਰਨ, ਇਹ ਚੇਂਜਸ ਆਉਣਗੀਆਂ। ਅੱਜ ਬਿਲ ਮੋਰਨਿਓ ਸਾਹਿਬ ਨੇ ਵਾਅਦਾ ਕੀਤਾ ਇਸ ਗੱਲ ਦਾ, ਕਿਉਂਕਿ ਇਹ ਬਿੱਲ ਪੇਸ਼ ਕਰਨਾ ਪਏਗਾ ਪਾਰਲੀਮੈਂਟ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਚੇਂਜ ਕਰਨੀ ਪੈਣੀ। ਜਿਹੜਾ ਵੇਜ ਸਬਸਿਡੀ ਇਹ ਹੈ ਜੀ, ਜਿਹੜੇ ਬਿਜ਼ਨਸਿਸ ਨਹੀਂ ਪੂਰੇ ਚੱਲ ਸਕੇ, ਜੋ ਕੁਝ ਵੀ ਚਲਾ ਰਹੇ ਨੇ, ਤਾਂ ਉਹਦੀ ਤਕਰੀਬਨ ਸਰਕਾਰ ਨੇ 75 ਅਪ ਟੂ 75% ਜਿਹੜੇ ਵੇਜਸ ਹੈਗੇ ਆ ਉਹਦੇ EMPLOYEES ਦੇ, ਉਹ ਕਵਰ ਕਰਨ ਦਾ ਵਾਅਦਾ ਕੀਤਾ ਹੈਗਾ। ਪਰ ਨਵਾਂ ਬਿੱਲ ਦੇ ਵਿੱਚ ਸੋਧ ਆ ਰਹੀ ਹੈ, ਉਹ ਸੋਧ ਹੋਏਗੀ ਕੀ? ਪਰ ਇਹ ਗੱਲ ਜ਼ਰੂਰ ਆਪਣੇ ਮੋਰਨਿਓ ਸਾਹਿਬ ਨੇ ਕਹੀ ਹੈ, ਜਿਹੜੇ ਕਿ ਸਾਡੇ ਫਾਈਨੈਂਸ ਮਿਨਿਸਟਰ ਨੇ, ਉਹਨਾਂ ਨੇ ਇਹ ਵਾਅਦਾ ਕੀਤਾ ਕਿ ਅਸੀਂ ਜਿਹੜੀਆਂ ਉਹਦੀਆਂ ਕੰਡੀਸ਼ਨਸ ਨੇ ਹੋਰ ਵੀ ਢਿੱਲੀਆਂ ਕਰਾਂਗੇ ਤੇ ਉਹ ਜੁਲਾਈ ਤੋਂ ਲਾਗੂ ਹੋਣਗੀਆਂ ਤੇ ਦਸੰਬਰ 19 ਤੱਕ ਇਹਦੀ ਮਿਆਦ ਹੋਵੇਗੀ। ਤੇ ਮੇਰੇ ਖਿਆਲ ਕੁਛ ਦਿਨਾਂ ਦੇ ਵਿੱਚ ਨਵਾਂ ਨੰਬਰ ਆ ਜਾਏਗਾ ਜੀ। ਜਦੋਂ ਨੰਬਰ ਆ ਗਿਆ ਆਪਾਂ ਉਹ ਵੀ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰਾਂਗੇ ਜੀ। ਬਿਲਕੁਲ ਜੀ। ਤੇ ਉੱਥੇ ਹੁਣ ਕਰੋਨਾ ਵਾਇਰਸ ਦੀ ਗੱਲ ਕਰੀਏ, ਲਗਾਤਾਰ ਮਾਮਲੇ ਜਿਹੜੇ ਆ ਹੁਣ ਵੀ ਦੇਖਣ ਨੂੰ ਮਿਲ ਰਹੇ ਨੇ। ਕੈਨੇਡਾ ਵਿੱਚ ਕੁਝ ਹੱਦ ਤੱਕ ਜਿਹੜਾ ਆ ਇਹਨਾਂ ਮਾਮਲਿਆਂ ਦੇ ਉੱਤੇ ਕੁਝ ਠੱਲ ਜ਼ਰੂਰ ਪਈ ਹੈ, ਪਰ ਜਿਵੇਂ ਦੇਖ ਰਿਹਾ ਅਮਰੀਕਾ ਨਾਲ ਇੰਡੀਆ, ਬ੍ਰਾਜ਼ੀਲ ਲਗਾਤਾਰ ਮਾਮਲੇ ਵਧ ਰਹੇ ਨੇ, ਮਿਲੀਅਨਸ ਤੋਂ ਉੱਪਰ ਮਾਮਲੇ ਹੋ ਚੁੱਕੇ ਨੇ। ਜਿਹੇ ਵਿੱਚ ਸਰ ਗੱਲ ਕਰੀਏ ਅਸੀਂ ਓਨਟਾਰੀਓ ਹੈਲਥ ਕਮਿਸ਼ਨ ਦੀ, ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਹੁਣ ਬਹੁਤ ਹੀ ਸੋਚ ਸਮਝ ਕੇ ਰੈਸਟੋਰੈਂਟਸ ਤੇ ਖਾਸ ਤੌਰ ਤੇ ਬਾਰਸ ਨੂੰ ਓਪਨ ਕਰੇ, ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਲਗਾਤਾਰ ਹੁਣ 3rd ਸਟੇਜ ਓਪਨਿੰਗ ਦੀ ਗੱਲ ਕੀਤੀ ਜਾ ਰਹੀ ਹੈ। ਹਾਂ ਤਰਨ, ਜਿਹੜੇ ਸਾਡੇ ਹੈਗੇ ਨੇ ਜੀ ਡਿਪਟੀ ਚੀਫ ਪਬਲਿਕ ਹੈਲਥ ਅਫਸਰ ਨੇ, ਉਹਨਾਂ ਨੇ ਇੱਕ ਗੱਲ ਜਿਹੜੇ ਯੰਗ ਤਬਕੇ ਵਾਸਤੇ ਇਹ ਸੁਨੇਹਾ ਦਿੱਤਾ ਹੈ ਕਿ ਜਿਹੜੀਆਂ ਤੁਸੀਂ ਬਾਰਸ ਵਿੱਚ ਜਾਂਦੇ ਹੋ, ਡਾਂਸਿੰਗ ਵਗੈਰਾ ਹੈਗੀਆਂ, ਉਹ ਇੱਕ ਤਾਂ ਬੰਦ ਕਰ ਦਿੱਤੀ ਗਈ ਹੈ। ਤੇ ਉਹ ਕਹਿੰਦੇ ਵੀ ਇਹਦਾ ਕੋਈ ਹੋਰ ਆਲਟਰਨੇਟ ਸੋਚੋ, ਤੁਸੀਂ ਕਿਸੇ ਹੋਰ ਚੀਜ਼, ਹੋਰ ਢੰਗ ਨਾਲ ਵੀ ਫਨ ਕੀਤਾ ਜਾ ਸਕਦਾ ਹੈ। ਜ਼ਰੂਰੀ ਨਹੀਂ ਹੈ ਵੀ ਇੱਕ ਜਗ੍ਹਾ ਤੇ ਇਕੱਠ ਕਰਕੇ ਤੁਹਾਨੂੰ ਫਨ ਕਰਨਾ ਪੈਣਾ। ਯੂ ਹੈਵ ਗਟ ਟੂ ਲਰਨ ਟੂ ਲਿਵ ਵਿਦ ਕੋਵਿਡ ਨਾਓ। ਸੋ ਬਾਰ ਦੇ ਵਿੱਚ ਇਕੱਠ ਕਰਨ ਵਾਲੇ ਉਹਨਾਂ ਦੇ ਇਹ ਸਪੈਸ਼ਲ ਮੈਸੇਜ ਹੈ ਜੀ। ਔਨ ਟਾਪ ਆਫ ਦੈਟ, ਸਾਡੀ ਜਿਹੜੀ ਅੰਟੈਰੀਓ ਦੀ ਸਰਕਾਰ ਹੈ ਜੀ, ਉਹਨੇ ਇਹ ਖਾਸ ਕਰਕੇ ਟੋਰਾਂਟੋ ਵਾਲੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜੀ, ਕਿਉਂਕਿ ਆਪਾਂ ਨੂੰ ਯਾਦ, ਆਪਣੇ ਤੋਂ ਗੱਲ ਹੋ ਨਹੀਂ ਸੀ ਸਕੀ, ਆਪਣਾ ਸਮਾਂ ਕਿਹਾ ਸੀਗਾ ਵੀ ਅਖਬਾਰ ਦੇ ਵਿੱਚ ਲੋਕੀ ਸੈਲੀਬ੍ਰੇਟ ਕਰ ਰਹੇ ਨੇ, ਬਹੁਤ ਇਕੱਠ ਹੋਇਆ ਸੀਗਾ। ਉਸ ਚੀਜ਼ ਨੇ ਇਹ ਜਿਹੜੀ ਸਾਡੀ ਸਰਕਾਰ ਹੈ, ਲੋਕਲ ਸਰਕਾਰ ਆ, ਉਹਦੇ ਵਾਸਤੇ ਇਹ ਉਹਨਾਂ ਨੇ ਅੱਜ ਵਾਰਨਿੰਗ ਦਿੱਤੀ ਹੈ ਕਿ ਵੀਕਐਂਡ ਆ ਰਿਹਾ
ਤੇ ਕਿਸੇ ਵੀ ਐਸਟੈਬਲਿਸ਼ਮੈਂਟ ਨੇ ਜੇ ਕੋਈ ਇਹੋ ਜਿਹਾ ਕੁਝ ਕਰੇਗੀ, ਇਕੱਠ ਕਰੇਗੀ, ਕੋਈ ਸੈਲੀਬ੍ਰੇਸ਼ਨ ਹੋਏਗੀ ਜਾਂ ਜ਼ਿਆਦਾ ਲੋਕ ਇੱਕ ਜਗ੍ਹਾ ਤੇ ਇਕੱਠੇ ਹੋਏ ਹੋਣਗੇ ਤਾਂ ਅਸੀਂ ਉਹਨੂੰ ਬੜਾ ਸਖਤਾਈ ਨਾਲ ਲਵਾਂਗੇ ਤੇ ਹੋ ਸਕਦਾ ਲਾਇਸੈਂਸ ਵੀ ਕੈਂਸਲ ਹੋ ਜਾਵੇ। ਸੋ ਸਾਰਿਆਂ ਨੂੰ ਜਿਹੜੇ ਲੋਕ ਜਾ ਵੀ ਰਹੇ ਨੇ ਤੇ ਜਿਹੜੇ ਬਾਰਸ ਓਨਰਸ ਨੇ ਉਹਨਾਂ ਸਭ ਨੂੰ ਇਹ ਬੜੀ ਵੱਡੀ ਵਾਰਨਿੰਗ ਹੈ ਜੀ। ਸੋ ਬੀ ਕੇਅਰਫੁਲ ਐਂਡ ਰੱਖਣਾ ਵੀ ਚਾਹੀਦਾ ਤਰਨ ਬਚਾ। ਹਜੇ ਵੀ ਆਪੋ ਗੱਲ ਉੱਥੇ ਹੀ ਹੈ, ਅਜੇ ਦਵਾਈ ਨਹੀਂ ਬਣੀ ਇਹਦੀ। ਬਿਲਕੁਲ ਜੀ ਸਰ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਕਿਹਾ ਬਚਾ ਵੀ ਰੱਖਣਾ ਚਾਹੀਦਾ। ਬਾਰਸ ਦੀ ਗੱਲ ਕਰੀ ਜਾਵੇ, ਆਪਾਂ ਪਿੱਛੇ ਜੇ ਵੀ ਨਿਊਜ਼ ਦਿਖਾਈ ਸੀ, ਬਾਰਸ ਦੇ ਵਿੱਚ ਵੀ ਹੁਣ ਸ਼ਰੇਆਮ ਧੱਜੀਆਂ ਉੱਡ ਰਹੀਆਂ ਨੇ। ਖਾਸ ਤੌਰ ਤੇ ਟੋਰਾਂਟੋ ਦੀ ਗੱਲ ਕੀਤੀ ਜਾਵੇ, ਜਿਹੜੇ ਬਾਰਸ ਓਪਨ ਹੋ ਰਹੇ ਨੇ ਉਹਦੇ ਵਿੱਚ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਜਾ ਰਹੀ, ਕੋਈ ਮਾਸਕ ਨਹੀਂ, ਕੋਈ ਕੁਝ ਨਹੀਂ, ਤੇ ਸ਼ਰੇਆਮ ਅਸੀਂ ਦੇਖ ਰਹੇ ਹਾਂ ਕਿ ਬਹੁਤ ਸੋਸ਼ਲ ਡਿਸਟੈਂਸਿੰਗ ਵੀ ਬਿਲਕੁਲ ਨਹੀਂ ਰੱਖੀ ਜਾ ਰਹੀ। ਸਹੀ ਗੱਲ ਹੈ ਤਰਨ। ਇਸੇ ਕਰਕੇ ਜਿਹੜੀ ਅੰਟਾਰੀਓ ਮੈਡੀਕਲ ਐਸੋਸੀਏਸ਼ਨ ਹੈਗੀ, ਜਿਹੜੀ ਡਾਕਟਰ ਦੀ ਸਾਡੀ ਐਸੋਸੀਏਸ਼ਨ ਹੈ ਜੀ, ਉਹਨੇ ਅਪੀਲ ਕੀਤੀ ਹੈ ਸਰਕਾਰ ਨੂੰ ਕਿ ਇਸ ਫੈਸਲੇ ਨੂੰ ਦੁਬਾਰਾ ਸੋਚਿਆ ਜਾਵੇ। ਜਿਹੜੀ ਆਹ ਓਪਨ ਕੀਤਾ ਜਾ ਰਿਹਾ ਹੈਗਾ, ਜਿਹੜਾ ਇਨਡੋਰ ਬਾਰਸ ਨੂੰ ਅਸੀਂ ਜਿਹੜੀਆਂ ਓਪਨ ਕਰਨ ਜਾ ਰਹੇ ਹਾਂ, ਦੇ ਸ਼ੁੱਡ ਮਸਟ ਰੀਥਿੰਕ। ਜਿਹੜਾ ਅੰਟਾਰੀਓ ਮੈਡੀਕਲ ਐਸੋਸੀਏਸ਼ਨ ਨੂੰ ਇੰਨਾ ਵੱਡਾ ਰਿਕੁਐਸਟ ਆਈ ਹੈ ਜੀ ਸਰਕਾਰ ਵਾਸਤੇ, ਸਰਕਾਰ ਨੂੰ ਜ਼ਰੂਰ ਇਸ ਮਾਮਲੇ 'ਚ ਸੋਚਣਾ ਚਾਹੀਦਾ ਕਿਉਂਕਿ ਡਾਕਟਰਸ ਨੂੰ ਬੈਟਰ ਦੈਨ ਦ ਪੋਲੀਟੀਸ਼ੀਅਨ, ਸੌਰੀ ਇਨ ਦਿਸ ਇਸ ਮਾਮਲੇ ਦੇ ਵਿੱਚ ਪੋਲੀਟੀਸ਼ੀਅਨ ਆਪਦੇ ਪਾਸੇ ਨੂੰ ਜ਼ਿਆਦਾ ਜਾਣਦੇ ਹੋਣਗੇ, ਪਰ ਡਾਕਟਰਸ ਜਿਹੜੇ ਫਸਟ ਹੈਂਡ ਇਹ ਚੀਜ਼ਾਂ ਨੂੰ ਦੇਖ ਰਹੇ ਨੇ, ਉਹਨਾਂ ਦੀ ਜਦੋਂ ਇਹ ਅਪੀਲ ਆਈ ਹੈ ਸਰਕਾਰ ਨੂੰ ਸੋਚਣਾ ਵੀ ਚਾਹੀਦਾ ਔਰ ਹੋ ਸਕਦਾ ਸਰਕਾਰ ਸੋਚੇਗੀ ਵੀ ਜੀ। ਬਿਲਕੁਲ ਸਰ, ਇੱਕ ਜਿਹੜਾ ਨਵਾਂ ਸਰਵੇ ਸਾਹਮਣੇ ਆਇਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 1/4 ਦੇ ਕਰੀਬ ਜਿਹੜੇ ਕੈਨੇਡੀਅਨਸ ਨੇ, ਖਾਸ ਤੌਰ ਤੇ ਸਮਾਲ ਬਿਜ਼ਨੈਸਿਸ ਨਾਲ ਰਿਲੇਟਡ, ਉਹ ਕੰਮਾਂ ਤੇ ਹੁਣ ਜਾਣ ਲਈ ਜਿਹੜੇ ਆ ਉਹ ਹਾਮੀ ਨਹੀਂ ਪਾ ਰਹੇ ਹੈਗੇ, ਉਹ ਕੰਮਾਂ ਤੇ ਜਾਣਾ ਹੀ ਨਹੀਂ ਚਾਹੁੰਦੇ ਹੈਗੇ। ਇਹ ਤਰਨ ਵੈਸੇ ਬੜੀ ਵੱਡੀ ਗੱਲ ਆਈ ਹੈ ਕਿਉਂਕਿ ਉਹਦਾ ਨਾਲ ਉਹਨਾਂ ਨੇ ਰੀਜ਼ਨ ਦੱਸਿਆ, ਜਿਹੜਾ ਜਿਨ੍ਹਾਂ ਨੇ ਜਿਹੜੇ ਹੁਣ ਇੰਪਲੋਈ ਮੰਨ ਲਓ ਕੋਈ ਬਿਜ਼ਨਸ ਆ ਉਹ ਖੋਲ੍ਹਣ ਜਾ ਰਿਹਾ, ਜਿਵੇਂ ਸਰਕਾਰ ਅਲਾਓ ਕਰ ਰਹੀ ਹੈ, ਉਹ ਜਦੋਂ ਆਪਣੇ ਇੰਪਲੋਈਜ਼ ਨੂੰ ਕਾਲ ਕਰਦੇ ਆ ਵੀ ਤੁਸੀਂ ਵਾਪਸ ਆ ਜਾਓ ਆਪਾਂ ਕੰਮ ਸ਼ੁਰੂ ਕਰਨ ਲੱਗੇ ਆ, ਤਾਂ ਉਹਦੇ ਵਿੱਚ ਬਹੁਤ ਵੱਡੀ ਪਰਸੈਂਟੇਜ ਆ ਉਹ ਕਹਿੰਦੇ ਜੀ ਹਲੇ ਨਹੀਂ ਅਸੀਂ ਆਉਣਾ। ਕਦੋਂ ਆਓਗੇ ਜੀ? ਸੈਪਟੰਬਰ 'ਚ ਆਵਾਂਗੇ ਜੀ। ਕਿਉਂ? CERB ਸੈਪਟੰਬਰ ਤੱਕ ਮਿਲ ਰਿਹਾ, ਇਹ ਵੀ ਨਹੀਂ ਪਤਾ ਇਹ ਅੱਗੇ ਜੇ ਐਕਸਟੈਂਡ ਹੋਇਆ ਤਾਂ ਕੀ ਹੋਵੇਗਾ। ਸਭ ਤੋਂ ਵੱਡਾ ਕਾਰਨ ਇਹ ਗਿਣਿਆ ਜਾ ਰਿਹਾ 62% ਦੇ ਨੇੜੇ ਤੇੜੇ ਕਿ ਵੀ ਜਿਹੜਾ ਸਰਵੇ ਕੀਤਾ ਗਿਆ ਵੀ CERB ਕਰਕੇ ਜਿਹੜਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਹੈਗਾ ਜੀ, ਉਹਦੇ ਕਰਕੇ ਲੋਕ ਕੰਮਾਂ ਤੇ ਜਾਣ ਬਾਰੇ ਸੋਚ ਨਹੀਂ ਰਹੇ। ਇੱਕ ਕਾਰਨ ਇਹ ਵੀ ਹੈ ਕਿ ਲੋਕ ਕਹਿ ਰਹੇ ਨੇ ਵੀ ਸਾਨੂੰ ਆਪਦੇ ਬੱਚਿਆਂ ਕਰਕੇ ਬਹੁਤ ਮੁਸ਼ਕਿਲ ਆ, ਰੀਜ਼ਨ ਬੀਇੰਗ ਸਕੂਲ ਨਹੀਂ ਅਜੇ ਖੁੱਲ੍ਹੇ, ਜਿਹੜੇ ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਥਾਵਾਂ ਨੇ ਉਹ ਨਹੀਂ ਅਜੇ ਖੁੱਲ੍ਹੀਆਂ, ਉਹ ਕਹਿੰਦੇ ਸੀ ਕੰਮਾਂ ਤੇ ਨਹੀਂ ਆ ਸਕਦੇ। ਪਰ CERB ਨੂੰ ਹੁਣ ਇਸ ਇੱਕ ਤਾਂ ਚੰਗੇ ਪਾਸੇ ਵਾਸਤੇ ਆਇਆ ਸੀਗਾ, ਲੋਕਾਂ ਨੂੰ ਪੈਸੇ ਮਿਲਣ ਲੱਗ ਪਏ ਆ, ਪਰ ਹੁਣ ਜਿਹੜੇ ਨਵੇਂ ਬਿਜ਼ਨਸ ਖੁੱਲ੍ਹਣੇ ਆ ਉਹਨਾਂ ਨੂੰ ਇਸ ਗੱਲ ਦਾ ਇਤਰਾਜ਼ ਹੈ ਕਿ CERB ਸਾਡੇ ਕੰਮਾਂ ਤੇ ਲੋਕਾਂ ਨੂੰ ਆਉਣ ਤੋਂ ਹਟਾ ਰਿਹਾ ਹੈ। ਜੀ ਬਿਲਕੁਲ, ਤੇ ਸਰ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਰੋਨਾ ਵਾਇਰਸ ਦੀ, ਕਾਫੀ ਅਦਾਰੇ ਨੇ ਜਿਹੜੀਆਂ ਬਹੁਤ ਪ੍ਰੀਕਾਸ਼ਨਸ ਯੂਜ਼ ਕਰ ਰਹੇ ਨੇ। ਟੈਕਸੀ ਇੰਡਸਟਰੀ ਦੀ ਗੱਲ ਕਰੀਏ, ਪਹਿਲਾਂ ਉਬਰ ਦੀ ਵਿੱਚ ਅਸੀਂ ਦੇਖਣ ਨੂੰ ਮਿਲਿਆ ਸੀ ਕਿ ਉੱਥੇ ਪਾਰਟੀਸ਼ਨ ਕੀਤੀ ਗਈ ਹੈ, ਇੱਕ ਸ਼ੀਲਡ ਲਗਾਈ ਗਈ ਕਾਫੀ ਕਾਰਸ ਦੇ ਵਿੱਚ ਜਿੱਥੇ ਡਰਾਈਵਰ ਤੇ ਪੈਸੇਂਜਰਸ ਦੇ ਵਿੱਚ ਇੱਕ ਗੈਪ ਆ ਜਾਂਦਾ ਆ। ਸੁਣਨ ਚਾਹੇ ਕਿ ਹੁਣ ਲਿਫਟ ਵੀ ਆਪਣੇ ਡਰਾਈਵਰਸ ਨੂੰ ਕੁਝ ਅਜਿਹੀਆਂ ਹੀ ਸ਼ੀਲਡਸ ਪ੍ਰੋਵਾਈਡ ਕਰਵਾ ਰਹੀ ਹੈ। ਹਾਂ ਤਰਨ, ਚੰਗੀ ਇਹ ਰੁਝਾਨ ਹੈ ਜੀ। ਵੈਸੇ ਮੈਂ ਜਿਹੜੇ ਆਪਣੇ ਸਾਡੇ 에ਅਰਪੋਰਟ ਵਾਲੇ ਪੀਅਰਸਨ ਦੇ ਉੱਤੇ ਕੰਮ ਕਰਦੇ ਨੇ ਜੀ, ਮੈਂ ਉਹਨਾਂ ਨੂੰ, ਜਿਨ੍ਹਾਂ ਨੂੰ ਅਜੇ ਤੱਕ ਨਹੀਂ ਪਤਾ ਇਸ ਗੱਲ ਦਾ, ਜਿਹੜੀ 에ਅਰਪੋਰਟ ਅਥਾਰਟੀ ਹੈ ਜੀ, ਗ੍ਰੇਟਰ ਟੋਰਾਂਟੋ 에ਅਰਪੋਰਟ ਅਥਾਰਟੀ, ਉਹ ਉੱਥੋਂ ਜਿਹੜੀਆਂ ਕਾਰਾਂ ਕੰਮ ਕਰਦੀਆਂ ਨੇ ਉਹਨਾਂ ਵਾਸਤੇ ਪ੍ਰੋਵਾਈਡ ਕਰ ਰਹੀ ਹੈ ਜੀ, ਜਿਹੜੀ ਉਹਨਾਂ ਨੇ ਵਿਚਾਲੇ ਸ਼ੀਲਡ ਲਾਉਣੀ ਆ ਤੇ ਉਹ ਲਵਾ ਸਕਦੇ ਆ। ਤੇ ਮੇਰਾ ਖਿਆਲ ਆ ਵੀ ਉਹ ਬਾਅਦ 'ਚ ਪੈਸੇ ਰੀਇੰਬਰਸ ਕਰਨੇ ਆ GTA ਨੇ, ਜਿੰਨਾ ਕੁ ਮੈਨੂੰ ਪਤਾ ਲੱਗਿਆ ਜੀ। ਜਿਹੜੀ ਲਿਫਟ ਨੇ ਗੱਲ ਕੀਤੀ ਹੈ ਤਰਨ, ਉਹਦੇ ਵਿੱਚ ਉਹ ਕਹਿੰਦੇ ਸੀ ਕਾਸਟ ਪ੍ਰਾਈਸ, ਇਹ ਫ੍ਰੀ ਨਹੀਂ ਹੈ ਜੀ, ਅਸੀਂ ਕਾਸਟ ਪ੍ਰਾਈਸ ਦੇ ਉੱਤੇ ਦੇਵਾਂਗੇ ਉਹਨਾਂ ਨੂੰ, ਜਿਹੜੀ ਅਬਾਊਟ $50 ਹੈਗੀ ਆ, ਜਿਹੜੇ ਕਿ ਉਹਨਾਂ ਨੇ ਜਿਹੜੇ ਦੇਣੀ ਕਿਹਨੂੰ ਆ, ਜਿਹੜੇ ਤਕਰੀਬਨ 1.5 ਲੱਖ ਐਕਟਿਵ ਡਰਾਈਵਰਸ ਆ, ਜਿਹੜੇ ਕੋਈ ਕਦੇ ਕਦੇ ਚਲਾਉਂਦੇ ਆ, ਉਹਨਾਂ ਨੂੰ ਨਹੀਂ ਜੀ, ਤੇ ਦੂਸਰਿਆਂ ਨੂੰ ਇਸ ਰੇਟ ਦੇ ਉੱਤੇ ਮਿਲੇਗੀ। ਬਾਕੀ ਜਿਹੜੇ ਦੂਜਿਆਂ ਨੂੰ ਚਾਹੀਦੀ ਹੈ ਇਨ ਕੇਸ ਉਹ ਕੰਮ ਕਰਨਾ ਚਾਹੁੰਦੇ ਆ, ਪੂਰੇ ਇੰਨੇ ਐਕਟਿਵ ਹੈ ਨਹੀਂ, ਉਹਨਾਂ ਨੂੰ ਆਪਦੀ ਆਪ ਲਵਾਉਣੀ ਪਏਗੀ। ਇਟ ਕਾਸਟ ਸਮ ਅਰਾਊਂਡ ਬਿਟਵੀਨ $50 to $100, ਪਰ ਅਪ ਟੂ ਮੇਰੇ ਖਿਆਲ $50 ਜਿਹੜੀ ਉਹਨਾਂ ਨੂੰ ਕਾਸਟ ਕਰਨੀ ਆ, ਉਹਦੇ ਵਿੱਚ ਉਹ ਲਿਫਟ ਇਸ ਗੱਲ ਦੇ ਪੈਸੇ ਦੇ ਰਹੀ ਹੈ ਜ਼ਿਆਦਾ ਡਰਾਈਵਰਸ ਨੂੰ। ਜੀ ਬਿਲਕੁਲ, ਤੇ ਉਧਰ ਸਰ ਆਪਾਂ ਇਹ ਵੀ ਦੇਖਣ ਨੂੰ ਆਇਆ, ਕੱਲ ਪਰਸੋਂ ਆਪਾਂ ਖਬਰ ਕਰ ਰਹੇ ਸੀ ਕਿ 5000 ਦੇ ਕਰੀਬ US ਦੇ ਜਿਹੜੇ ਲੋਕ ਨੇ ਉਹ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਕਿ ਸ਼ਾਪਿੰਗ ਕਰ ਸਕਣ ਜਾਂ ਕੁਝ ਹੋਰ ਐਵੇਂ ਦੇ ਕੰਮ ਕਰ ਸਕਣ। ਤੇ ਇਸ ਚੀਜ਼ ਨੂੰ ਲੈ ਕੇ ਹੁਣ ਉੱਥੋਂ ਦੇ ਇੱਕ ਮੰਤਰੀ ਦਾ ਬਿਆਨ ਆਇਆ, ਟਰੰਪ ਦੇ ਬੁਲਾਰੇ ਦਾ ਬਿਆਨ ਆਇਆ, ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਇੱਥੇ ਲੋਕ ਜਿਹੜੇ ਆ ਉਹ ਕੈਨੇਡਾ ਨਹੀਂ ਜਾਣਾ ਚਾਹੁੰਦੇ ਕਿਉਂਕਿ US ਬੈਸਟ ਕੰਟਰੀ ਹੈ। ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਕਰਦੇ ਨੇ ਜੀ, ਉਹਨਾਂ ਦੇ ਸਪੋਕਸਪਰਸਨ ਨੇ। ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਇਹ ਸਾਰੇ ਹੀ ਇਹੋ ਜਿਹੇ ਨੇ। ਟਰੰਪ ਸਾਹਿਬ ਨੂੰ ਜਿਹੀਆਂ ਉਹ ਗੱਲਾਂ ਕਰਦੇ ਨੇ, ਉਹਨਾਂ ਦੇ ਨਾਲ ਦੇ ਵੀ ਉਹੋ ਜਿਹੀਆਂ ਗੱਲਾਂ ਕਰਦੇ ਨੇ। ਉਹ ਗੱਲ ਉਹੀ ਹੈ ਨਾ, ਇੱਕੋ ਜ਼ਾਤ ਦੇ ਪੰਛੀ ਇਕੱਠੇ ਉੱਡਦੇ ਨੇ। ਉਹਨਾਂ ਨੇ ਬਿਆਨ ਇਹ ਦਿੱਤਾ ਕਿ ਉਹ ਪੁੱਛਿਆ ਗਿਆ ਵੀ ਕੈਨੇਡਾ, ਕਹਿੰਦਾ ਕੈਨੇਡਾ ਜਾਣ ਦੀ ਕੀ ਲੋੜ ਹੈ,
ਕੌਣ ਜਾਣਾ ਚਾਹੁੰਦਾ ਕੈਨੇਡਾ? ਉਹ ਭਾਈ ਤੁਹਾਡਾ ਤਾਂ ਅਸੀਂ ਪਤਾ ਨਹੀਂ ਕਿੰਨੇ ਹਜ਼ਾਰ ਬੰਦਾ ਵਾਪਸ ਮੋੜਿਆ ਜਿਹੜਾ ਕੈਨੇਡਾ ਆਉਣ ਨੂੰ ਫਿਰਦਾ ਸੀਗਾ। ਉਹਦੇ ਵਿੱਚੋਂ ਅੱਧੇ ਕਹਿੰਦੇ ਸੀ ਅਸੀਂ ਸ਼ਾਪਿੰਗ ਕਰਨ ਚੱਲੇ ਹਾਂ। ਫਿਰ ਦੂਜੀ ਗੱਲ, ਉਹਨਾਂ ਨੂੰ ਇਹ ਨਹੀਂ ਪਤਾ ਅਲਾਸਕਾ ਨੂੰ ਜਾਣ ਵਾਸਤੇ ਸਭ ਤੋਂ ਸਿੱਧਾ ਰੂਟ ਕੈਨੇਡਾ। ਇਸ ਮੈਂ ਲੋਕਾਂ ਦੀ ਅਜਿਹੀਆਂ ਦੀ ਵਾਰੇ ਜਾਂਦਾ ਅਜਿਹੀਆਂ ਅਕਲਾਂ ਤੋਂ ਜਿਹੜੇ ਲਾਈਵ ਟੀਵੀ ਦੇ ਉੱਤੇ ਆ ਕੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਜਿਹੜੇ ਕਹਿੰਦੇ ਤੁਹਾਡੇ ਤਾਂ ਸੈਂਟਰਸ ਜਿੰਨੇ ਸਾਡੇ ਨਾਲ ਸੂਬੇ ਲੱਗਦੇ ਆ ਤੁਹਾਡੇ, ਉਹਨਾਂ ਦੀ ਸਾਨੂੰ ਹੁਣ ਰਿਕੁਐਸਟ ਆਈ ਹੈ, ਪਰਸੋਂ ਰਿਕੁਐਸਟ ਆਈ ਹੈ ਕਿ ਭਾਈ ਜਿਹੜਾ ਕੈਨੇਡੀਅਨ ਬਾਰਡਰ ਖੋਲ੍ਹਣਾ ਚਾਹੀਦਾ। ਅਸੀਂ ਤੁਹਾਡੇ ਬਹੁਤ ਵੱਡੇ ਪਾਰਟਨਰ ਹਾਂ, ਅਸੀਂ ਤੁਹਾਡੇ ਨਾਲ ਉਹ ਬਾਰਡਰ ਸਾਂਝਾ ਕੀਤਾ ਜਿੱਥੇ ਤੁਹਾਨੂੰ ਫੌਜ ਲਾਉਣ ਦੀ ਲੋੜ ਨਹੀਂ ਹੈ। ਅਸੀਂ ਤੁਹਾਡੇ ਸਾਥੀ ਹਾਂ, ਅਸੀਂ ਰਸ਼ੀਆ ਦੇ ਸਾਥੀ ਨਹੀਂ ਹੈ। ਅਸੀਂ ਜੇ ਰਸ਼ੀਆ ਦੇ ਸਾਥੀ ਹੋ ਜਾਈਏ ਤਾਂ ਰਸ਼ੀਆ ਤੁਹਾਡੇ ਸਰਾਣੇ ਆ ਬੈਠੂਗਾ। ਪਲੀਜ਼ ਥਿੰਕ ਅਬਾਊਟ ਇਟ। ਐਵੇਂ ਨਾ ਸਮਝੋ ਸਾਨੂੰ ਕਹਿਣ ਨੂੰ ਜਿੱਥੇ ਵੀ ਕਿਤੇ ਤੁਹਾਡਾ ਪੌੜਾ ਪਾਇਆ ਹੁੰਦਾ ਉਹ ਰਾਜੀਨਾਮੇ ਵਾਸਤੇ ਕੈਨੇਡਾ ਜਾਂਦਾ, ਉਹਨੂੰ ਮੂਹਰੇ ਕੀਤਾ ਜਾਂਦਾ ਜਦੋਂ ਰਾਜੀਨਾਮਾ ਕਰਨਾ ਹੁੰਦਾ। ਕੈਨੇਡਾ ਇਜ਼ ਅ ਵੈਰੀ ਬਿਗ ਫॉर US ਵਾਸਤੇ, ਐਵੇਂ ਨਹੀਂ ਗੱਲ ਹੈਗੀ। ਔਰ ਜਦੋਂ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਇਹੋ ਜਿਹੇ ਲੋਕਾਂ ਦੇ ਬਿਆਨ ਆਉਂਦੇ ਆ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਜਿਹੇ ਉਹ ਐਡਮਿਨਿਸਟ੍ਰੇਸ਼ਨ 'ਚ ਰੱਖੇ ਕਿਉਂ ਹੋਇਆ ਜਿਨ੍ਹਾਂ ਲੋਕਾਂ ਨੂੰ ਇੰਨੀ ਅਕਲ ਨਹੀਂ ਹੈਗੀ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕੈਨੇਡਾ ਕੀ ਹੈ। ਜੀ ਉਧਰੋਂ ਵਾਈਟ ਹਾਊਸ ਦਾ ਵੀ ਸਰ ਇੱਕ ਬਿਆਨ ਸਾਹਮਣੇ ਆਇਆ ਜਿਹਦੇ ਵਿੱਚ ਕਹਿੰਦੇ ਨੇ ਕਿ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਕਰੋਨਾ ਦੀ ਟੈਸਟਿੰਗ ਹੋਈ ਹੈ ਤੇ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਭਾਰਤ ਹੈ। ਅਮਰੀਕਾ ਵਿੱਚ 42 ਬਿਲੀਅਨ ਲੋਕਾਂ ਦੇ ਕੋਵਿਡ ਟੈਸਟ ਹੋਇਆ, ਜਦਕਿ ਦੂਸਰੇ ਨੰਬਰ ਤੇ ਭਾਰਤ ਹੈ ਜਿੱਥੇ 12 ਮਿਲੀਅਨ ਇੰਡੀਆ ਦੇ, ਹਾਂਜੀ ਇੰਡੀਆ ਦੇ ਵਿੱਚ ਹੋਈ ਹੈ, ਟੈਸਟਿੰਗ ਹੋਈ ਹੈ। ਸੋ ਹੁਣ ਇੰਡੀਆ ਨੂੰ ਲੈ ਕੇ ਬਹੁਤ ਫੇਵਰੇਬਲ ਸਰ ਜਿਹੜੇ ਆ US ਦੇ ਵੱਲੋਂ ਨਿਕਲਦੇ ਨੇ। ਤਰਨ ਦੇਖੋ, ਇੰਡੀਆ ਦਾ ਤੇ ਚਾਈਨਾ ਦਾ ਪੰਗਾ ਪਿਆ ਹੈ ਤੇ ਇਸ ਵੇਲੇ US ਨੂੰ ਇੰਡੀਆ ਦੀ ਲੋੜ ਹੈਗੀ ਆ, ਚਾਈਨਾ ਦੇ ਅਗੇਂਸਟ ਹੈਗਾ। ਵੈਸੇ US ਵਾਲੇ ਠੀਕ ਹੈ, ਤਕੜੇ ਨੇ ਜੀ। ਇਹ ਬਿਜ਼ਨਸ ਵਾਲੇ ਲੋਕ ਨੇ, ਇਹ ਤੁਹਾਡੇ ਨਾਲ ਰਿਲੇਸ਼ਨ ਬਿਜ਼ਨਸ ਤੱਕ ਰੱਖਦੇ ਨੇ। ਇਸ ਵੇਲੇ ਇਹਨਾਂ ਨੂੰ ਇੰਡੀਆ ਤੱਕ ਲੋੜ ਹੈਗੀ ਆ। ਉਹੀ ਹੁਣ ਤੋਂ 2-4 ਹਫ਼ਤੇ ਪਹਿਲਾਂ ਦੀ ਗੱਲ ਹੈ, ਟਵਿੱਟਰ ਅਕਾਊਂਟ ਵੀ ਬੰਦ ਕਰ ਦਿੱਤਾ ਸੀਗਾ ਮੋਦੀ ਦਾ, ਤਾਂ ਆਪਾਂ ਨੂੰ ਯਾਦ ਹੈ ਇਸ ਗੱਲ ਦਾ। ਤੇ ਹੁਣ ਇੰਡੀਆ ਦੇ ਬਾਰੇ ਜਿੰਨੀ ਐਡਮਿਨਿਸਟ੍ਰੇਸ਼ਨ ਆ, ਚਾਹੇ ਉਹ ਯੂਰਪ 'ਚ ਗਈ ਹੋਈ ਹੈ, ਚਾਹੇ ਇੱਥੇ ਆ, ਛੋਟਾ ਵੱਡਾ ਮੰਤਰੀ ਕੋਈ ਵੀ ਹੈ ਜੀ, ਇੰਡੀਆ ਦੇ ਹੱਕ ਦੇ ਵਿੱਚ ਬੋਲ ਰਹੇ ਨੇ। ਈਵਨ ਇੱਕ ਨੇ ਇਹ ਗੱਲ ਕਹੀ ਹੈ ਜੀ, ਮਿਸਟਰ ਟਰੰਪ ਇਜ਼ ਫਰੈਂਡ ਆਫ ਮਿਸਟਰ ਮੋਦੀ। ਹੁਣ ਫਰੈਂਡ ਹੋ ਗਿਆ, ਟਵਿੱਟਰ ਅਕਾਊਂਟ ਕੱਟਣ ਵੇਲੇ ਇਹ ਨਹੀਂ ਸੀਗਾ, ਕਿਉਂਕਿ ਲੋੜ ਹੈ ਇਸ ਵੇਲੇ ਉਹਨਾਂ ਨੂੰ। ਹਾਂ, ਜਿਹੜੇ 12 ਮਿਲੀਅਨ ਇੰਡੀਆ ਦੇ ਵਿੱਚ ਹੋਇਆ, ਸੈਕੰਡ ਨੰਬਰ ਦੇ ਉੱਤੇ ਜਿਹੜੀ ਹੋਈ ਹੈ ਜੀ। ਜੇ ਆਪਾਂ ਆਬਾਦੀ ਸੋਚੀਏ, US ਦੀ ਆਬਾਦੀ ਪਰਸੈਂਟੇਜ ਦੇ ਤੱਕ ਬਹੁਤ ਲੋਕਾਂ ਦਾ ਉਹਨਾਂ ਦਾ ਹੋਇਆ ਜੀ। ਇੰਡੀਆ 12 ਮਿਲੀਅਨ ਟੈਸਟ ਜਿਹੜੀ ਬਿਲੀਅਨ ਤੋਂ ਉੱਪਰ ਆਬਾਦੀ ਹੈ ਜੀ, ਉਹਦੇ ਵਾਸਤੇ ਕੋਈ ਪਰਸੈਂਟੇਜ ਗਿਣੀ ਕੋਈ ਬਹੁਤੀ ਵੱਡੀ ਨਹੀਂ ਹੈਗੀ ਹੈ। ਬਟ ਐਡਮਿਨਿਸਟ੍ਰੇਸ਼ਨ ਇਸ ਵੇਲੇ ਇੰਡੀਆ ਦੀਆਂ ਸਿਫਤਾਂ ਜ਼ਰੂਰ ਕਰ ਰਹੀ ਹੈ ਜੀ। ਬਿਲਕੁਲ ਜੀ। ਤੇ ਉੱਥੇ ਹੀ ਕਹਿੰਦੇ ਆ ਮਿਸਟਰ ਟਰੰਪ ਸਾਹਿਬ ਦਾ ਵੀ ਬਿਆਨ ਆਇਆ ਕਿ ਭਾਰਤ ਤੇ ਚਾਈਨਾ ਦੇ ਵਿੱਚ ਜਿਹੜੇ ਸੰਬੰਧ ਨੇ ਉਹਨਾਂ ਨੂੰ ਸੁਖਾਲੇ ਕਰਨ ਲਈ ਅਸੀਂ ਪੂਰੇ ਕਦਮ ਚੁੱਕ ਰਹੇ ਹਾਂ ਤੇ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੀ ਤਕਰਾਰਬਾਜ਼ੀ ਉਹ ਖਤਮ ਹੋ ਜਾਵੇ। ਦੇਖੋ, ਇਹ ਫਿਰ ਗੱਲ ਉੱਥੇ ਆ ਜਾਂਦੀ ਹੈ। ਹੁਣ ਇਹਨਾਂ ਨੂੰ ਫਿਕਰ ਹੋਇਆ ਵੀ ਅਸੀਂ ਚਾਹੁੰਦੇ ਹਾਂ। ਅੱਛਾ, ਟਰੰਪ ਸਾਹਿਬ ਦਾ ਇੱਕ ਹੋਰ ਬਿਆਨ ਹੈ, ਇਹਦੇ ਬਿਆਨ ਦੇ ਵਿੱਚ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਤਰਨ, ਕਿ ਮੈਨੂੰ ਇੰਡੀਆ ਦੇ ਲੋਕ ਬੜੇ ਪਸੰਦ ਨੇ, ਮੈਨੂੰ ਚਾਈਨਾ ਦੇ ਲੋਕ ਬੜੇ ਪਸੰਦ ਨੇ। ਰੌਲਾ ਐਡਮਿਨਿਸਟ੍ਰੇਸ਼ਨ ਦਾ, ਉਹਦੇ ਨਾਲ ਹੁਣ ਉਹਨਾਂ ਦੀ ਬਣਦੀ ਨਹੀਂ ਹੈਗੀ ਯਾਰ। ਜੇ ਕੋਈ ਵੀ ਭਾਗੀਦਾਰ ਆਉਂਦਾ, ਕੋਈ ਕਿਸੇ ਦਾ ਰਾਜੀਨਾਮਾ ਕਰਵਾਉਣਾ ਚਾਹੁੰਦਾ, ਇਹ ਬਹੁਤ ਚੰਗੀ ਗੱਲ ਹੈ। ਇਟਸ ਅ ਗੁੱਡ ਇਨੀਸ਼ੀਏਟਿਵ। ਹੁਣ ਸਾਡੇ ਰਾਜਨਾਥ ਸਿੰਘ ਉਹਨਾਂ ਨੇ ਵੀ ਕਿਹਾ ਅਸੀਂ ਜ਼ਮੀਨ ਨਹੀਂ ਛੱਡਣੀ। ਮੋਦੀ ਸਾਹਿਬ ਵੀ ਜਾ ਕੇ ਆਏ ਨੇ ਬਾਰਡਰ ਦੇ ਉੱਤੇ, ਆਪਣੇ ਲੱਦਾਖ ਵਾਲੇ ਬਾਰਡਰ ਦੇ ਉੱਤੇ। ਗੱਲਾਂ ਕਹਿਣ ਨਾਲ ਨਹੀਂ ਹੋਣੀਆਂ ਤਰਨ। ਇਹ ਤਾਂ ਇਹ ਨੋਨ ਫੈਕਟ ਆ ਕਿ ਸਾਡੇ ਕਈ ਹਜ਼ਾਰਾਂ ਏਕੜ ਇਸ ਵੇਲੇ ਚਾਈਨਾ ਦੇ ਕਬਜ਼ੇ ਨੇ, ਜਿਹੜੇ ਇੰਡੀਅਨ ਗਵਰਨਮੈਂਟ ਆਪ ਕਹਿੰਦੀ ਹੈ ਵੀ ਸਾਡਾ ਇੰਨਾ ਜ਼ਿਆਦਾ ਉਹਨਾਂ ਨੇ ਇਲਾਕਾ। ਅਸੀਂ ਉਹਦੇ ਵਾਸਤੇ ਗੱਲ ਬੈਠ ਕੇ ਨਿਬੜਨੀ ਆ। ਜੇ ਕੋਈ ਵਿਚਾਲੇ ਰਾਜੀਨਾਮਾ ਕਰਵਾਉਣ ਨੂੰ ਤੇਰਾ, ਚਾਹੇ ਕੋਈ ਵੀ ਹੈਗਾ, ਸਹੀ ਨੀਤ ਨਾਲ ਹੈਗਾ, ਤਾਂ ਨਥਿੰਗ ਰੌਂਗ ਵਿਦ ਦੈਟ। ਟਰੰਪ ਐਡਮਿਨਿਸਟ੍ਰੇਸ਼ਨ ਸੋਚਦੀ ਹੈ ਵੀ ਦੋਨਾਂ ਦੇਸ਼ਾਂ ਦੇ ਲੋਕਾਂ ਨੂੰ ਪਸੰਦ ਕਰਦੀ ਹੈ, ਤਾਂ ਕੋਈ ਮਾੜੀ ਗੱਲ ਨਹੀਂ ਹੈ ਜੀ। ਸਰ, ਲੱਦਾਖ ਵਾਲੀ ਸਾਈਡ ਤਲਖੀ ਵਾਕਈ ਲਗਾਤਾਰ ਵੱਧ ਰਹੀ ਹੈ। ਅਸੀਂ ਦੇਖ ਰਹੇ ਹਾਂ ਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਲੱਦਾਖ ਦੀ ਯਾਤਰਾ ਕਰਕੇ ਆਏ ਨੇ ਤੇ ਨਾਲ ਹੀ ਉਸ ਤੋਂ ਬਾਅਦ ਰਾਜਨਾਥ ਸਿੰਘ ਵੀ ਜਾ ਕੇ ਆਏ ਨੇ। ਹਾਲ ਹੀ ਵਿੱਚ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਜਿਹਦੇ ਵਿੱਚ ਉਹਨਾਂ ਨੇ ਬੜਾ ਦੋ-ਟੁਕ ਜਵਾਬ ਦਿੱਤਾ ਹੈ ਕਿ ਭਾਰਤ ਦੀ 1 ਇੰਚ ਜ਼ਮੀਨ ਵੀ ਕਿਸੇ ਮੁਲਕ ਨੂੰ ਨਹੀਂ ਦਿੱਤੀ ਜਾਏਗੀ। ਉਹਨਾਂ ਨੇ ਹਾਲਾਂਕਿ ਇਹ ਕਿਤੇ ਨਾ ਕਿਤੇ ਇਹ ਜ਼ਰੂਰ ਆਪਣੇ ਕੜਵੇ ਜਿਹੜੇ ਆ ਤੇਵਰ ਦਿਖਾ ਦਿੱਤੇ ਨੇ ਕਿ ਭਾਰਤ ਜਿਹੜਾ ਦਬਨ ਵਾਲਾ ਨਹੀਂ ਹੈਗਾ। ਚਲੋ, ਇੱਕ ਗੱਲੋਂ ਤਾਂ ਚੰਗੀ ਗੱਲ ਆ, ਐਟਲੀਸਟ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਤੇ ਡਿਫੈਂਸ ਮਿਨਿਸਟਰ ਸਾਹਿਬ ਬਾਰਡਰ ਤੇ ਜਾ ਕੇ ਤਾਂ ਆਏ ਨੇ।
1962 ਦੀ ਲੜਾਈ ਵੇਲੇ ਜਿਹੜੇ ਡਿਫੈਂਸ ਮਿਨਿਸਟਰ ਸਾਹਿਬ ਸੀ, ਮੈਨੂੰ ਨਾਮ ਭੁੱਲ ਜਾਂਦਾ ਉਹਨਾਂ ਦਾ, ਉਹ ਤਾਂ ਟਾਇਲਟ 'ਚ ਬੈਠੇ ਸੀਗੇ ਜੀ। ਜਦੋਂ ਉਹਨੂੰ ਪਤਾ ਲੱਗਿਆ ਵੀ ਅਟੈਕ ਕਰ ਦਿੱਤਾ, ਉਹ ਇਹ ਕੰਮ ਕਰਨ ਵਾਸਤੇ ਘੁੱਟ ਜਾ ਕੇ ਤਾਂ ਚੰਗੀ ਗੱਲ ਆ। ਔਰ ਜਿਹੜੇ ਅਜਿਹੀ ਬਿਆਨਬਾਜ਼ੀ ਆ, ਇਹ ਦੇਣੀ ਜ਼ਰੂਰੀ ਬਣ ਜਾਂਦੀ ਹੈ ਇੰਟਰਨੈਸ਼ਨਲ ਲੈਵਲ 'ਤੇ ਆ ਕੇ। ਤੁਹਾਨੂੰ ਜੇ ਨਹੀਂ ਦਿੰਦੇ, ਇਟ ਮੀਨਸ ਤੁਸੀਂ ਇਸ ਬਾਰੇ ਕੁਛ ਨਹੀਂ ਸੀਰੀਅਸ ਨਹੀਂ ਸੋਚਦੇ। ਤੁਹਾਡਾ ਜਿਹੜਾ ਗੁਆਂਢੀ ਹੈ, ਜਿੱਥੇ ਤੱਕ ਮਰਜ਼ੀ ਆ ਸਕਦਾ, ਉਹਨੂੰ ਪਹਿਲੇ ਸਪੌਟ ਦੇ ਉੱਤੇ ਰੋਕਣਾ ਸਾਡਾ ਫਰਜ਼ ਬਣਦਾ। ਔਰ ਅਜਿਹੀਆਂ ਗੱਲਾਂ ਜੇ ਸਾਡੇ ਨੇਤਾ ਲੋਕ ਬਾਰਡਰ ਤੇ ਜਾ ਕੇ ਸਾਡੀ ਫੌਜ ਦੀ ਹੌਸਲਾ ਅਫਜ਼ਾਈ ਕਰਦੇ ਆ, ਇਹ ਚੰਗੀ ਗੱਲ ਆ। ਜੇ ਫੌਜ ਦੀ ਹੌਸਲਾ ਅਫਜ਼ਾਈ ਹੀ ਨਹੀਂ ਕੋਈ ਕਰ ਰਿਹਾ, ਤਾਂ ਅਸੀਂ ਤਾਂ ਟਿਕਟੌਕ ਤੇ ਹੀ ਰੌਲਾ ਪਾਈ ਜਾਂਦੇ ਵੀ ਸਾਡੀ ਟਿਕਟੌਕ ਕਿਉਂ ਬੰਦ ਕਰ ਦਿੱਤੀ ਹੈ ਜੀ। ਅਸੀਂ ਉਹਨਾਂ ਦੇ ਸਾਥ ਨਹੀਂ ਦੇ ਰਹੇ, ਤਾਂ ਫੌਜ ਕੀ ਲੜੇਗੀ? ਕੀ ਸਾਨੂੰ ਸਾਡੀ ਉਹ ਦੁਸ਼ਮਣ ਨੂੰ ਉੱਥੇ ਆਉਣ ਤੋਂ ਰੋਕੇਗੀ? ਇਹ ਤਾਂ ਪਾਸੇ ਚਾਈਨਾ ਦਾ ਵੀ ਇਹ ਥੋੜਾ ਜਿਹਾ ਤਲਖੀ ਵਧਣ ਦਾ ਕਾਰਨ ਇਹ ਵੀ ਹੋ ਸਕਦਾ, ਕਿਉਂਕਿ ਜਦੋਂ ਦਾ ਕਰੋਨਾ ਵਾਇਰਸ ਫੈਲਿਆ ਉਸ ਤੋਂ ਬਾਅਦ ਤੇ ਕਈ ਜਿਹੜੀਆਂ ਉੱਥੋਂ ਦੀਆਂ ਕੰਪਨੀ ਸੀ, ਹੁਣ ਇੰਡੀਆ ਦੇ ਵਿੱਚ ਜਿਹੜੀਆਂ ਆਪਣੀਆਂ ਭਵਿੱਖ ਦੀਆਂ ਸੰਭਾਵਨਾਵਾਂ ਤਲਾਸ਼ਣ ਲੱਗ ਪਈ ਹੈ ਤੇ ਇੰਡੀਆ ਨੂੰ ਆਪਣਾ ਸਬਸਟੀਟਿਊਟ ਸੋਚ ਰਹੀ ਹੈ। ਸਹੀ ਗੱਲ ਹੈ ਤਰਨ, ਕਿਉਂਕਿ ਇਹ ਨੈਚੁਰਲੀ ਹੈ ਕਿ ਚਾਈਨਾ ਤੋਂ ਬਾਅਦ ਇੰਡੀਆ ਵੱਡਾ ਕੰਟਰੀ ਹੈ, ਆਬਾਦੀ ਬਹੁਤ ਜ਼ਿਆਦਾ ਹੈ, ਬੜੀ ਵੱਡੀ ਮਾਰਕੀਟ ਹੈ। ਔਰ ਉਹ ਹੁਣ ਚਾਈਨਾ ਨੂੰ ਇਹ ਸੋਚਣਾ ਪੈਣਾ, ਕਿਉਂਕਿ ਚਾਈਨਾ ਦੇ ਵਰਲਡ ਰਿਲੇਸ਼ਨਸ ਖਰਾਬ ਹੋ ਰਹੇ ਨੇ ਬਹੁਤਿਆਂ ਦੇ ਨਾਲ, ਯੂਰਪੀਅਨ ਕੰਟਰੀਜ਼ ਦੇ ਨਾਲ ਹੋਣ ਲੱਗੇ ਹੈ, US ਦੇ ਨਾਲ ਹੋਇਆ। ਸਭ ਤੋਂ ਵੱਡਾ ਪੌੜਾ US ਦਾ ਜੀ, ਉਹਦੇ ਨਾਲ ਹੋਣ ਲੱਗੇ ਨੇ। ਰਹਿੰਦਾ ਖੁੰਦਾ ਜਿਹੜਾ ਸੀਗਾ ਬੋਰਿਸ ਜੌਨਸਨ ਹੁਣੀ ਆ ਗਏ ਨੇ ਇੰਗਲੈਂਡ ਵਾਲੇ, ਫਿਰ ਐਂਗਲਾ ਮਰਕਲ ਹੈ ਜੀ ਜਿਹੜੀ ਜਰਮਨੀ ਦੀ ਆ। ਇਹ ਸਾਰੇ ਲੋਕ ਜਦੋਂ ਇਹ ਗੱਲਾਂ ਕਰਨ ਲੱਗੇ ਹੋਏ, ਤਾਂ ਜਿਹੜੀਆਂ ਚਾਈਨਾ ਦੇ ਵਿੱਚ ਕੰਪਨੀਆਂ ਬਾਕੀ ਬਾਹਰਲੀਆਂ ਨੇ ਇਨਵੈਸਟਮੈਂਟ ਕੀਤੀ ਹੋਈ ਹੈ, ਉਹ ਹੁਣ ਜ਼ਰੂਰ ਸੋਚ ਰਹੀਆਂ ਨੇ ਵੀ ਅਸੀਂ ਉੱਥੇ ਚੱਲੀਏ, ਤੇ ਚੱਲੀਏ ਕਿੱਥੇ? ਉਹ ਜੀ ਜਿਹੜੀ ਹਾਲਾਤ ਹੈ, ਕੌਣ ਬੈਟਰ ਕ੍ਰੀਏਟ ਕਰ ਸਕਦਾ, ਚਾਹੇਗਾ ਕੌਣ ਕਰਨਾ। ਜਿਵੇਂ ਆਪਣੇ ਫੇਸਬੁੱਕ ਵਗੈਰਾ ਇਹ ਜਿਹੀਆਂ ਗੱਲਾਂ ਸੋਚ ਰਹੇ ਨੇ, ਮਾਈਕਰੋਸਾਫਟ ਸੋਚ ਰਿਹਾ ਜੀ ਉੱਥੇ ਜਾਣ ਬਾਰੇ। ਔਰ ਇਹ ਬੜੀ ਵੱਡੀ ਗੱਲ ਹੈ ਇੰਡੀਆ ਵਾਸਤੇ, ਜੇ ਇੰਡੀਆ ਇਹਨਾਂ ਨੂੰ ਪ੍ਰੋਪਰ ਕੰਡੀਸ਼ਨਸ ਦਿੰਦਾ ਤੇ ਇੰਡੀਆ ਵਾਸਤੇ, ਇੰਡੀਆ ਦੀ ਇਕਨੋਮੀ ਵਾਸਤੇ ਬੜੀ ਵੱਡੀ ਗੱਲ ਹੋਏਗੀ ਜੇ ਉੱਥੇ ਇਨਵੈਸਟਮੈਂਟ ਹੁੰਦੀ ਹੈ ਜੀ। ਸ਼ਾਇਦ ਤੇ ਪ੍ਰਧਾਨ ਮੰਤਰੀ ਸਾਹਿਬ ਦਾ ਸੁਪਨਾ ਵੀ ਪੂਰਾ ਹੋ ਜਾਏ, ਜਿਹੜਾ ਉਹਨਾਂ ਨੇ UN ਦੀ ਮੀਟਿੰਗ ਦੇ ਵਿੱਚ, ਇੱਕ ਕਾਉਂਸਲ ਦੀ ਮੀਟਿੰਗ ਦੇ ਵਿੱਚ ਕਿਹਾ। ਉਹਨਾਂ ਦਾ ਹਾਲ ਹੀ ਵਿੱਚ ਬਿਆਨ ਆਇਆ ਕਿ 2022 ਤੱਕ ਭਾਰਤ ਦੇ ਹਰ ਨਾਗਰਿਕ ਦੇ ਸਿਰ ਉੱਤੇ ਉਹ ਛੱਤ ਮੁਹੱਈਆ ਕਰਵਾ ਦੇਣਗੇ। ਮੋਦੀ ਸਾਹਿਬ ਨੂੰ ਇੱਕ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ, ਇੰਡੀਆ 'ਚ ਜਿਹੜੀ ਬਿਆਨਬਾਜ਼ੀ ਕਰਨੀ ਆ ਕਰੀ ਚੱਲੋ, ਜਿਹੜੇ ਜੁਮਲੇ ਵੇਚਣਿਆ ਵੇਚੀ ਚੱਲੋ। ਇੰਟਰਨੈਸ਼ਨਲ ਲੈਵਲ ਤੇ ਪਲੀਜ਼ ਅਜਿਹੀ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ। 2022 ਤੱਕ ਕਿਹਾ ਜੀ ਉਹਨਾਂ ਨੇ, ਹਰੇਕ ਇੰਡੀਅਨ ਦੇ ਸਿਰ ਦੇ ਉੱਤੇ ਛੱਤ ਹੋਊਗੀ। ਮੈਂ ਆਪਣੇ ਦਰਸ਼ਕਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਕਿ ਤੁਹਾਨੂੰ ਲੱਗਦਾ ਹੋਏਗੀ? ਈਵਨ ਮੋਦੀ ਸਾਹਿਬ ਵੀ ਅੰਦਰੋਂ ਕਹਿ ਰਹੇ ਹੋਣਗੇ ਨਹੀਂ ਹੋਏਗੀ। ਪਲੀਜ਼ ਜਿਹੜੇ ਜੁਮਲੇ ਆ ਨਾ, ਉਹ ਆਪਦੇ ਵਾਸਤੇ ਰੱਖ ਲਓ, ਆਪਦੇ ਕੰਟਰੀ 'ਚ ਉਹਨੂੰ ਵੇਚੀ ਚੱਲੋ, ਵੰਡੀ ਚੱਲੋ, ਜੋ ਮਰਜ਼ੀ ਕਰੋ। ਸੰਪਤ ਸਰੋਤ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਨੇ ਜੀ, ਜੋ ਮਰਜ਼ੀ ਕਰੀ ਚੱਲੋ। ਜੋ ਇੰਟਰਨੈਸ਼ਨਲ ਲੈਵਲ ਤੇ ਆਉਂਦੇ ਹੋ, ਪਲੀਜ਼ ਅਜਿਹੀਆਂ ਗੱਲਾਂ ਨਾ ਕਰਿਓ, ਇਹ ਸੋਭਦੀਆਂ ਨਹੀਂ ਹੈ। ਕਿਉਂਕਿ 2022 ਤੱਕ ਸਾਰੇ ਇੰਡੀਅਨਸ ਦੀ ਸਿਰ ਉੱਤੇ ਛੱਤ ਨਹੀਂ ਹੋ ਸਕਦੀ। ਇਟਸ ਅ ਨੋਨ ਫੈਕਟ। ਸਾਡੀ ਇਕਨੋਮਿਕਲੀ ਅਸੀਂ ਇੱਥੇ ਤੱਕ, ਅਸੀਂ ਤਾਂ ਪ੍ਰੋਵਾਈਡ ਨਹੀਂ ਕਰਦੇ ਲੋਕਾਂ ਨੂੰ। ਇੱਕ ਜਗ੍ਹਾ ਤੋਂ ਜਾ ਕੇ ਦੂਜੀ ਜਗ੍ਹਾ ਤੁਰ ਕੇ ਜਾ ਰਹੇ ਨੇ, 1200 ਕਿਲੋਮੀਟਰ ਤੁਰ ਕੇ ਜਾ ਰਹੇ ਨੇ। ਸਟੇਸ਼ਨਾਂ ਤੇ ਲੋਕਾਂ ਦੀ ਮੌਤਾਂ ਹੋ ਰਹੀਆਂ ਨੇ, ਸਿਰ ਦੇ ਉੱਤੇ ਤੁਸੀਂ ਛੱਤ ਪਾਉਣ ਦੀ ਗੱਲ ਕਰਦੇ ਹੋ, ਬਹੁਤ ਦੂਰ ਦੀ ਗੱਲ ਹੈ। ਤਾਂ ਬਿਲਕੁਲ ਸਰ, ਐਵੇਂ ਦਾ ਇੱਕ ਹੋਰ ਉਹਨਾਂ ਦਾ ਬਿਆਨ ਸਾਹਮਣੇ ਆਇਆ, ਜਿਹਦੇ ਵਿੱਚ ਕਰੋਨਾ ਵਾਇਰਸ ਖੁਦ ਦੇਸ਼ ਵਿੱਚ ਪੈਰ ਪਸਾਰ ਰਿਹਾ ਵਾ। ਲਗਾਤਾਰ 1 ਮਿਲੀਅਨ ਤੋਂ ਵੱਧ ਕੇਸਿਸ ਹੋ ਚੁੱਕੇ ਆ ਤੇ ਕਿਹਾ ਜਾ ਰਿਹਾ 150 ਮੁਲਕਾਂ ਨੂੰ ਭਾਰਤ ਨੇ ਹੈਲਪ ਕੀਤੀ ਹੈ ਕਰੋਨਾ ਵਾਇਰਸ। ਓਡਾ ਹੀ ਜੁਮਲਾ ਇਹ ਹੈ ਜੀ, 150 ਮੁਲਕਾਂ ਨੂੰ ਉਸੇ ਜਿਹੜੀ ਇਕਨੋਮਿਕ ਜਿਹੜੀ ਹੈ ਯੂਨਾਈਟਿਡ ਨੇਸ਼ਨਸ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਦੇ ਵਿੱਚ ਵੀਡੀਓ ਕਾਨਫਰੰਸ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਹੈ ਜੀ, ਅਸੀਂ 150 ਤੋਂ ਵੱਧ ਮੁਲਕਾਂ ਦੀ ਹੈਲਪ ਕੀਤੀ ਹੈ COVID-19 ਦੇ ਵਿੱਚ। ਆਪਦੀ ਤਾਂ ਹੁੰਦੀ ਨਹੀਂ ਤੁਹਾਡੇ ਤੋਂ, ਨੱਕ ਆਪਦਾ ਨਹੀਂ ਪੂੰਝ ਹੁੰਦਾ, ਤੁਸੀਂ ਲੋਕਾਂ ਦਾ ਕੀ ਕਰਦੇ ਫਿਰਦੇ ਹੋ? ਤੁਹਾਡੇ ਤਾਂ ਹਜੇ ਤੱਕ ਤੁਹਾਨੂੰ ਸਹੀ ਨੰਬਰ ਨਹੀਂ ਦੇ ਹੋਇਆ। ਇੰਡੀਅਨ ਗਵਰਨਮੈਂਟ ਕੋਲੇ ਮੰਨੋ ਨਾ ਮੰਨੋ, ਇਹਨਾਂ ਕੋਲੇ ਅਜੇ ਤੱਕ ਸਹੀ ਨੰਬਰ ਲੋਕਾਂ ਨੂੰ ਦਿੱਤਾ ਗਿਆ। ਇੱਥੇ ਕਿੰਨੇ ਕਰੋਨਾ ਵਾਇਰਸ ਦੇ ਕੇਸਿਸ ਹੈਗੇ ਨੇ, ਕਿੰਨਿਆਂ ਨੂੰ ਇਲਾਜ ਕੀਤਾ ਗਿਆ, ਕਿੱਥੇ ਤੱਕ ਇਲਾਜ ਹੋ ਰਿਹਾ। 15 ਅਗਸਤ ਦੀ ਦਵਾਈ ਦਾ ਤਾਂ ਅਸੀਂ ਅਨਾਉਂਸਮੈਂਟ ਕਰ ਦਿੱਤੀ ਹੈ। ਅਸੀਂ ਜਿਹੜਾ ਨਿੱਤ ਵੱਧ ਰਿਹਾ, ਕੇਸਿਸ ਵੱਧ ਰਹੇ ਨੇ, ਉਹ ਪਹਿਲਾਂ ਤਾਂ ਅਸੀਂ ਕਦੀਆਂ 2 ਸੂਬਿਆਂ ਤੱਕ ਹੀ ਰੱਖਿਆ ਸੀਗਾ, ਕਿਉਂਕਿ ਉੱਥੇ ਆਪੋਜੀਸ਼ਨ ਹੈ, ਦਿੱਲੀ ਐਂਡ ਮਹਾਰਾਸ਼ਟਰ। ਹੁਣ ਗੁਜਰਾਤ ਵਿੱਚ ਵੀ ਹੋਇਆ ਭਾਈ ਸਾਹਿਬ, ਇਹਨੂੰ ਆਪਦੇ ਆੜੇ ਨੂੰ ਹੀ ਸਾਂਭ ਲਓ। ਬਾਕੀ ਥਾਵਾਂ ਤੇ ਵੱਧ ਰਿਹਾ, 8, 9, 10 ਐਸੇ ਇਸ ਵੇਲੇ ਸੂਬੇ ਨੇ ਜਿੱਥੇ ਕਰੋਨਾ ਵੱਧ ਰਿਹਾ। ਕੋਈ ਘਟਣ ਦੇ ਚਾਂਸ ਹੈ ਨਹੀਂ ਗੇ, ਤੇ ਤੁਸੀਂ 150 ਹੋਰਾਂ ਦੀ ਮਦਦ ਕਰ ਲਈ, ਆਪਦੀ ਨਾਕੀ ਪੂੰਝ ਲਓ, ਬਹੁਤ ਆ। ਬਿਲਕੁਲ। ਉਧਰ ਟਰੰਪ ਸਾਹਿਬ ਦੀ ਗੱਲ ਕਰੀਏ ਸਰ, ਉਹ ਵੀ ਲਗਾਤਾਰ ਹੁਣ ਸੁਰਖੀਆਂ ਛਾਏ ਹੋਏ ਨੇ। ਕਿਤਾਬ ਦੀ ਗੱਲ ਕਰੀਏ, ਉਹਨਾਂ ਦੀ ਜਿਹੜੀ ਭਤੀਜੀ ਨੇ ਕਿਤਾਬ ਜਿਹੜੀ ਉਹਨਾਂ ਲਈ ਲਿਖੀ ਸੀ, ਤੇ ਸੁਣਨ ਵਿੱਚ ਆ ਰਿਹਾ ਕਿ ਹੁਣ ਤੱਕ ਕਾਫੀ ਵਧੀਆ ਉਹ ਕਿਤਾਬ ਜਾ ਰਹੀ ਹੈ ਤੇ ਰਿਕਾਰਡ ਕਾਫੀ ਤੋੜ ਰਹੀ ਹੈ। ਬਿਲਕੁਲ ਤਰਨ, ਸਾਈਮਨ ਐਂਡ ਸ਼ੂਸਟਰ ਇਹਨਾਂ ਨੇ ਪਬਲਿਸ਼ ਕੀਤੀ ਹੈ ਕਿਤਾਬ। ਇਹ ਪਹਿਲੇ ਦਿਨ ਜੀ
9,50,000 ਕਾਪੀਆਂ ਵਿਕੀਆਂ ਨੇ ਇਹਦੀਆਂ ਆਨਲਾਈਨ ਜਾਂ ਦੂਸਰੀਆਂ ਬੁੱਕਸ ਜਿਹੜੀਆਂ ਵਿਕੀਆਂ ਨੇ ਇੰਨੀਆਂ। ਇਹ ਸਾਈਮਨ ਐਂਡ ਸ਼ੂਸਟਰ ਉਹ ਕਹਿੰਦੇ ਵੀ ਸਾਡੇ ਕਦੇ ਪਬਲਿਸ਼ਰ ਸਾਡੇ ਕਦੇ ਵੀ ਇੰਨੀ ਕੋਈ ਵੀ ਕਿਤਾਬ ਨਹੀਂ ਮਿਲਿਆ ਇੰਨੀ ਛੇਤੀ ਇਹ ਜੀ ਨਹੀਂ ਵਿਕੀ। ਇੱਕ ਹੋਰ ਕਿਤਾਬ ਜਿਹੜੀ ਜੌਨ ਬੋਲਟਨ ਸਾਹਿਬ ਦੀ ਸੀ ਉਹ ਵੀ ਸਾਈਮਨ ਐਂਡ ਸ਼ੂਸਟਰ ਨੇ ਵਰਤੀ ਹੈ ਜੀ, ਉਸ ਦੂਜੇ ਨੰਬਰ ਤੇ ਹੈ ਜੀ ਇਸ ਵੇਲੇ। ਸੋ ਇੱਕ ਗੱਲ ਜ਼ਰੂਰ ਹੈ ਜਿਹੜੀ ਟਰੰਪ ਸਾਹਿਬ ਨੇ ਉਹਨਾਂ ਨੇ ਲੋਕਾਂ ਨੂੰ ਪੜ੍ਹਨ ਜ਼ਰੂਰ ਲਾਤਾ। ਜਿਹੜਾ ਕੋਈ ਨਹੀਂ ਵੀ ਪੜ੍ਹ ਕੇ ਰਾਜੀ ਸੀਗਾ ਉਹ ਇਹ ਕਿਤਾਬਾਂ ਨੂੰ ਲੈ ਰਹੇ ਜਿਹਨੇ ਖਰੀਦ ਰਹੇ ਨੇ, ਧੜਾ ਵਿਕ ਰਹੀਆਂ ਨੇ। ਔਰ ਜਿਹੜੇ ਟਰੰਪ ਸਾਹਿਬ ਤੇ ਮੇਰੇ ਖਿਆਲ 2 ਜਾਂ 3 ਕਿਤਾਬਾਂ ਹੋਰ ਵੀ ਆਈਆਂ ਨੇ, ਉਹਨਾਂ ਦੀ ਸੇਲਸ ਵੀ ਐਵੇਂ ਗਈਆਂ ਨੇ। ਪਰ ਜਿਹੜੀ ਇਹਨਾਂ ਦੀ ਭਤੀਜੀ ਦੀ ਸੇਲ ਹੈ ਸਭ ਤੋਂ ਵੱਧ ਇਹ ਵਿਕਣ ਵਾਲੀ ਇਸ ਵੇਲੇ ਕਿਤਾਬ ਹੈਗੀ ਹੈ ਜੀ। ਔਰ ਹਾਲਾਂਕਿ ਇਹਦੀ ਭਤੀਜੀ ਦੇ ਉੱਤੇ ਟਰੰਪ ਦੇ ਦੂਸਰੇ ਭਰਾ ਨੇ ਕੇਸ ਵੀ ਕੀਤਾ ਸੀਗਾ ਵੀ ਜਿਹੜੀ ਵੀ ਕੋਈ ਗੱਲ ਅਸੀਂ ਬਾਹਰ ਕਰਨੀ ਹੈ ਪਹਿਲਾਂ ਪਰਿਵਾਰ ਨੂੰ ਪੁੱਛ ਕੇ ਫਿਰ ਅਗਲਾ ਬਾਹਰ ਜਾ ਕੇ ਗੱਲ ਕਰ ਸਕਦਾ। ਉਹਨਾਂ ਨੇ ਇਹ ਕੇਸ ਕੀਤਾ ਸੀ ਵੀ ਉਹਨੇ ਬਿਨਾਂ ਪੁੱਛੇ ਸਾਡੇ ਇਹ ਗੱਲ ਕੀਤੀ ਹੈ। ਕੁਛ ਬਲੌਕ ਨਹੀਂ ਜੀ ਹੋਇਆ, ਕੁਛ ਨਹੀਂ ਹੋਇਆ ਜੀ। ਉਹਨੂੰ ਸਮਾਂ ਕਿ ਉਹਨੂੰ ਹੋਰ ਐਡਵਰਟਾਈਜ਼ਮੈਂਟ ਮਿਲੀ ਹੈ ਐਂਡ ਸ਼ੀ ਇਜ਼ ਅਰਨਿੰਗ ਅ ਲਾਟ। ਸ਼ੀ ਇਜ਼ PhD ਐਕਚੁਅਲੀ। ਬਿਲਕੁਲ ਸਰ, ਉਹ ਕਹਿੰਦੇ ਕਿ ਜਿਹੜੇ ਉਹਨਾਂ ਨੂੰ ਹੁਣ ਟਰੰਪ ਸਾਹਿਬ ਨੂੰ ਡਿਸਲਾਈਕ ਕਰਦੇ ਨੇ ਉਹ ਇਸ ਲਈ ਖਰੀਦਣਗੇ ਕਿ ਉਹਨਾਂ ਦੇ ਨੈਗੇਟਿਵ ਪੱਖ ਨੂੰ ਜਾਣ ਸਕਣ, ਜਿਹੜੇ ਉਹਨਾਂ ਨੂੰ ਪਸੰਦ ਕਰਦੇ ਨੇ ਉਹ ਇਸ ਲਈ ਖਰੀਦਣਗੇ ਕਿ ਉਹਨਾਂ ਨੂੰ ਹੋਰ ਜ਼ਿਆਦਾ ਉਹਨਾਂ ਨੂੰ ਜਾਣ ਸਕਣ। ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਤਰਨ। ਐਕਚੁਅਲੀ ਜਿਹੜੇ ਟਰੰਪ ਸਾਹਿਬ ਦੇ ਸਪੋਰਟਰ ਆ ਉਹ ਵੀ ਖਰੀਦ ਰਹੇ ਨੇ, ਉਹ ਜਾਣਨਾ ਚਾਹੁੰਦੇ ਵੀ ਟਰੰਪ ਸਾਹਿਬ ਐਕਚੁਅਲੀ ਹੈ ਕੀ ਆ, ਇਸ ਚੀਜ਼ ਨੂੰ ਪੜ੍ਹਨਾ ਚਾਹੁੰਦੇ ਆ। ਜਿਹੜੇ ਅਗੇਂਸਟ ਆ ਉਹ ਤਾਂ ਲੈਣਗੇ। ਸੋ ਉਹਦੀ ਦੁਨੇ ਹੱਥੀ ਲੱਡੂ ਹੈ, ਉਹਦੇ ਦੋਨੇ ਪਾਸੇ ਇਹ ਚੀਜ਼ ਵਿਕ ਰਹੀ ਹੈ। ਇਸੇ ਕਰਕੇ ਸਾਈਮਨ ਸ਼ੂਸਟਰ ਵਾਲੇ ਜਿਹੜੇ ਪਬਲਿਸ਼ਰ ਉਹ ਉਦੋਂ ਵੀ ਖੁਸ਼ ਨੇ ਜੀ, ਉਹਨਾਂ ਦੀ ਕਿਤਾਬ ਵਿਕ ਰਹੀ ਹੈ। ਬਿਲਕੁਲ, ਪਰ ਉਧਰ ਟਰੰਪ ਸਾਹਿਬ ਖੁਸ਼ ਨਹੀਂ ਹੈਗੇ ਕਿਉਂਕਿ ਇਸ ਵਕਤ ਜਿਵੇਂ ਦੇਖ ਰਹੇ ਹਾਂ ਅਸੀਂ ਪੋਲਸ ਦੇ ਵਿੱਚ ਮਿਸਟਰ ਬਾਈਡਨ ਤੋਂ ਕਾਫੀ ਨੀਚੇ ਜਾ ਰਹੇ ਨੇ। ਅਜਿਹੇ ਵਿੱਚ ਉਹ ਆਪਣੀ ਕੈਂਪੇਨ ਮੈਨੇਜਰ ਤੋਂ ਖੁਸ਼ ਨਹੀਂ ਹੈਗੇ। ਸੁਣਿਆ ਕਿ ਉਹਨਾਂ ਨੇ ਉਹ ਵੀ ਬਦਲ ਦਿੱਤੇ ਨੇ। ਬਿਲਕੁਲ ਜੀ, ਉਹਨਾਂ ਨੇ ਆਪਦਾ ਕੈਂਪੇਨ ਮੈਨੇਜਰ ਬਦਲਤਾ ਜੀ। ਉਹ ਕਿਉਂਕਿ ਨਿੱਤ ਥੱਲੇ ਜਾ ਰਹੇ ਨੇ ਜੀ। ਇੱਕ ਬੰਦਾ ਨਹੀਂ ਉਹ ਬਦਲ ਸਕਦੇ ਜਿਹੜਾ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਟਰਬਲ ਦੇਵੇਗਾ, ਉਹ ਉਹਨਾਂ ਦਾ ਜਵਾਈ ਹੈ। ਜਵਾਈ ਹਰ ਚੀਜ਼ ਦੇ ਉੱਤੇ ਕਾਬੂ ਰੱਖਿਆ ਉਹਦਾ ਜੀ। ਜਿਹੜੀ ਆਹ ਕੈਂਪੇਨ ਵੀ ਹੈ, ਹਾਲਾਂਕਿ ਉਹ ਕੈਂਪੇਨ ਆਫਿਸ ਵਿੱਚ ਨਹੀਂ ਜਾਂਦਾ ਪਰ ਉਹ ਆਪਦੇ ਆਫਿਸ 'ਚ ਬੈਠਾ ਹੀ ਇਸ ਚੀਜ਼ ਨੂੰ ਕੰਟਰੋਲ ਕਰਦਾ। ਜੋ ਉਹ ਚਾਹੁੰਦਾ ਉਹ ਹੋ ਰਿਹਾ ਹੈ। ਉਹਨੂੰ ਇੰਨਾ ਅਜੇ ਤਜਰਬਾ ਨਹੀਂ ਹੈਗਾ ਕਿਉਂਕਿ ਉਹ ਇੱਕ ਪਾਸੇ ਦਾ ਹੀ ਉਹਦੇ ਕਰਕੇ ਹੀ ਤਰਨ ਜਿਹੜੀ ਇਜ਼ਰਾਈਲ ਦੀ ਰਾਜਧਾਨੀ ਹੈ ਉਹਦਾ ਬਹੁਤ ਵੱਡਾ ਹੱਥ ਹੈ। ਉਹਨੂੰ ਜਰੂਸਲਮ ਦੇ ਮੰਨਿਆ ਗਿਆ, US ਨੇ ਇਸ ਗੱਲ ਨੂੰ ਮੰਨਿਆ, ਬਾਕੀ ਹਲੇ ਦੁਨੀਆ ਮੰਨਣ ਨੂੰ ਤਿਆਰ ਨਹੀਂ। ਹੁਣ ਤੋਂ ਪਹਿਲੀਆਂ ਐਡਮਿਨਿਸਟ੍ਰੇਸ਼ਨਸ ਜਿੰਨੀਆਂ ਵੀ ਸੀਗੀਆਂ US ਵਾਲੀਆਂ, ਕਿਸੇ ਨੇ ਵੀ ਜਰੂਸਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਨਹੀਂ ਮੰਨਿਆ ਸੀਗਾ। ਪਰ ਇਹ ਜੈਰਡ ਕੁਸ਼ਨਰ ਜੋ ਉਹਦਾ ਨਾਮ, ਉਹਦਾ ਹੱਥ ਇਸ ਗੱਲ 'ਚ ਬਹੁਤ ਵੱਡਾ ਕਿਉਂਕਿ ਹੀ ਬਿਲੋਂਗਸ ਟੂ ਜੂਇਸ਼ ਕਮਿਊਨਿਟੀ। ਔਰ ਉਹਦੇ ਕਰਕੇ ਜਦ ਤੱਕ ਉਹਦੀ ਚੱਲਦੀ ਹੈ ਮੈਨੂੰ ਨਹੀਂ ਲੱਗਦਾ ਟਰੰਪ ਸਾਹਿਬ ਦੀ ਜਿਹੜੀ ਕੈਂਪੇਨ ਹੈ ਇਹ 'ਚ ਕੋਈ ਫਰਕ ਆਵੇਗਾ। ਇਹਨਾਂ ਨੂੰ ਜਾਂ ਤਾਂ ਕੋਈ ਬਾਈਡਨ ਸਾਹਿਬ ਕੋਈ ਵੱਡੀ ਗਲਤੀ ਕਰਨ ਤਾਂ ਐਸੀ ਗੱਲ ਹੋਏਗੀ, ਜਾਂ ਕਿਤੇ ਕੋਈ ਐਸੀ ਗੱਲ ਨੰਬਰ ਹੀ ਚੰਗੇ ਆਉਣ ਲੱਗ ਜਾਣ ਕਿ ਟਰੰਪ ਸਾਹਿਬ ਨੂੰ ਉਹਦੇ ਪੋਜ਼ਿਟਿਵ ਸਾਈਨਸ ਮਿਲਣ ਲੱਗ ਜਾਣ। ਲੱਗਦਾ ਅਜੇ ਤੱਕ ਤਾਂ ਕੋਈ ਲੱਗਦਾ ਨਹੀਂ ਕਿ ਟਰੰਪ ਸਾਹਿਬ ਕਿਸੇ ਹਿਸਾਬ ਦੇ ਵਿੱਚ ਅਜੇ ਪੋਲਸ ਦੇ ਵਿੱਚ ਅੱਗੇ ਜਾ ਰਹੇ ਨੇ। ਪਰ ਸ਼ਾਇਦ ਥੋੜੀ ਜਿਹੀ ਹੁਣ ਇਵੇਂ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਨੇ। H1B ਵੀਜ਼ਾ ਧਾਰਕਾਂ ਨੂੰ ਕੁਝ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਸੀ, ਹੁਣ ਇਹ ਦੇਖ ਰਹੇ ਸੀ ਉਹ ਬੈਨ ਤੇ ਬੈਨ ਲਗਾ ਰਹੇ ਨੇ। ਪਰ ਹੁਣ ਥੋੜੇ ਜਿਹੇ ਆਪਣੇ ਬੈਨਸ ਦੇ ਵਿੱਚ ਥੋੜੇ ਜਿਹੇ ਸੁਧਾਰ ਵੀ ਕਰ ਰਹੇ ਨੇ। H1B ਵੀਜ਼ਾ ਧਾਰਕਾਂ ਨੇ ਥੋੜੀ ਜਿਹੀ ਖੁਸ਼ਖਬਰੀ ਇੱਥੇ ਜ਼ਰੂਰ ਸਾਂਝੀ ਕਰਨਾ ਚਾਹਾਂਗੇ ਜਿਹੜੀ ਆਈ ਹੈ। ਇਹ ਬੜੀ ਵੱਡੀ ਖਬਰ ਹੈ ਤਰਨ, ਨਿਕਲ ਗਈ ਚੁੱਪ ਚੁਪੀਤੇ ਹੀ ਹੈ ਪਰ ਆਪਾਂ ਇਹ ਖਬਰ ਆਏਗੀ ਹੈ ਜੀ। ਜਿਨ੍ਹਾਂ ਕੋਲ ਵੀ H1B ਵੀਜ਼ਾ ਹੈਗਾ ਉਹਨਾਂ ਦੇ ਪਾਰਟਨਰਸ, ਉਹਨਾਂ ਦੇ ਸਪਾਊਸਸ ਉਹ ਬੈਨ ਕਰ ਦਿੱਤਾ ਗਿਆ ਸੀ, ਰੋਕ ਦਿੱਤਾ ਗਿਆ ਸੀ ਉਹਨਾਂ ਨੂੰ US 'ਚ ਆਉਣ ਤੋਂ। ਅੱਜ US ਐਡਮਿਨਿਸਟ੍ਰੇਸ਼ਨ ਨੇ ਇਹ ਨਵੀਂ ਇੰਸਟਰਕਸ਼ਨਸ ਜਾਰੀ ਕੀਤੀਆਂ ਨੇ ਜੀ ਕਿ H1B ਵੀਜ਼ਾ ਵਾਲੇ ਤੇ ਇੱਕ ਜਿਹੜੇ ਲੇਬਰ ਵਾਲਾ ਵੀਜ਼ਾ, ਮੈਨੂੰ ਉਹਦਾ ਨਾਮ ਭੁੱਲ ਗਿਆ ਜੀ, ਉਹ ਦੋਨਾਂ ਦੇ ਜਿਹੜੇ ਸਪਾਊਸਸ ਜਾਂ ਪਾਰਟਨਰਸ ਇੰਡੀਆ 'ਚ ਪਿੱਛੇ ਰਹਿ ਗਏ ਸੀਗੇ, ਉਹ ਜਦੋਂ ਆਫਿਸਿਸ ਖੁੱਲ੍ਹ ਗਏ, ਇਹ ਕੰਡੀਸ਼ਨ ਹੈ ਜੀ, ਜਦੋਂ US ਦੇ ਆਫਿਸਿਸ ਖੁੱਲ੍ਹ ਗਏ ਉਦੋਂ ਉਹ ਸਾਰਿਆਂ ਨੂੰ US ਦੇ ਵਿੱਚ ਆਉਣਾ ਅਲਾਉਡ ਕਰਨਗੇ। ਇਹ ਤਾਂ ਆਪਣੇ ਲੋਕਾਂ ਵਾਸਤੇ ਬੜੀ ਵੱਡੀ ਖੁਸ਼ਖਬਰੀ ਹੈ ਜੀ। ਤੁਸੀਂ US ਦੇ ਵਿੱਚ ਆਪਣੇ ਪਾਰਟਨਰਸ ਕੋਲੇ ਆ ਕੇ ਰਹਿ ਸਕੋਗੇ ਉਹਨਾਂ ਨਾਲ। ਬਿਲਕੁਲ ਜੀ, ਬਾਕੀ ਦੀ ਪੂਰੀ ਇਨਫੋਰਮੇਸ਼ਨ ਆਪਾਂ ਸੋਮਵਾਰ ਨੂੰ ਨਿਊਜ਼ ਜ਼ਰੂਰ ਦਵਾਂਗੇ ਕਿਉਂਕਿ ਇਮੀਗ੍ਰੇਸ਼ਨ ਦਾ ਮੈਟਰਸ ਪ੍ਰੋਗਰਾਮ ਹੁੰਦਾ ਸੋਮਵਾਰ ਨੂੰ ਆਪਾਂ ਅਮਰੀਕੀ ਇਮੀਗ੍ਰੇਸ਼ਨ ਉੱਤੇ ਕਰਾਂਗੇ। ਸੋ ਵਧੇਰੇ ਜਾਣਕਾਰੀ ਤਦ ਤੱਕ ਹੋਰ ਪੁਖਤਾ ਹੋ ਜਾਏਗੀ, ਉਦੋਂ ਅਸੀਂ ਵਧੇਰੇ ਜਾਣਕਾਰੀ ਸਾਂਝੀ ਕਰਾਂਗੇ। ਸਰ ਇਸ ਤੋਂ ਬਾਅਦ ਅਗਲੀ ਗੱਲ ਕਰੀਏ ਤਾਂ ਪੈਂਟਾਗਨ ਨੇ ਟਰੰਪ ਸਾਹਿਬ ਤੋਂ ਪੁੱਛੇ ਬਿਨਾਂ, ਵੈਸੇ ਤਾਂ ਕੋਈ ਉੱਥੇ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਪਤਾ ਵੀ ਨਹੀਂ ਹਿੱਲਦਾ, ਪਰ ਸੁਣਿਆ ਕਿ ਉਹਨਾਂ ਨੂੰ ਪੁੱਛੇ ਬਿਨਾਂ ਜਿਹੜੇ ਕਨਫੈਡਰੇਟ ਫਲੈਗਸ ਜਿਹੜੇ ਨੇ ਉਹ ਬੈਨ ਕਰ ਦਿੱਤੇ ਨੇ। ਹਾਂ ਤਰਨ, ਇਹ ਨਾ ਕਨਫੈਡਰੇਟ ਫਲੈਗ ਹੈ, ਇਹ ਫਲੈਗ ਉਹ ਹੈ, ਅੱਗੇ ਆਪਾਂ ਗੱਲ ਕੀਤੀ ਸੀ ਮੈਂ ਹਫ਼ਤੇ ਤੱਕ ਪਹਿਲਾਂ,
13 ਸਟੇਟਸ ਐਸੀਆਂ ਸੀਗੀਆਂ ਜਿਹੜੀਆਂ ਕਿ ਨਾਲ ਰਲਦੀਆਂ ਨਹੀਂ ਸੀਗੀਆਂ, ਜਿਹੜੀਆਂ ਕਿ ਜਦੋਂ ਇਹ ਆਜ਼ਾਦ ਹੋਇਆ ਆਪਣੇ ਅਮਰੀਕਾ, 13 ਸਟੇਟਸ ਨੂੰ ਫਿਰ ਇਹ ਰਲਾਇਆ ਗਿਆ। ਉਹ ਕਨਫੈਡਰੇਟ ਸਟੇਟਸ ਕਹਾਉਂਦੀਆਂ ਨੇ, ਉਹਨਾਂ ਦਾ ਇੱਕ ਵੱਖਰਾ ਝੰਡਾ ਜੀ। ਤੁਸੀਂ ਉਹ ਜਿੱਥੇ ਵੀ ਲੱਗਿਆ ਤਾਂ ਇਸ ਕਾਈਂਡ ਆਫ ਰੇਸਿਸਟ ਝੰਡਾ, ਰੇਸਿਜ਼ਮ ਨੂੰ ਉਹ ਬਿਲੋਂਗ ਕਰਦਾ। ਔਰ ਬਹੁਤੀਆਂ ਬਿਲਡਿੰਗਸ ਦੇ ਉੱਤੋਂ ਇਸ ਵੇਲੇ, ਹਾਲਾਂਕਿ ਟਰੰਪ ਸਾਹਿਬ ਨੂੰ ਇਸ ਗੱਲ ਦਾ ਇਤਰਾਜ਼ ਹੋਇਆ ਸੀਗਾ ਵੀ ਕਨਫੈਡਰੇਟ ਝੰਡਾ ਲੈਣਾ ਨਹੀਂ ਚਾਹੀਦਾ, ਪਰ ਪੈਂਟਾਗਨ ਨੇ ਇਹ ਇੱਕ ਨਵਾਂ ਜਿਹੜਾ ਡਿਫੈਂਸ ਸੈਕਟਰੀ ਹੈ ਜੀ, ਉਹਨੇ ਹੁਕਮ ਜਾਰੀ ਕੀਤਾ, ਉਹਦੇ 'ਚ ਕਨਫੈਡਰੇਟ ਝੰਡਾ ਬੈਨ ਨਹੀਂ ਕੀਤਾ ਹੈ, ਪਰ ਉਹ ਨਵੀਂ ਲਿਸਟ ਆਈ ਆ, ਉਹ ਲਿਸਟ ਦੇ ਵਿੱਚ ਕਨਫੈਡਰੇਟ ਝੰਡਾ ਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਲਿਸਟ ਦਿੱਤੀ ਹੈ ਜਿਹਦੇ ਵਿੱਚ ਕਿ US ਦਾ ਝੰਡਾ ਲਾ ਸਕਦਾ, US ਦੀ ਸਟੇਟ ਦਾ ਝੰਡਾ ਲੱਗ ਸਕਦਾ, ਜਾਂ ਕੁਝ ਇੱਕ ਦੋ ਹੋਰ ਹੈਗੇ ਨੇ, ਪਰ ਉਸ ਲਿਸਟ ਦੇ ਵਿੱਚ ਨਵੀਂ ਲਿਸਟ ਜਾਰੀ ਹੋਈ, ਉਹ ਲਿਸਟ ਦੇ ਵਿੱਚ ਕਨਫੈਡਰੇਟ ਜਿਹੜਾ ਝੰਡਾ ਹੈਗਾ ਉਹ ਨਹੀਂ ਲਾ ਹੋਏਗਾ। ਕਿਉਂਕਿ ਤਰਨ ਚਾਹੇ ਕੁਝ ਵੀ ਹੈ, ਜਿਹੜੀ ਪੈਂਟਾਗਨ ਹੈ, ਪੈਂਟਾਗਨ ਦੇ ਵਿੱਚ ਸਾਰੀਆਂ ਨਸਲਾਂ ਦੇ ਲੋਕ ਕੰਮ ਕਰਦੇ ਨੇ। ਪੈਂਟਾਗਨ ਇਹਨਾਂ ਦੀ ਡਿਫੈਂਸ ਦੀ ਬਹੁਤ ਵੱਡੀ ਸੰਸਥਾ ਹੈ, ਤਾਂ ਉਹ ਬਿਲਡਿੰਗ ਇੰਨੀ ਵੱਡੀ ਹੈ, ਉਹਦੀਆਂ 5 ਹੈਗੀਆਂ ਨੇ, ਉਹਦੀਆਂ 5 ਕੰਧਾਂ ਨੇ, ਉਹਦੇ ਵਿੱਚ ਬਣਾਇਆ ਹੈ, ਇਸ ਕਰਕੇ ਉਹਨੂੰ ਪੈਂਟਾਗਨ ਕਹਿੰਦੇ ਆ ਜੀ। ਆਪਾਂ ਅੱਗੇ ਵੀ ਗੱਲ ਕੀਤੀ, ਜਿਹੜੀ ਸੂਬੇ ਦੇ ਵਿੱਚ ਉਹ ਸੀਗਾ ਪੈਂਟਾਗਨ ਦੀ ਬਿਲਡਿੰਗ ਬਣੀ ਹੋਈ ਹੈ ਤਰਨ, ਜਦੋਂ ਉਹ ਬਿਲਡਿੰਗ ਬਣ ਰਹੀ ਸੀਗੀ ਉਸ ਵੇਲੇ ਉੱਥੇ ਕਾਲਿਆਂ ਤੇ ਗੋਰਿਆਂ ਦਾ ਵੱਖਰਾਪਨ ਸੀਗਾ। ਪੈਂਟਾਗਨ ਦੇ ਅਜੇ ਵੀ ਉਸ ਵੇਲੇ ਜਿਹੜਾ ਡਿਜ਼ਾਈਨ ਦੇ ਵਿੱਚ ਵਾਸ਼ਰੂਮ ਬਣਾਏ ਗਏ ਸਨ ਕਾਲੇ ਲੋਕਾਂ ਵਾਸਤੇ ਤੇ ਗੋਰੇ ਲੋਕਾਂ ਵਾਸਤੇ। ਹਰ ਥਾਂ ਤੇ ਮਰਦਾਂ ਦੇ 2 ਵਾਸ਼ਰੂਮ ਨੇ, ਔਰਤਾਂ ਦੇ 2 ਵਾਸ਼ਰੂਮ ਨੇ, ਇੱਕ ਕਾਲਿਆਂ ਵਾਸਤੇ ਇੱਕ ਮਰਦਾਂ ਵਾਸਤੇ। ਵੈਸੇ ਹੁਣ ਸਾਰੇ ਦੇ ਸਾਰੇ ਵਰਤੇ ਜਾਂਦੇ ਨੇ, ਪਰ ਜਦੋਂ ਉਹ ਡਿਜ਼ਾਈਨ ਕੀਤਾ ਗਿਆ ਸੀ ਉਦੋਂ, ਔਰ ਥੋੜੀ ਦੇਰ ਦੀ ਗੱਲ ਹੀ ਆ, 50 ਸਾਲ ਵੀ ਨਹੀਂ ਹੋਏ ਹੋਣੇ, ਉਦੋਂ ਦੀ ਗੱਲ ਆ। ਦੇਖ ਲਓ ਡਿਜ਼ਾਈਨ ਕੀਤਾ ਗਿਆ ਸੀ, ਤੇ ਅਸੀਂ ਕਹਿੰਦੇ ਹਾਂ ਅਜੇ ਰੇਸਿਜ਼ਮ ਹੈ ਨਹੀਂਗਾ, ਅਜੇ ਵੀ ਰੇਸਿਜ਼ਮ ਹੈ। ਬਿਲਕੁਲ ਸਰ, ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰ ਲਈਏ, ਖਾਸ ਤੌਰ ਤੇ ਆਸਟ੍ਰੇਲੀਆ ਤੋਂ, ਅਸੀਂ ਇੱਥੇ ਕੈਨੇਡਾ ਦੀ ਗੱਲ ਕਰਦੇ, ਇੱਕ ਵੱਡਾ ਇਸ ਵਕਤ ਹੱਬ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਲਈ। ਪੈਂਡੈਮਿਕ ਦੇ ਦੌਰਾਨ ਉਹਨਾਂ ਦੇ ਪਰਿਵਾਰ ਵਾਲੇ ਵੀ ਚਿੰਤਿਤ ਸਨ, ਤੇ ਖੁਦ ਇੰਟਰਨੈਸ਼ਨਲ ਸਟੂਡੈਂਟਸ ਵੀ ਇਸ ਗੱਲ ਨੂੰ ਲੈ ਕੇ ਥੋੜੇ ਚਿੰਤਿਤ ਸੀ ਕਿ ਜੌਬਸ ਜਾ ਰਹੀਆਂ ਨੇ, ਅਜਿਹੇ ਵਿੱਚ ਆਪਣਾ ਗੁਜ਼ਾਰਾ ਕਿੱਦਾਂ ਕਰ ਸਕਦੇ ਆ। ਪਰ ਆਸਟ੍ਰੇਲੀਆ ਦੇ ਵਿੱਚ ਕਈ ਸਟੂਡੈਂਟਸ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਆ, ਉਹਨਾਂ ਨੇ ਕਿਸੇ ਸੰਸਥਾ ਉੱਤੇ ਨਿਰਭਰ ਨਹੀਂ ਰਹੇ ਹੈਗੇ, ਕਿਸੇ ਉੱਤੇ ਨਿਰਭਰ ਨਹੀਂ ਰਹੇ, ਬਲਕਿ ਖੁਦ ਹੁਣ ਸੈਨੀਟਾਈਜ਼ਰ ਵੇਚ ਕੇ ਜਿਹੜਾ ਆ ਆਪਣਾ ਗੁਜ਼ਾਰਾ ਕਰ ਰਹੇ ਨੇ। ਤਰਨ ਦੇਖੋ, ਲੋਡ ਕਾਰਡ ਦੀ ਮਾਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ, ਔਰ ਇਹ ਚੰਗੀ ਗੱਲ ਹੈ। ਤੁਹਾਨੂੰ ਠੀਕ ਹੈ, ਜਿਹੜੀਆਂ ਉੱਥੇ ਸੰਸਥਾਵਾਂ ਨੇ ਜਿਹੜੀਆਂ ਫੂਡ ਪ੍ਰੋਵਾਈਡ ਕਰ ਰਹੀਆਂ ਨੇ, ਆਪਣੀਆਂ ਸੰਸਥਾਵਾਂ ਨੇ, ਉੱਥੋਂ ਦੀਆਂ ਲੋਕਲ ਸੰਸਥਾਵਾਂ ਨੇ, ਹਰ ਜਗ੍ਹਾ ਤੇ ਵੀ ਆਈਆਂ, ਪਰ ਇਹ ਕੁਝ ਸਟੂਡੈਂਟਸ ਨੇ ਇਹ ਗੱਲ ਬੜੀ ਚੰਗੀ ਕੀਤੀ ਹੈ ਜੀ। ਸੈਨੀਟਾਈਜ਼ਰ, ਇਸ ਵੇਲੇ ਸੈਨੀਟਾਈਜ਼ਰ ਡਿਮਾਂਡ ਸੈਨੀਟਾਈਜ਼ਰ ਵੇਚਣ, ਕਿਉਂਕਿ ਉਹ ਆਨਲਾਈਨ ਕੰਮ ਆਪਦੇ ਪੜ੍ਹਦੇ ਨੇ ਜੀ, ਉਹਨਾਂ ਕੋਲ ਸਮਾਂ ਹੈਗਾ, ਸੋ ਇਹ ਵੇਚ ਕੇ ਆਪਦਾ ਗੁਜ਼ਾਰਾ ਕਰ ਰਹੇ ਨੇ, ਵਿਚ ਇਜ਼ ਅ ਨਾਈਸ ਟ੍ਰੈਂਡ। ਹਾਲਾਂਕਿ ਇਕੱਲੇ ਇਹ ਜੇ ਥੋੜੇ ਹੋਣਗੇ ਜੀ ਜਿਹੜੇ ਚੀਕਾਂ ਪਾਉਣ ਵਾਲੇ ਜ਼ਿਆਦੇ ਆ ਜੀ, ਜਿਹੜੇ ਅਖੀਰ ਮੈਂ ਫਿਰ ਮਕਲਾਗਨ ਤੇ ਸਟੀਲ ਵਾਲੀ ਗੱਲ ਕਰ ਲੈਂਦਾ ਜੀ, ਉੱਥੇ ਹੁਣ ਪੁਲਿਸ ਦੀ ਅੱਗੇ ਨਾਲ ਵੱਧ ਗਈ ਹੈ ਭਾਈ, ਪ੍ਰੈਜ਼ੈਂਸ ਤੋਂ ਖਿਆਲ ਰੱਖਿਆ ਕਰੋ। ਕਾਫੀ ਥਾਵਾਂ ਤੇ ਵੱਧ ਗਈ ਸਰ। ਅਸੀਂ ਹੁਣ ਜਿਵੇਂ ਸ਼ਾਮ ਨੂੰ ਘਰ ਵੱਲ ਨੂੰ ਜਾਂਦੇ ਹਾਂ, ਮੋਸਟਲੀ ਕਈ ਦੇਖਦੇ ਹਾਂ ਅਸੀਂ ਪਲਾਜ਼ਾਸ ਦੇ ਵਿੱਚ, ਇੱਕ ਪਲਾਜ਼ਾ ਦੇ ਵਿੱਚ ਤਾਂ 6 ਗੱਡੀਆਂ ਲਗਾਤਾਰ ਪੁਲਿਸ ਦੀਆਂ ਇਕੱਠੀਆਂ ਖੜੀਆਂ ਸੀਗੀਆਂ, ਵੇਖ ਕੇ ਅਸੀਂ ਵੀ ਹੈਰਾਨ ਹੋ ਗਏ ਕਿ ਹੁਣ ਇੰਨੀ ਜ਼ਿਆਦਾ ਮਤਲਬ ਪੁਲਿਸ ਨੇ ਗਸ਼ਤ ਵਧਾ ਦਿੱਤੀ ਹੈ। ਦੇਖੋ, ਜਦੋਂ ਤਰਨ ਲੋਕ ਕੰਪਲੇਂਟ ਕਰਨ ਲੱਗ ਜਾਣ, ਲੋਕਲ ਲੋਕ ਕੰਪਲੇਂਟ ਕਰਨ ਲੱਗ ਜਾਣ, ਸੋ ਇਟ ਮੀਨਸ ਸਮਥਿੰਗ ਇਜ਼ ਰੋਂਗ। ਕਿਹਦੇ ਅਗੇਂਸਟ ਕਰ ਰਹੇ ਆ? ਸਮਥਿੰਗ ਇਜ਼ ਰੋਂਗ। ਸੋ ਜਿਹਦੇ ਅਗੇਂਸਟ ਕੰਪਲੇਂਟ ਹੋ ਰਹੀ ਆ, ਉਹਨਾਂ ਨੂੰ ਸਮਝ ਜਾਣਾ ਚਾਹੀਦਾ ਵੀ ਇਹ ਉਹ ਨਹੀਂ ਹੈ ਜਿੱਥੇ ਤੁਸੀਂ ਪਿੱਛੋਂ ਆਏ ਹੋ, ਇਹ ਥਾਂ ਉਹ ਨਹੀਂ ਹੈ ਵੀ ਜੇ ਤੁਹਾਡੀ ਚੱਲਦੀ ਹੈਗੀ ਆ ਤੁਸੀਂ ਸਰਕਾਰੀ ਦਰਬਾਰੇ ਫੋਨ ਕਰਕੇ ਕਹਿ ਦੇਂਗੇ ਜੇ ਫੜ ਲਿਆ ਤਾਂ ਛਡਾ ਲਿਆ ਕਰਾਂਗੇ। ਨਹੀਂ, ਕਾਨੂੰਨ ਮੰਨਣਾ ਪੈਣਾ। ਤੁਸੀਂ ਇੱਥੇ ਆਏ ਹੋ, ਇੱਥੋਂ ਦੇ ਕਾਨੂੰਨ ਦੇ ਮੁਤਾਬਕ ਰਹੋ, ਇੱਥੋਂ ਦੇ ਚੰਗੇ ਸ਼ਹਿਰੀ ਬਣ ਕੇ ਰਹੋ, ਵੈਲਕਮ ਹੋ। ਹਰ ਕੋਈ ਇਵੇਂ ਆਇਆ, ਹਰ ਕੋਈ ਇੱਥੇ ਰਹਿਣ ਵਾਸਤੇ ਆਇਆ, ਹਰ ਕੋਈ ਇਸ ਕੰਟਰੀ ਦੇ ਵਿੱਚ ਹਿੱਸਾ ਪਾਉਣ ਆਇਆ, ਇੱਥੋਂ ਦੀ ਇਕਨੋਮੀ 'ਚ ਹਿੱਸਾ ਪਾਉਣ ਆਇਆ। ਤੁਸੀਂ ਅਗਲੀਆਂ ਜਨਰੇਸ਼ਨਾਂ ਨੂੰ ਇੱਥੇ ਪੈਦਾ ਹੋਣਗੀਆਂ, ਉਹਨਾਂ ਵਾਸਤੇ ਆਏ ਹੋ, ਉਹਨਾਂ ਦਾ ਖਿਆਲ ਰੱਖੋ। ਸੋ ਪਲੀਜ਼ ਜੋ ਕੁਛ ਕਾਨੂੰਨੀ ਆ ਉਹ ਕਰੋ, ਲੋਕਾਂ ਦੇ ਉਲਾਂਭੇ ਨਾ ਲਵੋ। ਪਰ ਸਰ, ਕੱਲ ਆਪਾਂ ਇੱਕ ਨਿਊਜ਼ ਵੀ ਆਪਾਂ ਪੜ੍ਹੀ ਸੀ ਕਿ 30 ਕੈਮਰੇਸ ਲੱਗ ਚੁੱਕੇ ਨੇ ਬ੍ਰੈਂਪਟਨ ਦੇ ਵਿੱਚ ਕਿ ਓਵਰ ਸਪੀਡਿੰਗ ਹੁਣ ਨਾ ਕਰੋ। ਅੱਜ ਦੀ ਇੱਕ ਐਗਜ਼ਾਮਪਲ ਹੈ, ਜਦੋਂ ਅਸੀਂ ਆਫਿਸ ਨੂੰ ਆ ਰਹੇ ਸੀ, ਬਹੁਤ ਤੇਜ਼ ਸਾਡੇ ਕੋਲੋਂ ਦੀ ਇੱਕ ਕਾਰ ਲੰਘੀ ਹੈ ਤੇ ਬਿਲਕੁਲ ਆਵਾਜ਼ਾਂ ਕਰਦੀ ਹੋਈ, ਜਿਵੇਂ ਅਸੀਂ ਕਹਿੰਦੇ ਪਟਾਕੇ ਪਾਉਂਦੀ ਹੋਈ ਲੰਘੀ। ਲਓ ਜੀ, ਤੁਸੀਂ ਗੱਲ ਕੀਤੀ, ਮੈਨੂੰ ਹੁਣੇ ਗੱਲ ਯਾਦ ਆ ਗਈ। ਮੇਰੇ ਕੋਲ ਦੀ ਕਾਰ ਬੜੀ ਤੇਜ਼ ਲੰਘ ਕੇ ਗਈ। ਸੌਰੀ, ਮੇਰੇ ਤੁਹਾਡੇ ਅਗੇਂਸਟ ਕੋਈ ਗੱਲ ਨਹੀਂ ਹੈ ਜੀ, ਮੈਂ ਤੁਹਾਡਾ ਨਾਮ ਲੈ ਲੈਣਾ, ਤੁਹਾਡਾ ਲਾਇਸੈਂਸ ਪਲੇਟ ਨਹੀਂ ਲੈਂਦਾ। ਚਿੱਟੀ ਮਰਸੀਡੀਜ਼ ਹੈ ਜੀ। ਤਰਨ, ਉਹ ਜਿਹੜੀ ਪਿਛਲੀ ਵਿੰਡਸ਼ੀਲਡ ਹੈ ਨਾ, ਉਹਦੇ ਲੈਫਟ ਹੈਂਡ ਦੇ ਉੱਤੇ ਰਾਈਫਲ ਦੀ ਸਟਿੱਕਰ ਆ ਜੀ, ਵਾਈਟ ਕਰਨ ਦਾ। ਜਿੱਡੀ ਵਿੰਡਸ਼ੀਲਡ ਆ ਓਡਾ ਹੀ ਉਹਨੇ ਲਾਇਆ ਹੈ। ਓਕੇ। ਸਾਡੇ ਇਲਾਕੇ ਦੇ ਪਿੰਡਾਂ ਦਾ ਲਾਸਟ ਨੇਮ ਹੈ ਜੀ, ਉਹ 'ਚ ਲਿਖਿਆ ਹੈ, ਔਰ ਜਾ ਰਹੇ ਆ ਕੀ ਸ਼ੋਅ ਕਰ ਰਹੇ ਹੋ।
ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਤੁਸੀਂ ਜਿਹੜੀ ਉਹ ਮੇਰੇ ਖਿਆਲ ਕਲਾਸ਼ਨਿਕੋਵ ਜਿਹੜੀ ਗਨ ਹੈਗਾ ਉਹ ਹੋਇਆ ਜੀ, ਉਹ ਥੱਲੇ ਜਿਹੜੇ ਮੈਗਜ਼ੀਨ ਲੱਗਦਾ ਉਵੇਂ ਚਿੱਟੇ ਰੰਗ ਦਾ ਉਹ ਲੱਗਿਆ ਹੈ ਜੀ, ਚਿੱਟੀ ਕਾਰ ਹੈ। ਮੈਨੂੰ ਇਸ ਗੱਲ ਦੀ ਸਮਝ ਨਹੀਂ ਤੁਸੀਂ ਸ਼ੋਅ ਕੀ ਕਰਨਾ ਚਾਹੁੰਦੇ ਹੋ, ਕੀ ਦਿਖਾਉਣਾ ਚਾਹੁੰਦੇ ਹੋ? ਤੁਹਾਡੇ ਕੋਲ ਹੈਗੀ ਆ ਉਹ, ਤੁਸੀਂ ਰੱਖ ਨਹੀਂ ਸਕਦੇ ਹੋ ਤੇ ਲਾਇਆ ਕਿਉਂ ਹੋਇਆ ਉਹ, ਕਿਹਨੂੰ ਦਿਖਾ ਰਹੇ ਹੋ? ਕੁਝ ਸੋਚੋ, ਕੁਝ ਸਮਝੋ ਪਲੀਜ਼, ਇਹੋ ਜਿਹੀ ਗੱਲ ਨਾ ਕਰੋ। ਜੋ ਜ਼ਹਿਨ ਦੇ ਵਿੱਚ ਆ ਉਹ ਸਟicker ਦੇ ਜ਼ਰੀਏ ਉਹਦੀ ਕਾਰ ਦੇ ਸ਼ੀਸ਼ੇ ਤੇ ਲੱਗ ਗਿਆ। ਇੱਕ ਕਾਲਰ ਜੁੜ ਚੁੱਕੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਹਾਂ, ਥੈਂਕ ਯੂ। ਹਾਂਜੀ, ਮੈਂ ਜੀ ਪੁੱਛਣਾ ਸੀਗਾ, ਮੇਰੇ ਮੰਮਾ ਇੱਥੇ USA 'ਚ ਗ੍ਰੀਨ ਕਾਰਡ ਹੋਲਡਰ ਨੇ, ਉਹਨਾਂ ਨੇ ਇੰਡੀਆ ਜਾਣਾ, ਮਤਲਬ ਕਦੋਂ ਜਾ ਸਕਦੇ? ਫਲਾਈਟਸ ਮਤਲਬ ਖੁੱਲ ਗਈਆਂ ਨੇ ਜਾਂ ਕਿੱਦਾਂ? ਜੀ ਤੁਸੀਂ ਟੀਵੀ ਸਕਰੀਨ ਤੇ ਜੀ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਆਪਾਂ ਵੈਸੇ ਕੱਲ ਵੀ ਕੀਤੀ ਸੀ ਤੇ ਅੱਜ ਵੀ ਇੱਕ ਲੇਟੈਸਟ ਜਿਹੜੀ ਖਬਰ ਇਹੀ ਆ ਰਹੀ ਹੈ ਕਿ ਇੰਡੀਆ ਨੇ ਜਿਹੜੀਆਂ US, ਫਰਾਂਸ ਤੇ ਜਰਮਨੀ ਲਈ ਜਿਹੜੀਆਂ ਫਲਾਈਟਸ ਜਿਹੜੀਆਂ ਨੇ ਉਹ ਚਲਾਈਆਂ ਨੇ। ਹਾਂਜੀ ਬਿਲਕੁਲ, ਨਵੀਆਂ ਫਲਾਈਟਸ ਸ਼ੁਰੂ ਹੋ ਗਈਆਂ ਨੇ ਜੀ ਤੇ ਤੁਸੀਂ ਮੇਰੇ ਖਿਆਲ 'ਚ ਗ੍ਰੀਨ ਕਾਰਡ ਹੋਲਡਰ ਜਾ ਸਕਦੇ ਹੋ ਜੀ। ਈਵਨ ਜਿਵੇਂ ਅਸੀਂ ਹੁਣੇ ਗੱਲ ਕਰਕੇ ਹਟੇ ਹਾਂ, ਜਿਹੜੇ H1 ਵੀਜ਼ਾ ਵਾਲੇ ਵੀ ਹੈ, ਉਹਨਾਂ ਦੇ ਸਪਾਊਸਸ ਵੀ ਅਲਾਉਡ ਕਰ ਦਿੱਤੇ ਗਏ ਨੇ ਜੀ। ਤੁਸੀਂ ਅਕੋਰਡਿੰਗ ਜਿੰਨਾ ਮੇਰੇ ਖਿਆਲ ਤਰਨ ਮੇਰੇ ਖਿਆਲ ਸ਼ਾਇਦ ਤੁਸੀਂ ਸਹਿਮਤ ਹੋਵੋਗੇ, ਹਜੇ ਜਾ ਸਕਦੇ ਨੇ ਇਹ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ। ਬਿਲਕੁਲ ਜੀ, ਪਰ ਤੁਸੀਂ ਇੱਕ ਵਾਰੀ ਕੰਸਲਟ ਜ਼ਰੂਰ ਕਰ ਲਿਓ ਆਪਣੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਾਲ, ਕਿਉਂਕਿ ਕੁਝ ਜਿਹੜੀਆਂ ਜ਼ਰੂਰੀ ਹਦਾਇਤਾਂ ਜ਼ਰੂਰ ਜਾਰੀ ਕੀਤੀਆਂ ਗਈਆਂ ਨੇ। ਹਰ ਕੋਈ ਟਰੈਵਲ ਨਹੀਂ ਕਰ ਸਕਦਾ। ਜੇਕਰ ਤੁਹਾਨੂੰ ਬਹੁਤ ਕੋਈ ਜ਼ਰੂਰੀ ਕੰਮ ਹੈ ਤਾਂ ਤੁਸੀਂ ਟਰੈਵਲ ਕਰ ਸਕਦੇ ਹੋ। ਬਾਕੀ ਸੋਮਵਾਰ ਨੂੰ 3 ਵਜੇ ਤੁਸੀਂ ਕਾਲ ਕਰ ਸਕਦੇ ਹੋ, ਕਿਉਂਕਿ ਉਦੋਂ ਇਮੀਗ੍ਰੇਸ਼ਨ ਕੰਸਲਟੈਂਟ ਹੀ ਸਾਡੇ ਨਾਲ ਜੁੜਨਗੇ US ਤੋਂ, ਤਾਂ ਉਹ ਤੁਹਾਨੂੰ ਵਧੀਆ ਤਰੀਕੇ ਨਾਲ ਜਾਣਕਾਰੀ ਦੇ ਦੇਣਗੇ। ਇੱਕ ਗੱਲ ਹੋਰ ਜ਼ਰੂਰ ਇਹ ਪਤਾ ਕਰਕੇ ਜਾਇਓ ਵੀ ਤੁਸੀਂ ਵਾਪਸ ਵੀ ਆ ਸਕਦੇ ਹੋ ਕਿ ਨਹੀਂ ਆ ਸਕਦੇ, ਉਹ ਵਾਪਸ ਆਉਣ ਵਾਲੀ ਪ੍ਰੋਬਲਮ ਨਾ ਆਵੇ ਜੀ। ਬਿਲਕੁਲ ਜੀ। ਤੇ ਅਗਲੀ ਖਬਰ ਹੈ ਸਰ, ਆਸਟ੍ਰੇਲੀਆ ਨੇ ਕਹਿੰਦੇ ਕਿ ਇੱਕ ਅਜਿਹੀ ਰਿਸਰਚਰਸ ਨੇ ਇਨਵੈਂਟ ਕੀਤੀ ਹੈ ਇੱਕ ਅਜਿਹੀ ਟੈਕਨੀਕ ਕਿ 20 ਮਿੰਟ ਦੇ ਵਿੱਚ ਤੁਸੀਂ ਬਲੱਡ ਟੈਸਟ ਦੇ ਜ਼ਰੀਏ ਕਰੋਨਾ ਵਾਇਰਸ ਦਾ ਪਤਾ ਲਗਾ ਸਕਦੇ ਹੋ। ਇਹ ਬੜੀ ਵਧੀਆ ਗੱਲ ਹੈ ਤਰਨ। ਦੇਖੋ ਹਰ ਪਾਸੇ ਕੋਸ਼ਿਸ਼ਾਂ ਹੋ ਰਹੀਆਂ ਨੇ, ਇਹ ਕਲੈਕਟਿਵਲੀ ਵਰਲਡ ਕੰਮ ਕਰ ਰਿਹਾ ਇਸ ਕਰੋਨਾ ਦੇ ਉੱਤੇ ਵੀ ਛੇਤੀ ਤੋਂ ਛੇਤੀ ਇਹਦਾ ਵੈਕਸੀਨ ਆਵੇ, ਛੇਤੀ ਤੋਂ ਛੇਤੀ ਇਹਦੇ ਬਾਰੇ ਪਤਾ ਲੱਗੇ, ਇਹਨੂੰ ਚੈੱਕ ਕਿਵੇਂ ਕੀਤਾ ਜਾਣਾ, ਪਹਿਲਾਂ ਚੈੱਕ ਕਰਨਾ ਨਾ। ਇਟਸ ਅ ਗੁੱਡ ਥਿੰਗ ਜਿਹੜੀ ਆਸਟ੍ਰੇਲੀਆ ਨੇ ਕੱਢ ਲਈ ਹੈ ਜੀ 20 ਮਿੰਟਾਂ ਦੇ ਵਿੱਚ। ਉਹ ਤਰਨ ਕੱਲਾ ਤੁਹਾਨੂੰ ਇਹ ਨਹੀਂ ਹੈ ਕਿ ਉਹ ਤੁਹਾਨੂੰ ਦੱਸੇਗਾ ਵੀ ਤੁਹਾਨੂੰ COVID-19 ਹੈ ਜਾਂ ਨਹੀਂ ਹੈਗਾ, ਉਹ ਇਹ ਵੀ ਦੱਸੇਗਾ ਕਿ ਤੁਹਾਨੂੰ ਪਹਿਲਾਂ ਵੀ ਹੋਇਆ ਕਿ ਨਹੀਂ ਹੋਇਆ। ਹਾਂਜੀ, ਇਹ ਉਹਦੀ ਬੜੀ ਵੱਡੀ ਖਾਸੀਅਤ ਹੈ। ਕਈ ਵਾਰੀ ਜਿਹੜੇ ਬੰਦੇ ਕੈਰੀਅਰ ਨੇ, ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਨੂੰ COVID-19 ਹੈ ਜਾਂ ਨਹੀਂ। ਜਿਨ੍ਹਾਂ ਦਾ ਇਮਿਊਨ ਸਿਸਟਮ ਵਧੀਆ, ਬੈਟਰ ਸਿਸਟਮ ਹੈਗਾ ਜੀ, ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ, ਬਟ ਦੇ ਆਰ ਕੈਰੀਅਰਸ, ਤੇ ਉਹਨਾਂ ਨੂੰ ਫਿਰ ਹਟ ਵੀ ਜਾਂਦਾ। ਠੀਕ ਆ, ਪਰ ਇਹ ਜਿਹੜੀ ਟੈਸਟ ਹੈਗਾ ਇਹ ਦੱਸੇਗਾ ਤੁਹਾਨੂੰ ਕਿ ਜੇ ਹੁਣ ਹੈਗਾ ਜਾਂ ਉਦੋਂ ਪਹਿਲਾਂ ਵੀ ਤੁਹਾਨੂੰ ਹੋਇਆ ਸੀ ਜਾਂ ਨਹੀਂ ਹੋਇਆ ਸੀ। ਚੰਗੀ ਗੱਲ ਹੈ ਜੀ, ਹੋਪਫੁਲੀ ਇਹ ਛੇਤੀ ਬਾਕੀ ਥਾਵਾਂ ਤੇ, ਪਰ ਇਹ ਡਿਵੈਲਪਮੈਂਟ ਨੂੰ ਟਾਈਮ ਲੱਗਦਾ ਤਰਨ, ਉਹਦੀ ਕਿਟਸ ਤਿਆਰ ਕਰਨੀਆਂ, ਬਟ ਸਟਿਲ ਇਟਸ ਅਨਦਰ ਗੁੱਡ ਸਟੈਪ ਟੂਵਰਡਸ COVID-19। ਬਿਲਕੁਲ ਜੀ। ਤੇ ਉਧਰ ਸਰ ਆਪਾਂ US ਇਲੈਕਸ਼ਨਸ ਦੀ ਗੱਲ ਕਰ ਰਹੇ ਸੀ। ਆਪਾਂ ਦੇਖ ਰਹੇ ਹਾਂ ਕਿ ਇਸ ਵਕਤ ਵੋਟਰਸ ਨੂੰ ਭਰਮਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਮੇਲ ਵੋਟਰਸ ਨੂੰ ਤਾਂ ਭਰਮਾਇਆ ਹੀ ਜਾ ਰਿਹਾ, ਫੀਮੇਲ ਵੋਟਰਸ ਨੂੰ ਆਪਣੇ ਵੱਲ ਅਟਰੈਕਟ ਕਰਨ ਲਈ ਵੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਵਾਅਦੇ ਕੀਤੇ ਜਾ ਰਹੇ ਨੇ। ਸੁਣਨ ਦੇ ਵਿੱਚ ਆਇਆ ਮਿਸਟਰ ਬਾਈਡਨ ਹੁਣ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਉਹ ਪ੍ਰੈਜ਼ੀਡੈਂਟ ਬਣਦੇ ਨੇ ਤਾਂ ਵਾਈਸ ਪ੍ਰੈਜ਼ੀਡੈਂਟ ਦੀ ਕੁਰਸੀ ਇੱਕ ਔਰਤ ਨੂੰ ਸੌਂਪੀ ਜਾਵੇ। ਬਿਲਕੁਲ ਜੀ, ਐਕਚੁਅਲੀ ਇਹਨਾਂ ਦੇ ਇਸ ਵੇਲੇ ਤਕਰੀਬਨ 10 ਲੇਡੀਜ਼ ਹੈਗੀਆਂ ਨੇ ਜੀ ਲਿਸਟ ਦੇ ਵਿੱਚ, ਜਿਨ੍ਹਾਂ 'ਚ ਕਮਲਾ ਹੈਰਿਸ ਦਾ ਨਾਮ ਵੀ ਹੈ ਜੀ। ਉਹਨਾਂ ਦੇ ਬਾਰੇ ਸੋਚਿਆ ਜਾ ਰਿਹਾ ਹੈ। ਇਹ ਤਾਂ ਪੱਕਾ ਹੈ ਜੀ, ਸਟਿਲ ਨਾਓ, ਕੱਲ ਨੂੰ ਬਦਲ ਜਾਵੇ ਤਾਂ ਕੋਈ ਕਹਿ ਨਹੀਂ ਸਕਦੇ। ਬਾਈਡਨ ਕੈਂਪ ਇਹ ਕਹਿ ਰਿਹਾ ਕਿ ਜੇ ਵਾਈਸ ਪ੍ਰੈਜ਼ੀਡੈਂਟ ਦਾ ਜਿਹੜਾ ਕੈਂਡੀਡੇਟ ਹੋਏਗਾ ਉਹ ਲੇਡੀ ਹੋਏਗੀ। ਲੇਡੀਜ਼ ਦੇ ਅਗੇਂਸਟ ਟਰੰਪ ਸਾਹਿਬ ਤਾਂ ਕੋਈ ਬਹੁਤਾ ਚੰਗਾ ਨਹੀਂ ਬੋਲਦੇ। ਉਹਨਾਂ ਦੀ ਇਸੇ ਕਰਕੇ ਜਿਹੜੀ ਲੇਡੀਜ਼ ਦੇ ਵਿੱਚੋਂ ਉਹਨਾਂ ਦੀ ਵੋਟ ਬੈਂਕ ਵੀ ਘੱਟ ਹੈਗਾ। ਔਰ ਜਿਹੜੇ ਬਾਈਡਨ ਸਾਹਿਬ ਹੈ, ਜੇ ਉਹ ਕਿਸੇ ਲੇਡੀ ਨੂੰ ਲੈ ਆਉਂਦੇ ਨੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ, ਤਾਂ ਜਿਹੜੀ ਵੂਮਨ ਵੋਟ ਹੈ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ, ਕਿ ਉਹ ਬਹੁਤ ਵੱਡੀ ਅਟਰੈਕਸ਼ਨ ਹੋਏਗੀ ਜੀ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਅਜੇ ਤੱਕ ਮੇਰੇ ਖਿਆਲ ਬਣੀ ਨਹੀਂ ਹੈ ਜੀ ਕੋਈ। ਬਿਲਕੁਲ ਸਰ, ਆਪਾਂ ਜਿਵੇਂ ਗੱਲ ਕਰਦੇ ਨਾ, ਵੈਸੇ ਸੌਰੀ ਮੈਂ ਤੁਹਾਨੂੰ ਟੋਕ ਰਹੀ ਹਾਂ, ਭਾਰਤ ਵਿੱਚ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਖਾਸ ਤੌਰ ਤੇ ਮਰਦ ਪ੍ਰਧਾਨ ਸਮਾਜ ਹੈ, ਤੇ ਅਸੀਂ ਕਹਿੰਦੇ ਹਾਂ ਕਿ ਜਿੱਥੇ ਮਰਦ ਕਹਿੰਦੇ ਆ ਔਰਤਾਂ ਮੋਸਟਲੀ ਉੱਥੇ ਇਲੈਕਸ਼ਨਸ ਦੌਰਾਨ ਵੋਟਿੰਗ ਕਰ ਦਿੰਦੀਆਂ, ਖਾਸ ਤੌਰ ਤੇ ਪਿੰਡਾਂ ਦੇ ਵਿੱਚ ਵੀ ਜਿੱਧਰ ਕਹਿਣਗੇ ਉਹਨਾਂ ਦੇ ਹਸਬੈਂਡ ਕਹਿੰਦੇ ਉੱਥੇ ਉਹ ਵੋਟ ਪਾ ਦਿੰਦੀਆਂ ਨੇ। ਹਜੇ ਵੀ ਕਈ ਥਾਵਾਂ ਤੇ ਐਵੇਂ ਦਾ ਰਿਵਾਜ ਹੈਗਾ, ਪਰ ਅਮਰੀਕਾ ਦੇ ਵਿੱਚ ਮੈਂ ਸੁਣਨ ਦੇ ਵਿੱਚ ਆਇਆ ਕਿ ਜਦੋਂ ਵੋਟਸ ਹੁੰਦੀਆਂ ਨੇ, ਜੇ ਹਸਬੈਂਡ ਡੈਮੋਕ੍ਰੇਟਸ ਵਾਲਾ ਤੇ ਵਾਈਫ ਰਿਪਬਲਿਕਨਸ ਦੇ ਵਾਲਾ, ਕਹਿੰਦੇ ਤਲਾਕ ਤੱਕ ਹੁਣ ਤੱਕ ਆ ਜਾਂਦੇ ਆ ਕਿ ਜੇਕਰ ਇਲੈਕਸ਼ਨਸ ਦੇ ਦੌਰਾਨ ਇਹਨਾਂ ਦੀ ਆਪਸ ਵਿੱਚ ਖਿੱਟਪਿੱਟ ਹੋ ਜਾਏ। ਇਹ ਸਹੀ ਗੱਲ ਹੈ ਤਰਨ। ਐਕਚੁਅਲੀ ਜਿਹੜੇ ਅਮਰੀਕਨਸ ਨੇ ਨਾ, ਇਸ ਕੋਲੋਂ ਦੇ ਆਰ ਵੈਰੀ, ਜਦੋਂ ਇਲੈਕਸ਼ਨ ਦਾ ਟਾਈਮ ਹੁੰਦਾ ਬਹੁਤ ਕੀਨ ਨੇ ਇਹਦੇ ਵਿੱਚ। ਜਿਹੜੀ ਸਪੋਰਟ ਕਰਦਾ ਉਹ ਉਹਦੀ ਸਪੋਰਟ ਕਰਦਾ। ਇੱਕ ਪਰਿਵਾਰ 'ਚ ਇਹ ਗੱਲ ਹੈਗੀ ਹੈ ਜੀ, ਹਸਬੈਂਡ ਇੱਕ ਪਾਸੇ ਹੈ ਤੇ ਵਾਈਫ ਇੱਕ ਪਾਸੇ ਹੈ, ਔਰ ਉਹਨਾਂ ਦੇ ਆਰਗੂਮੈਂਟਸ ਹੋ ਜਾਂਦੇ ਨੇ। ਵੈਸੇ ਮੈਂ ਤੁਹਾਨੂੰ ਕੈਨੇਡਾ ਦੀ ਗੱਲ ਵੀ ਦੱਸ ਦਿੰਦਾ ਜੀ,
ਇੱਥੇ ਕੋਈ ਜ਼ਰੂਰ ਨਹੀਂ ਹੈ ਜੀ ਕਿ ਪਰਿਵਾਰ ਸਾਰਾ ਇੱਕ ਪਾਸੇ ਵੋਟ ਪਾਏਗਾ ਜੀ। ਇੱਥੇ ਖਾਸ ਕਰਕੇ ਮੈਂ ਇੰਡੀਅਨ ਪਰਿਵਾਰਾਂ 'ਚ ਦੱਸਦਾ ਵੀ ਅਸੀਂ ਸੋਚਦੇ ਹਾਂ ਕਿ ਮੇਰੇ ਬੱਚੇ ਮੇਰੇ ਕਹੇ ਤੇ ਪਾਉਣਗੇ। ਨਹੀਂ ਜੀ, ਬੱਚੇ ਕਹਿੰਦੇ ਜੀ ਤੁਸੀਂ ਆਪਦੀ ਮਰਜ਼ੀ ਦੀ ਵੋਟ ਪਾਉਣੀ ਆ, ਮੈਂ ਆਪਦੀ ਮਰਜ਼ੀ ਦੀ ਵੋਟ ਪਾਉਣੀ ਆ, ਮੈਨੂੰ ਤੁਹਾਨੂੰ ਕਹਿਣ ਦੀ ਲੋੜ ਹੈ ਨਹੀਂ ਗੀ। ਐਂਡ ਦੈਟਸ ਵੇ ਐਕਚੁਅਲੀ ਇਹ ਇਸ ਤਰ੍ਹਾਂ ਡੈਮੋਕ੍ਰੇਸੀ ਐਵੇਂ ਕੰਮ ਕਰਦੀ ਹੈ। ਬਿਲਕੁਲ ਜੀ, ਡੈਮੋਕ੍ਰੇਸੀ ਨੇ ਆਪਾਂ ਕਾਲ ਲੈ ਲਈ। ਬਿਲਕੁਲ ਜੀ, ਕਾਲਰ ਜੁੜ ਗਏ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਰ। ਹਾਂਜੀ ਦੱਸੋ ਕੀ ਕਹਿਣਾ। ਹਾਂ, ਮੈਂ ਨਟ ਜੀ ਕੋਈ ਸਵਾਲ ਪੁੱਛਣਾ। ਜਿੱਦਾਂ ਹੁਣ ਇਹਨਾਂ ਨੇ ਕਿਹਾ ਵੀ ਯੂਐਸ ਦੇ ਵਿੱਚ ਫੀਮੇਲ ਨੂੰ ਅਟਰੈਕਟ ਕਰਨ ਲਈ ਕੋਈ ਫੀਮੇਲ ਵਾਈਸ ਪ੍ਰੈਜ਼ੀਡੈਂਟ ਵੀ ਲਿਆ ਸਕਦੇ ਨੇ ਜੀ, ਤੇ ਕੀ ਲੱਗਦਾ ਕੋਈ ਇੰਡੀਅਨ origin ਦੀ ਆਏਗੀ ਜਿਸਦਾ ਚਰਚਾ ਵਾ ਕੀ ਕੁਝ? ਹਾਂਜੀ, ਕਮਲਾ ਹੈਰਿਸ ਦੀ ਗੱਲ ਕੀਤੀ ਮੈਂ ਹੁਣੇ, ਕੱਲ ਕੇ ਹਟਿਆ ਜੀ। ਕਮਲਾ ਹੈਰਿਸ ਹੈ ਜੀ, ਇੰਡੀਅਨ origin ਦੀ ਆ। ਉਹ 10 ਦੇ ਵਿੱਚੋਂ ਇੱਕ ਹੈਗੀ ਹੈ ਜੀ, ਉਹਦੇ ਬਾਰੇ ਵੀ ਸੋਚਿਆ ਜਾ ਰਿਹਾ ਹੈ। ਇਹ ਪਤਾ ਨਹੀਂ ਬਣਾਉਣਗੇ ਕਿਹਨੂੰ, ਯੂ ਨੈਵਰ ਨੋ, ਪਰ ਮੈਨੂੰ ਲੱਗਦਾ ਜੀ ਹੋ ਸਕਦਾ, ਮੈਂ ਆਈ ਹੋਪ ਮੈਂ ਗਲਤ ਹੋਵਾਂ। ਨਹੀਂ ਹੋ ਜਾਏਗਾ ਜੀ। ਦੇਖੋ ਜੇ ਟਰੰਪ ਨੂੰ ਦੇਖੋ, ਟਰੰਪ ਨੇ ਮੋਦੀ ਸਾਹਿਬ ਨਾਲ ਗੱਲਬਾਤ ਕਰਕੇ ਆਪਣੀ ਰੈਲੀ ਉੱਥੇ ਕਰਾਈ ਤਾਂ ਇਹ ਡੈਮੋਕ੍ਰੇਟ ਵਾਲੇ ਮੈਨੂੰ ਲੱਗਦਾ ਕੁਝ ਕਰਨਗੇ ਇਸ ਤਰ੍ਹਾਂ ਦਾ। ਇੰਡੀਅਨ ਵੋਟਸ ਨੂੰ ਅਟਰੈਕਟ ਕਰਨ ਲਈ ਜੀ, ਇੰਡੀਅਨ ਵੋਟਸ ਨੂੰ ਅਟਰੈਕਟ ਕਰਨ ਲਈ ਇਹ ਵੀ ਕੀਤਾ ਜਾ ਸਕਦਾ ਖਾਸ ਤੌਰ ਤੇ। ਪਰ ਉਹ ਇਹ ਹਾਂ, ਥੈਂਕ ਯੂ ਸੋ ਮਚ ਜੀ, ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਸ਼ੁਕਰੀਆ ਤੁਸੀਂ ਕਾਲ ਕੀਤੀ ਹੈ ਜੀ। ਉਹਦੇ ਚ ਇੱਕ ਗੱਲ ਹੋ ਜਾਂਦੀ ਹੈ ਜੀ, ਜੇ ਕੱਲੀ ਅਸੀਂ ਇੰਡੀਅਨ ਵੋਟ ਨੂੰ ਹੀ ਟਾਰਗੇਟ ਕਰਨਾ ਚਾਹੁੰਦੇ ਹਾਂ ਵੀ ਇੰਡੀਅਨ ਵੋਟ ਕੱਲਾ ਫਰਕ ਨਹੀਂ ਪਾ ਸਕਦੀ ਜੀ। ਹਜੇ ਅਸੀਂ ਉਹਨੇ ਨਹੀਂ ਹੈਗੇ, ਇੰਨਾ ਵੋਟਰ ਅਸੀਂ ਨਹੀਂ ਹੈਗੇ ਜਿਹੜਾ ਕਿ ਅਸੀਂ ਰਿਜ਼ਲਟ ਦੇ ਵਿੱਚ ਫਰਕ ਪਾ ਸਕੀਏ। ਹਾਂ, ਕਮਲਾ ਹੈਰਿਸ ਜੇ ਆਪਦੀ ਡਿਜ਼ਰਵ ਕਰਦੀ ਹੈ ਤਾਂ ਉਹਦੇ ਚਾਂਸ ਹੈਗੇ, ਪਰ ਮੈਨੂੰ ਲੱਗਦਾ ਜੀ ਸ਼ਾਇਦ ਕਮਲਾ ਹੈਰਿਸ ਦੂਜੇ ਤੀਜੇ ਨੰਬਰ ਤੇ ਰਹਿ ਜਾਏਗੀ ਜੀ। ਸ਼ਾਇਦ ਇਹਨੂੰ ਕੋਈ ਹੋਰ ਆਏਗਾ ਜੀ ਇਸ ਜਗ੍ਹਾ ਤੇ। ਜੀ ਬਿਲਕੁਲ। ਤੇ ਸਰ ਅਗਲੀ ਖਬਰ ਦੇ ਵੱਲ ਵਧੀਏ ਤਾਂ ਇਸ ਵਕਤ ਅਸੀਂ ਤਲਖੀ ਦੀ ਮੁਲਕਾਂ ਦੀ ਵੀ ਗੱਲ ਕਰ ਰਹੇ ਹਾਂ ਤਾਂ ਚਾਈਨਾ ਤੇ ਟੋਰਾਂਟੋ ਵੱਲ ਵੀ ਕੁਝ ਰਿਸ਼ਤੇ ਜ਼ਿਆਦਾ ਵਧੀਆ ਨਹੀਂ ਹੈਗੇ। ਕੈਨੇਡਾ ਨੇ ਜੋ ਉਹਨਾਂ ਨਾਲ ਮਿਲ ਕੇ ਇੱਕ ਵੈਕਸੀਨ ਨੂੰ ਲੈ ਕੇ ਆਪਸ ਦੇ ਵਿੱਚ ਇਹਨਾਂ ਦੀ ਇੱਕ ਐਗਰੀਮੈਂਟ ਹੋਇਆ ਸੀ, ਕਾਫੀ ਰਿਸਰਚ ਵੀ ਕੀਤੀ ਗਈ ਆ। ਹੁਣ ਸੁਣਨ ਵਿੱਚ ਆ ਰਿਹਾ ਕਿ ਚਾਈਨਾ ਜਿਹੜਾ ਛੇਤੀ ਸ਼ਿਪਮੈਂਟ ਨਹੀਂ ਭੇਜ ਰਿਹਾ ਉਸ ਚੀਜ਼ ਨੂੰ ਲੈ ਕੇ, ਕੋਵਿਡ ਨੂੰ ਲੈ ਕੇ। ਤਰਨ ਅੱਜ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇਹ ਕੁਐਸਚਨ ਕੀਤਾ ਗਿਆ, ਜਸਟਿਨ ਟਰੂਡੋ ਸਾਹਿਬ ਨੂੰ ਪੁੱਛਿਆ ਗਿਆ ਵੀ ਜਿਹੜਾ ਅਸੀਂ ਰਿਸਰਚ ਕੀਤੀ ਸੀਗੀ ਅਸੀਂ ਰਲ ਕੇ ਚਾਈਨਾ ਦੇ ਨਾਲ, ਉਹ ਰਿਸਰਚ ਦਾ ਜਿਹੜਾ ਵੈਕਸੀਨ ਆ ਉਹ ਕਿੱਥੇ ਆ ਇਸ ਵੇਲੇ। ਤੇ ਕਿਉਂਕਿ ਜਿਹੜੇ ਸਾਡੇ ਇਸ ਵੇਲੇ ਸੰਬੰਧ ਹੈਗੇ ਨੇ ਚਾਈਨਾ ਦੇ ਨਾਲ, ਉਹ ਬਾਹਰੋਂ ਦੇਖਣ ਨੂੰ ਆਪਣੇ ਲੱਗਦਾ ਬਹੁਤ ਤਲਖੀ ਹੈਗੀ, ਪਰ ਜਿਹੜੀਆਂ ਅਸਲ 'ਚ ਪਿਛਲੇ ਪਾਸੇ ਬੈਕਡੋਰ ਦੀਆਂ ਜਿਹੜੇ ਕਨੈਕਸ਼ਨ ਹੁੰਦੇ ਉਹ ਚੱਲਦੇ ਹੀ ਰਹਿੰਦੇ ਆ। ਮੋਸਟਲੀ ਮੁਲਕਾਂ ਦੇ ਵਿੱਚ ਇਹ ਜਿਹੀਆਂ ਗੱਲਾਂ ਚੱਲਦੀਆਂ ਹੀ ਰਹਿੰਦੀਆਂ। ਸੋ ਅਕੋਰਡਿੰਗ ਟੂ ਮਿਸਟਰ ਟਰੂਡੋ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਗੱਲ ਕਹੀ ਕਿ ਸਾਡੀ ਅਜੇ ਵੀ ਚਾਈਨਾ ਨਾਲ ਗੱਲ ਚੱਲ ਰਹੀ ਹੈ, ਅਸੀਂ ਹਜੇ ਵੀ ਉਡੀਕ ਰਹੇ ਹਾਂ ਕਿ ਜਿਹੜੀ ਸ਼ਿਪਮੈਂਟ ਇਜ਼ ਰੈਡੀ ਟੂ ਗੋ, ਬਸ ਚਾਈਨਾ ਉਹਨੂੰ ਰਿਲੀਜ਼ ਨਹੀਂ ਕਰ ਰਿਹਾ। ਦੈਟਸ ਵਾਟ ਇਟ ਇਜ਼। ਜਿੱਦਾਂ ਰਿਲੀਜ਼ ਕਰੇਗਾ ਹਫਤੇ ਦੇ ਵਿੱਚ ਇੱਥੇ ਆ ਜਾਣੀ ਚਾਹੀਦੀ ਹੈ, ਪਰ ਅਜੇ ਉਹਦੇ ਆਉਣ ਦੇ ਚਾਂਸਸ ਲੱਗਦੇ ਨਹੀਂ ਹੈ ਜੀ ਅਕੋਰਡਿੰਗ ਟੂ ਮਿਸਟਰ ਟਰੂਡੋ, ਪਰ ਦੇ ਆਰ ਵਰਕਿੰਗ ਔਨ ਇਟ ਜੀ। ਬਿਲਕੁਲ ਜੀ। ਤੇ ਉਧਰ ਸੁਣਨ ਵਿੱਚ ਆਇਆ ਕਿ ਅਲਬਰਟਾ ਦੇ ਵਿੱਚ ਕਰੋਨਾ ਵਾਇਰਸ ਦੇ ਹੁਣ ਮਾਮਲੇ ਲਗਾਤਾਰ ਵਧ ਰਹੇ ਨੇ, ਓਨਟਾਰੀਓ ਨਾਲੋਂ ਜ਼ਿਆਦਾ ਮਾਮਲੇ ਇੱਥੇ ਸਾਹਮਣੇ ਆ ਰਹੇ ਨੇ ਹੁਣ। ਤਰਨ ਜੇ ਆਪਾਂ ਬੰਦਿਆਂ ਦੀ ਗਿਣਤੀ ਦੇ ਮੁਤਾਬਕ ਚੱਲੀਏ, ਇਸ ਵੇਲੇ ਅਲਬਰਟਾ ਦੀ ਹਾਲਤ ਦੇ ਜਿਹੜੇ ਕੇਸਿਸ ਨੇ ਅੰਟਾਰੀਓ ਨਾਲ ਡਬਲ ਨੇ ਜੀ। ਅੱਜ ਕੇਸਿਸ ਆ ਜੀ, ਕੱਲ 120 ਨਵੇਂ ਕੇਸ ਆਇਆ ਹੈ। ਅਲਬਰਟਾ ਦੀ ਆਬਾਦੀ ਦਾ ਕੁਝ ਵੀ ਨਹੀਂ ਹੈਗੇ ਜੀ, ਸਾਡੇ ਵੀ 120 ਹੋਈ ਨੇ ਤੇ ਤਕਰੀਬਨ ਡਬਲ ਕੇਸਿਸ ਨਹੀਂ। ਔਰ ਇਹ ਗੱਲ ਜਿਹੜੇ ਸਾਡੇ ਮੈਡੀਕਲ ਵਾਲੇ ਐਕਸਪਰਟਸ ਨੇ, ਈਵਨ ਸਾਡੇ ਸਿਆਸਤਦਾਨ ਨੇ, ਉਹਨਾਂ ਨੂੰ ਇਹ ਸੋਚਣ ਤੇ ਮਜਬੂਰ ਹੋ ਰਹੇ ਨੇ ਕਿ ਜਿੱਥੇ ਜਿੱਥੇ ਖੁੱਲ ਰਿਹਾ ਕੱਲਾ BC ਨੂੰ ਛੱਡ ਕੇ ਉੱਥੇ ਕੇਸਿਸ ਵੱਧ ਰਹੇ ਨੇ। ਔਰ ਇਹ ਵੀ ਨਹੀਂ ਪਤਾ ਜੇ ਅਜਿਹੀ ਗੱਲ, ਫੋਰਡ ਸਾਹਿਬ ਨੇ ਗੱਲ ਕਹੀ ਸੀਗੀ ਜੀ ਵੀ ਜੇ ਕੇਸਿਸ ਵੱਧ ਕੇ ਮੈਂ ਦੁਬਾਰੇ ਮੁੜ ਕੇ ਉੱਥੇ ਹੀ ਫੇਰ ਚਲਾ ਜਾਊਂਗਾ। ਔਰ ਫੋਰਡ ਸਾਹਿਬ ਇਹੋ ਜਿਹੀ ਗੱਲ ਨੂੰ ਕਾਇਮ ਨੇ ਜੀ, ਉਹਨਾਂ ਨੇ ਜਿਹੜੀ ਗੱਲ ਕਹੀ ਉਹ ਪੂਰੀ ਵੀ ਕਰਨਗੇ, ਉਹ ਹੈ ਜੀ ਕਰਨੀ ਹੈ। ਸੋ ਅਲਬਰਟਾ ਦੇ ਵਿੱਚ ਇਸ ਵੇਲੇ ਹਾਲਾਤ ਕੋਈ ਬਹੁਤੇ, ਚਾਹੇ 120 ਨੰਬਰ ਹੀ ਹੈ ਜੀ, ਪਰ ਕੇਸਿਸ ਬਹੁਤ ਜ਼ਿਆਦਾ ਨੇ ਐਜ਼ ਇਫ ਵੀ ਆਰ ਕੰਪੇਅਰਿੰਗ ਬਿਟਵੀਨ ਅੰਟਾਰੀਓ ਐਂਡ ਅਲਬਰਟਾ। ਔਰ ਇਹ ਜ਼ਰੂਰ ਉਹਨਾਂ ਵਾਸਤੇ ਸੋਚਣ ਵਾਲੀ ਗੱਲ ਹੋ ਚੱਲੀ ਹੈ ਕਿ ਅਲਬਰਟਾ ਨੂੰ ਕੀ ਉਹਨਾਂ ਨੂੰ ਮੁੜ ਕੇ ਫਿਰ ਉੱਥੇ ਜਾਣਾ ਪਏਗਾ, ਬੰਦ ਕਰਨਾ ਪਏਗਾ। ਲੈਟਸ ਸੀ ਵਾਟ ਹੈਪਨਸ। ਬਿਲਕੁਲ ਜੀ ਸਰ, ਇੱਕ ਵੀਡੀਓ ਇਸ ਵਕਤ ਅਸੀਂ ਚਲਾ ਰਹੇ ਹਾਂ ਤੇ ਖਾਸ ਤੌਰ ਤੇ ਟੈਕਨੀਕਲ ਟੀਮ ਵੱਲੋਂ ਗੁਜ਼ਾਰਿਸ਼ ਕੀਤੀ ਗਈ ਹੈ ਕਿ ਇਹਦੇ ਬਾਰੇ ਥੋੜੀ ਬਹੁਤ ਗੱਲਬਾਤ ਜ਼ਰੂਰ ਕੀਤੀ ਜਾਵੇ। ਐਕਚੁਅਲ ਦੇ ਵਿੱਚ ਵੀਡੀਓ ਦੇ ਵਿੱਚ ਇੱਕ ਮੱਝ ਨੂੰ ਇੱਕ ਟਰੱਕ ਦੇ ਵਿੱਚ ਲੱਦਿਆ ਹੋਇਆ ਐਂਡ ਉਸ ਦੇ ਮਗਰ ਇੱਕ ਝੋਟਾ ਜਾ ਰਿਹਾ ਵਾ। ਉਹ ਕਹਿੰਦੇ ਆ ਕਿ ਇਹ ਕਿਉਂ ਚਲਾਈ ਜਾ ਰਹੀ ਹੈ। ਅਸਲ ਦੇ ਵਿੱਚ ਇੱਕ ਆਪਸ ਦੇ ਵਿੱਚ ਹਿਊਮਨ ਬਿਹੇਵੀਅਰ ਦੀ ਤਾਂ ਅਸੀਂ ਗੱਲ ਕਰਦੇ ਹਾਂ, ਜਦੋਂ ਇੱਕ ਦੂਜੇ ਦੇ ਨਾਲ ਅਸੀਂ ਰਹਿੰਦੇ ਹਾਂ ਤਾਂ ਉਸ ਦੀ ਬੰਦੇ ਦੀ ਆਦਤ ਹੋ ਜਾਂਦੀ ਹੈ, ਬਟ ਇਹ ਚੀਜ਼ ਜਾਨਵਰਾਂ ਵਿੱਚ ਇਨਸਾਨਾਂ ਨਾਲੋਂ ਜ਼ਿਆਦਾ ਪਾਈ ਜਾਂਦੀ ਹੈ। ਅੱਜ ਦੇ ਟਾਈਮ 'ਚ ਅਸੀਂ ਆਪਣੀ ਫਿਤਰਤ ਚੇਂਜ ਕਰ ਲਈ ਪਰ ਉਹਨਾਂ ਨੇ ਨਹੀਂ ਕੀਤੀ। ਉਹਦੇ ਵਿੱਚ ਹੈ ਕਿ ਇੱਕ ਵਿਅਕਤੀ ਨੇ ਆਪਣੀ ਮੱਝ ਨੂੰ ਵੇਚ ਦਿੱਤਾ
ਪਰ ਮੱਝ ਨੂੰ ਜਦੋਂ ਉਹਦਾ ਖਰੀਦਦਾਰ ਲੈ ਕੇ ਜਾਂਦਾ ਤਾਂ ਉਹਦੇ ਪਿੱਛੇ ਪਿੱਛੇ ਝੋਟਾ ਵੀ ਜਾਂਦਾ ਹੈ, ਝੋਟੇ ਨਾਲ ਉਹ ਮੱਝ ਰਹਿੰਦੀ ਹੁੰਦੀ ਸੀ। ਸੋ ਜਿਵੇਂ ਜਿਵੇਂ ਤਾਮਿਲਨਾਡੂ ਦੇ ਤਾਮਿਲਨਾਡੂ ਦੇ ਮੁੱਖ ਮੰਤਰੀ ਮਿਸਟਰ ਪਨੀਰ ਸੈਲਵਮ ਨੂੰ ਇਸ ਦੇ ਬਾਰੇ ਵਿੱਚ ਪਤਾ ਲੱਗਿਆ, ਵੀਡੀਓ ਵਾਇਰਲ ਹੋਈ, ਤਾਂ ਉਹਨਾਂ ਦੇ ਬੇਟੇ ਨੇ ਪੈਸੇ ਦੇ ਕੇ ਉਹ ਮੱਝ ਵਾਪਸ ਲੈ ਕੇ ਆਂਦੀ ਤੇ ਝੋਟੇ ਨਾਲ ਉਹਦਾ ਦੁਬਾਰਾ ਮਿਲਾਪ ਕਰਵਾਇਆ ਤੇ ਕਹਿੰਦੇ ਨੇ ਕਿ ਜਾਨਵਰਾਂ ਤੋਂ ਲੈ ਕੇ ਸਾਨੂੰ ਕੁਝ ਜ਼ਰੂਰ ਸਿੱਖਣਾ ਚਾਹੀਦਾ ਆ। ਸੋ ਇਹ ਮੈਨੂੰ ਕਹਿ ਰਹੇ ਸੀ ਬਾਰ-ਬਾਰ ਕਿ ਮੈਂ ਜ਼ਰੂਰ ਇਸ ਵੀਡੀਓ ਦਾ ਜ਼ਿਕਰ ਕਰਾਂ, ਇੱਕ ਦਿਲ ਨੂੰ ਛੂਹਣ ਵਾਲੀ ਵੀਡੀਓ ਸੀ। ਸਰ ਇੱਕ ਫੇਕ ਨਿਊਜ਼ ਦੇ ਬਾਰੇ ਵਿੱਚ ਜ਼ਰੂਰ ਗੱਲ ਕਰਾਂਗੇ, ਖਾਸ ਤੌਰ ਤੇ ਜਿਹੜੇ ਦਰਸ਼ਕ ਸਾਡਾ ਇਸ ਵਕਤ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਜ਼ਰੂਰ ਦੱਸੀਏ, ਜੇਕਰ ਤੁਸੀਂ ਆਨਲਾਈਨ ਕੋਈ ਵੀ ਜੌਬ ਅਪਲਾਈ ਕਰਦੇ ਹੋ ਜ਼ਰਾ ਧਿਆਨ ਦੇ ਨਾਲ ਆਪਣੀ ਇਨਫੋਰਮੇਸ਼ਨ ਸ਼ੇਅਰ ਕਰੋ, ਤੁਹਾਡੇ ਨਾਲ ਠੱਗੀ ਵੀ ਹੋ ਸਕਦੀ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜੀ ਕੈਲਗਰੀ ਦੇ ਵਿੱਚ, ਜਿੱਥੇ ਕਿ ਅਜਿਹੀ ਹੀ ਠੱਗੀ ਕੀਤੀ ਗਈ ਹੈ। ਤਰਨ ਬੰਦੇ ਨੇ ਬੜੀ ਕਮਾਲ ਕਰਤੀ ਹੈ, ਉਹਨੇ ਇੱਕ ਫੇਕ ਆਈਡੀ ਸ਼ੁਰੂ ਕੀਤੀ, ਉਹਦੇ ਤੇ ਉਹਨੇ ਫੇਕ ਜੌਬ ਪਾਈ ਤੇ ਲੋਕਾਂ ਨੇ ਉਹ ਤੇ ਅਪਲਾਈ ਕੀਤਾ। ਉੱਥੇ ਬਹੁਤ ਸਾਰੇ ਲੋਕਾਂ ਨੇ ਅਪਲਾਈ ਕੀਤਾ, ਜਿਹਨੇ ਅਪਲਾਈ ਕੀਤਾ ਉਹਨੇ ਸਾਰੀ ਇਨਫੋਰਮੇਸ਼ਨ ਲਈ, ਉਹਨਾਂ ਦੀ ਹਰ ਇੱਕ ਨੇ ਇਨਫੋਰਮੇਸ਼ਨ ਦੇਤੀ ਵੀ ਮੈਨੂੰ ਜੌਬ ਮਿਲੇਗੀ। ਉਹਨੇ ਜੌਬ ਤਾਂ ਕੀ ਮਿਲਣੀ ਸੀ, ਬਿਕਾਜ਼ ਇਟ ਵਾਸ ਅ ਫੇਕ ਜੌਬ। ਉਹਦੇ ਕੋਲ ਇਨਫੋਰਮੇਸ਼ਨ ਆ ਗਈ, ਉਹਨੇ ਇਨਫੋਰਮੇਸ਼ਨ ਇਕੱਠੀ ਕੀਤੀ ਤੇ ਉਹਨੇ ਉਹਨਾਂ ਸਾਰਿਆਂ ਲੋਕਾਂ ਦੀਆਂ ਟੈਕਸ ਰਿਟਰਨ ਭਰ ਕੇ ਭੇਜਦੀਆਂ ਫੇਕ। $7,60,000 ਉਹਦੇ ਅਕਾਊਂਟ ਦੇ ਵਿੱਚ ਜਮ੍ਹਾਂ ਹੋਣੇ ਸੀਗੇ ਜੀ, ਪਰ ਪਤਾ ਲੱਗ ਗਿਆ ਜੀ ਉਹਨੂੰ ਚਾਰਜ ਕਰ ਲਿਆ ਗਿਆ। ਪਰ ਇੱਕ ਗੱਲ ਤੇ ਮੈਨੂੰ ਸਮਝ ਨਹੀਂ ਆਉਂਦੀ ਤਰਨ ਵੀ ਇਹ ਇੰਨੀ ਵੱਡੀ ਅਮਾਊਂਟ ਹੈ, ਪਰ ਉਹਨੂੰ ਜਿਹੜਾ ਚਾਰਜ ਕੀਤਾ ਗਿਆ ਨਾ ਉਹਦੇ ਹੇਰਾ ਫੇਰੀ ਓਵਰ $5,000। ਇਹ ਸਾਡੀ ਠੀਕ ਹੈ ਕਾਨੂੰਨ ਦੇ ਮੁਤਾਬਕ ਹੈਗਾ, ਅਸੀਂ ਹੋ ਸਕਦਾ ਇਦੋਂ ਵੱਡੀਆਂ ਰਕਮਾਂ ਦੇ ਵਿੱਚ ਅੱਗੇ ਜਾ ਕੇ ਬਣਦਾ ਹੋਵੇ, ਪਰ ਉਹਨੂੰ ਇਸ ਤਿੰਨਾਂ ਦੇ ਉਹਨੂੰ ਚਾਰਜ ਕੀਤਾ ਗਿਆ ਜੀ। ਇੱਕ ਤਾਂ obtaining and using another identity ਤੇ ਇੱਕ $5,000 ਤੋਂ ਵੱਧ ਦਾ ਉਹਨੇ ਫਰਾਡ ਕੀਤਾ। ਸੋ ਬੀ ਕੇਅਰਫੁਲ, ਜਦੋਂ ਵੀ ਕੋਈ ਨੌਕਰੀ ਆਪਾਂ ਠੀਕ ਹੈ ਚਾਹੀਦੀ ਹੈ ਸਾਨੂੰ ਨੌਕਰੀ, ਅਸੀਂ ਚਾਹੁੰਦੇ ਹਾਂ ਸਾਨੂੰ ਕੋਈ ਜੌਬ ਮਿਲੇ, ਪਰ ਉਹਨੂੰ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਕਿ ਕੀ ਇਹ ਫੇਕ ਤਾਂ ਨਹੀਂ। ਉਸ ਕੰਪਨੀ ਦੇ ਬਾਰੇ ਆਪਾਂ ਨੂੰ ਆਨਲਾਈਨ ਜਾ ਕੇ ਰਿਸਰਚ ਕੀਤੀ ਜਾ ਸਕਦੀ ਹੈ, ਕੋਈ ਏਡੀ ਗੱਲ ਨਹੀਂ ਆਪਾਂ ਕਦੀ ਜੌਬ ਦੇਖ ਕੇ ਆਪਾਂ ਇਨਫੋਰਮੇਸ਼ਨ ਦੇਣ ਲੱਗ ਜਾਣਾ, ਬਟ ਰਾਦਰ ਰਿਸਰਚ ਫॉर ਔਨ ਦੈਟ ਕੰਪਨੀ, ਫਿਰ ਤੁਸੀਂ ਆਪਦੀ ਜੌਬ ਵਾਸਤੇ ਅਪਲਾਈ ਕਰੋ। ਐਂਡ ਜਿਹੜੀ ਆਪਦੀ ਇਨਫੋਰਮੇਸ਼ਨ ਆ ਪਰਸਨਲ, ਜਿਹੜੀ ਖਾਸ ਕਰਕੇ ਤਰਨ SN ਨੰਬਰ ਹੈਗਾ, ਹੋਰ ਕੁਛ ਹੈਗਾ, ਛੇਤੀ ਕਿਤੇ ਦੇਣੇ ਨਹੀਂ ਚਾਹੀਦੇ। ਇਹਦੀ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਕੋਈ ਵੀ ਇਹਨੂੰ ਅਬਿਊਜ਼ ਕਰ ਸਕਦਾ ਜੀ। ਬਿਲਕੁਲ ਸਰ, ਅਸੀਂ ਦੇਖ ਰਹੇ ਹਾਂ ਲਗਾਤਾਰ ਜਿਵੇਂ ਕਿ ਐਵੇਂ ਦੇ ਮਾਮਲੇ ਵੀ ਬਹੁਤ ਸਾਹਮਣੇ ਆਏ ਨੇ, ਫਰਾਡ ਦੇ ਮਾਮਲੇ ਸਾਹਮਣੇ ਆਏ ਨੇ। ਸੋ ਜਿਹੜੇ ਖਾਸ ਤੌਰ ਤੇ ਨਵੇਂ ਇੱਥੇ ਆ ਕੇ ਵਸ ਰਹੇ ਨੇ ਉਹਨਾਂ ਨੂੰ ਇਹ ਚੀਜ਼ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ ਆਪਣੀਆਂ ਜਿਹੜੀਆਂ ਪਰਸਨਲ ਚੀਜ਼ਾਂ ਨੇ ਉਹ ਕਿਸੇ ਨਾਲ ਵੀ ਸ਼ੇਅਰ ਨਾ ਕਰੋ, ਖਾਸ ਤੌਰ ਤੇ ਆਪਣੀ ਪਰਸਨਲ ਇਨਫੋਰਮੇਸ਼ਨ, ਚਾਹੇ ਤੁਹਾਡਾ SIN ਨੰਬਰ ਹੋਵੇ ਜਾਂ ਤੁਹਾਡੀ ਬੈਂਕ ਦੀਆਂ ਡਿਟੇਲਸ ਹੋਣ। ਬਿਲਕੁਲ ਜੀ, ਆਪਣਾ ਕ੍ਰੈਡਿਟ ਕਾਰਡ ਨੰਬਰ ਕਿਸੇ ਨੂੰ ਨਾ ਦਿਓ, ਖਾਸ ਕਰਕੇ ਜੋ ਕ੍ਰੈਡਿਟ ਕਾਰਡ ਨੰਬਰ ਦਿਓ ਪਿਛਲਾ ਨੰਬਰ ਵੀ ਪੁੱਛਦੇ ਆ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੀ ਇਹ ਜੈਨੂਨ ਹੈ, ਜਿਹੜਾ ਤੁਸੀਂ ਕੋਈ ਚੀਜ਼ ਲੈ ਰਹੇ ਹੋ ਤੇ ਜੈਨੂਨ ਚੀਜ਼ ਤੇ ਥਾਂ ਹੈਗੀ ਹੈ ਜਾਂ ਕੋਈ ਤੁਹਾਡੇ ਤੋਂ ਐਵੇਂ ਹੀ ਲਈ ਜਾ ਰਿਹਾ। ਜੇ ਕਈ ਵਾਰੀ ਐਸਾ ਸਕੈਮ ਆਉਂਦਾ ਵੀ ਤੁਹਾਡਾ ਕੋਈ, ਆਪਾਂ ਗੱਲ ਕੀਤੀ ਸੀ ਕੋਈ ਰਿਸ਼ਤੇਦਾਰ ਆ ਜੀ ਫਲਾਣੇ ਥਾਂ ਤੇ ਉਹਦੀ ਡੈਥ ਹੋ ਗਈ ਹੈ ਤੇ ਤੁਸੀਂ ਉਹਦੇ ਇਕੱਲੇ ਵਾਰਸ ਹੋ, ਬਸ ਸਾਨੂੰ ਆਪਦਾ ਬੈਂਕ ਅਕਾਊਂਟ ਦਿਓਗੇ, ਨੰਬਰ ਦੇ ਦਿਓ, ਅਸੀਂ ਤੁਹਾਨੂੰ ਉੱਤੇ ਪੈਸੇ ਭੇਜ ਦਿਆਂਗੇ, ਜਾਂ CRA ਦਾ ਫੋਨ ਆਉਂਦਾ ਵੀ ਛੇਤੀ ਕਰੋ ਵੀ ਤੁਸੀਂ ਇਹ ਤਾਂ ਤੁਹਾਨੂੰ ਜੇਲ੍ਹ ਹੋ ਜਾਣੀ ਹੈ। ਸੋ ਕੁਛ ਨਹੀਂ ਹੁੰਦਾ ਜੀ, ਕੁਛ ਵੀ ਨਹੀਂ ਹੁੰਦਾ। ਜਿਹੜਾ ਕੁਛ ਆਏਗਾ ਤੁਹਾਨੂੰ ਲਿਖਤੀ ਆਏਗਾ। ਸਰਕਾਰ ਨੇ ਜਿਹੜੀ ਚਿੱਠੀ ਹੈ ਜੀ, ਖਾਕੀ ਕਲਰ ਦਾ ਲਿਫਾਫਾ ਹੈ, ਉਹ ਆਏਗਾ, ਉਹਦੇ ਤੁਹਾਨੂੰ ਉਹ ਸਾਰੀ ਇਨਫੋਰਮੇਸ਼ਨ ਹੋਏਗੀ। ਤੁਹਾਨੂੰ ਕਿਸੇ ਵੀ ਗੱਲ ਤੋਂ ਛੇਤੀ ਕਿਤੇ ਫੋਨ ਤੇ ਡਰਨ ਦੀ ਲੋੜ ਨਹੀਂ ਹੈ ਜੀ। ਬਿਲਕੁਲ ਗੱਲ ਵੀ ਸਰ, ਸਾਨੂੰ ਐਵੇਂ ਦੀ ਇੱਕ ਕਾਲ ਜ਼ਰੂਰ ਆਈ ਸੀ, ਇੱਕ ਫੀਮੇਲ ਨੇ ਜਦੋਂ ਸਾਨੂੰ ਕਾਲ ਕੀਤੀ ਸੀ ਕਿ ਉਹਨਾਂ ਦੇ ਨਾਲ ਵੀ ਐਵੇਂ ਦਾ ਇੱਕ ਧੋਖਾ ਹੋਣ ਦੀ ਕੋਸ਼ਿਸ਼ ਹੋਈ ਸੀ। ਤੇ ਸਰ ਅਗਲੀ ਖਬਰ ਦੇ ਵੱਲ ਵਧੀਏ। ਮਾਰਸ ਮਿਸ਼ਨ ਨੂੰ ਲੈ ਕੇ ਹੁਣ ਵੱਖ-ਵੱਖ ਮੁਲਕ ਜਿਹੜੇ ਆ ਕਮਰ ਕੱਸ ਲਈ ਗਈ ਹੈ। ਇਹ ਵੀ ਇੱਕ ਦੌੜ ਹੋ ਚੁੱਕੀ ਹੈ। ਇਸ ਵਕਤ ਅਸੀਂ ਦੇਖ ਰਹੇ ਹਾਂ ਕਰੋਨਾ ਵਾਇਰਸ ਤੋਂ ਹਜੇ ਨਿਜਾਤ ਮਿਲ ਨਹੀਂ ਰਹੀ, ਵੈਕਸੀਨ ਤਿਆਰ ਕਰਨ ਦੇ ਵਿੱਚ ਸਾਇੰਟਿਸਟ ਲੱਗੇ ਹੋਏ ਨੇ। ਹੁਣ ਮਿਸ਼ਨ ਮਾਰਸ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ। ਤਰਨ ਗੱਲ ਪਤਾ ਕੀ ਹੈ, ਜਿਹੜੇ ਉਹ ਮਿਸ਼ਨ ਆ ਉਹ ਤਾਂ ਪਹਿਲਾਂ ਦੇ ਸ਼ੁਰੂ ਹੋਏ ਹਨ, ਕੋਵਿਡ ਬਾਅਦ ਚ ਆਇਆ। ਜਿਹੜੀਆਂ ਸਰਕਾਰਾਂ ਨੇ, ਜਿਹੜੇ ਕੰਟਰੀਜ਼ ਨੇ, ਉਹ ਕੋਸ਼ਿਸ਼ ਕਰਦੀਆਂ ਨੇ ਜਿਹੜੇ ਮਾਰਸ ਵਾਸਤੇ ਸਾਨੂੰ ਜ਼ਿੰਦਗੀ ਲੱਭਦੇ ਫਿਰਦੇ ਆ। ਅਸੀਂ ਇੱਥੇ ਵਾਲੀ ਜ਼ਿੰਦਗੀ ਦਾ ਜੇ ਸੁਧਾਰ ਹੀ ਨਹੀਂ, ਅਸੀਂ ਮਾਰਸ ਦੀ ਲੱਭਦੇ ਫਿਰਦੇ ਹਾਂ। ਚਲੋ ਕੋਈ ਗੱਲ ਨਹੀਂ। 3 ਕੰਟਰੀਜ਼ ਨੇ ਇਸ ਵੇਲੇ, UAE ਹੈ, ਚਾਈਨਾ ਤੇ US। 3 ਕੰਟਰੀਜ਼ ਆ। ਇਹ ਹੁਣੇ ਇਹਨਾਂ ਨੇ ਭੇਜਣੇ ਆ। ਉਹਦਾ ਰੀਜ਼ਨ ਹੈ ਤਰਨ, ਐਸੇ ਮਹੀਨੇ ਦੇ ਵਿੱਚ ਹੀ ਜਾਣੇ ਆ। ਇੱਕ ਹੀ ਕੰਪੀਟੀਸ਼ਨ ਇਹਨਾਂ ਦਾ ਚੱਲ ਰਿਹਾ ਕਿ ਕੌਣ ਪਹਿਲਾਂ ਭੇਜੇਗਾ। ਨਹੀਂ, ਇਹ ਕੰਪੀਟੀਸ਼ਨ ਨਹੀਂ ਹੈ, ਇਹ 'ਚ ਕੋਈ ਕੰਪੀਟੀਸ਼ਨ ਨਹੀਂ, ਕਿਉਂਕਿ ਮੌਸਮ ਤੇ ਡਿਪੈਂਡ ਕਰਦਾ। ਜਿਹੜੀ ਜਗ੍ਹਾ ਤੋਂ ਇਹਨੇ ਜਾਣਾ, ਕਿਸੇ ਨੇ ਵੀ UAE ਵਾਲੇ ਕਿੱਥੋਂ ਜਾਣਾ, ਚਾਈਨਾ ਵਾਲਾ ਕਿੱਥੋਂ ਜਾਣਾ, ਉਸ ਲੋਕਲ ਜਿਹੜਾ ਉਸ ਵੇਲੇ ਦਾ ਵੈਦਰ ਹੁੰਦਾ ਬਹੁਤ ਡਿਪੈਂਡ ਕਰਦਾ। ਵੈਦਰ ਜੇ ਕਲੀਅਰ ਹੋਊਗਾ ਜੀ ਤਾਂ ਹੀ ਰਾਕਟ ਜਾਂਦਾ, ਅਦਰਵਾਈਜ਼ ਵੈਦਰ ਖਰਾਬ ਹੈ, ਲਾਈਟਨਿੰਗ ਵਗੈਰਾ ਦਾ ਚੱਕਰ ਹੁੰਦਾ ਤਾਂ ਨਹੀਂ, ਰਾਕਟ ਫਾਇਰ ਨਹੀਂ ਕਰਦੇ ਜੀ। ਪਰ ਹੁਣੇ 3 ਕਿਉਂ ਜਾ ਰਹੇ ਆ? ਸਾਲ 'ਚ ਹੋਰ ਵੀ ਬੜਾ ਸਮਾਂ ਹੁੰਦਾ। ਇਹ ਟਾਈਮ 26 ਮਹੀਨੇ ਬਾਅਦ ਆਉਂਦਾ ਤਰਨ। ਜੇ ਹੁਣ ਤੋਂ ਲੈ ਕੇ ਅਗਸਤ ਦੇ ਵਿੱਚ ਇਹ ਐਸੀ ਵਿੰਡੋ ਹੈ ਜਿਹਦੇ ਵਿੱਚ ਕਿ ਮਾਰਸ ਧਰਤੀ ਦੇ ਨੇੜੇ ਆਇਆ ਹੋਇਆ। ਜੇ ਇਸ ਵੇਲੇ ਛੱਡਦੇ ਆ ਰਾਕਟਸ ਨੂੰ ਤਾਂ ਉਹਨੂੰ ਘੱਟ
ट्रैवल करना पैंदा दैन जे दिसंबर छड्डिया जांदा ਜਾਂ ਅਕਤੂਬਰ ਛੱਡਿਆ ਜਾਂਦਾ ਤਾਂ ਜ਼ਿਆਦਾ ਟਰੈਵਲ ਕਰਨਾ ਪੈਂਦਾ ਸੋ देयर इज ਸੇਵਿੰਗ ਔਨ ਦਾ ਫਿਊਲਸ दैट इज द रीजन ਵੀ ਆਹ ਅਗਸਤ ਮੇਰੇ 15 ਤੱਕ ਇਹਦੀ ਵਿੰਡੋ ਹੈ ਜੀ ਉਹਦੇ ਵਿੱਚ ਇਹ ਤਿੰਨੇ ਜਾਣਗੇ ਜੇ ਉਦੋਂ ਤੱਕ ਨਹੀਂ ਜਾ ਸਕੇ ਤਾਂ ਚਾਂਸਸ ਆਰ ਅਗਲੇ 26 ਮਹੀਨਿਆਂ ਬਾਅਦ ਫਿਰ ਟਰਾਈ ਕਰਨਗੇ ਜੀ 26 ਮਹੀਨੇ ਬਾਅਦ ਇਸ ਅਲਾਈਨਮੈਂਟ ਦੇ ਵਿੱਚ ਧਰਤੀ ਤੇ ਮਾਰਸ ਆਉਂਦੇ ਆ ਜੀ ਬਿਲਕੁਲ ਜੀ ਤੇ ਸਰ ਇੱਕ ਖਬਰ ਹੋਰ ਜਿਹੜੀ ਡਿਸਕਸ ਕਰਨਾ ਚਾਹਾਂਗੇ ਜਿਹੜੀ ਤਾਜ਼ਾ ਜਾਣਕਾਰੀ ਮਿਲੀ ਸੀ ਆਪਾਂ ਬੀਤੇ ਮਹੀਨੇ ਇੱਕ ਖਬਰ ਜਿਹੜੀ ਆ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ ਕਿ ਅਪਾਰਟਮੈਂਟ ਦੇ ਵਿੱਚ ਟੋਰਾਂਟੋ ਵਿੱਚ ਅਪਾਰਟਮੈਂਟ ਵਿੱਚੋਂ ਗਿਰ ਕੇ ਇੱਕ ਲੜਕੀ ਦੀ ਮੌਤ ਹੋ ਗਈ ਸੀ ਤੇ ਉਸ ਨੂੰ ਲੈ ਕੇ ਹੁਣ ਨਵਾਂ ਖੁਲਾਸਾ ਹੋ ਰਿਹਾ ਕਿ ਕੀ ਉਸ ਵੇਲੇ ਅਪਾਰਟਮੈਂਟ ਵਿੱਚ ਪਹਿਲਾਂ ਤਾਂ ਕਿਹਾ ਜਾ ਰਿਹਾ ਸੀ ਕੋਈ ਵੀ ਮੌਜੂਦ ਨਹੀਂ ਸੀ ਹੁਣ ਇਹਨੂੰ ਲੈ ਕੇ ਜਿਹੜੀ ਪੁਲਿਸ ਨਵੀਂ ਇਸ ਵਕਤ ਛਾਣਬੀਣ ਕਰ ਰਹੀ ਹੈ ਤਾਂ ਨਵੇਂ ਖੁਲਾਸੇ ਸਾਹਮਣੇ ਆ ਰਹੇ ਨੇ ਤਰਨ ਇਸ ਖਬਰ ਤੇ ਮੈਨੂੰ ਹੈਰਾਨੀ ਬੜੀ ਹੋਈ ਹੈ ਆਪਾਂ ਤਾਂ ਹੀ ਡਿਸਕਸ ਕਰ ਰਹੇ ਹਾਂ ਕਿਉਂਕਿ ਹੁਣ ਤੱਕ ਇਹ ਗੱਲ ਬਿਲਕੁਲ ਨਹੀਂ ਆਈ ਉਸ ਅਪਾਰਟਮੈਂਟ ਦੇ ਵਿੱਚ ਇੱਕ ਹੋਰ ਬੰਦਾ ਵੀ ਸੀ ਲੇਡੀ ਜਾਂ ਮੈਨ ਕੋਈ ਵੀ ਸੀਗਾ ਇੱਕ ਪਰਸਨ ਉੱਥੇ ਹੋਰ ਸੀਗਾ ਪੁਲਿਸ ਨੇ ਅੱਜ ਇਹ ਗੱਲ ਕਹੀ ਹੈ ਪਹਿਲਾਂ ਕਿਸੇ ਰਿਸ਼ਤੇਦਾਰ ਨੇ ਨਹੀਂ ਇਹ ਗੱਲ ਕਹੀ ਪਹਿਲਾਂ ਕਿਸੇ ਪੁਲਿਸ ਨੇ ਨਹੀਂ ਗੱਲ ਕੀਤੀ ਉਹ 16 ਤੋਂ ਵੱਧ ਬੰਦਿਆਂ ਨੂੰ ਉਹਨਾਂ ਦੀ ਇੰਟਰਵਿਊ ਹੋ ਚੁੱਕੀ ਹੈ ਅੱਜ ਇਹ ਨਵਾਂ ਖੁਲਾਸਾ ਕੀਤਾ ਪੁਲਿਸ ਨੇ ਕਿ ਉੱਥੇ ਇੱਕ ਬੰਦਾ ਹੋਰ ਸੀਗਾ ਇਟ ਮੀਨਸ ਇਹ ਹੋ ਸਕਦਾ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਉੱਥੇ ਪਰਸਨ ਹੋਰ ਸੀਗਾ ਵਿਚ ਇਜ਼ ਅ ਪਰਸਨ ਆਫ ਇੰਟਰਸਟ ਅੱਜ ਪੁਲਿਸ ਨੇ ਉਹਨੂੰ ਵੀ ਅਪੀਲ ਕੀਤੀ ਹੈ ਕਿ ਭਾਈ ਜੇ ਤੁਸੀਂ ਹੈਗੇ ਹੋ ਤਾਂ ਤੁਸੀਂ ਪਲੀਜ਼ ਸਾਨੂੰ ਮਿਲੋ ਆਪਦੇ ਬਾਰੇ ਦੱਸੋ ਕਿ ਹੋ ਸਕਦਾ ਇਸ ਜਿਹੜੇ ਪਰਸਨ ਹੈ ਉਹਦੇ ਕੋਲ ਬਹੁਤ ਜ਼ਿਆਦਾ ਇਨਫੋਰਮੇਸ਼ਨ ਹੋਵੇ ਜਿਹੜੀ ਬਾਲਕੋਨੀ 'ਚ ਲੜਕੀ ਨੇ ਛਾਲ ਮਾਰੀ ਸੀ ਉਹਦੀ ਡੈਥ ਹੋ ਗਈ ਸੀਗੀ ਪਰਿਵਾਰ ਨੇ ਬੜਾ ਰੌਲਾ ਪਾਇਆ ਸੀਗਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਬੰਦਾ ਹੁਣ ਨਵਾਂ ਕਿੱਥੋਂ ਆ ਗਿਆ ਪਤਾ ਨਹੀਂ ਕੀ ਇਹ ਗੱਲ ਹੈਗੀ ਆ ਕੁਛ ਨਾ ਜਿਹੜੀ ਕੁਝ ਜਿਵੇਂ ਖਬਰ ਆਈ ਜੀ ਆਪਾਂ ਅੱਗੇ ਗੱਲ ਜ਼ਰੂਰ ਕਰਾਂਗੇ ਬਿਲਕੁਲ ਜੀ ਤੇ ਸਰ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ ਤੇ ਅੱਜ ਇੰਟਰਸਟਿੰਗ ਫੈਕਟ ਵਿੱਚ ਅੱਜ ਕਿਸ ਚੀਜ਼ ਦੇ ਬਾਰੇ ਵਿੱਚ ਨੌਲੇਜ ਸਾਂਝੀ ਕਰ ਰਹੇ ਹਾਂ ਸਾਡੇ ਨਾਲ ਅੱਜ ਜੀ ਆਪਾਂ ਪਰਸਨੈਲਿਟੀ ਬਾਰੇ ਗੱਲ ਕਰ ਰਹੇ ਹਾਂ 2 ਦਿਨ ਹੋ ਗਏ ਆਪਾਂ ਬਿਲਡਿੰਗ ਦੀ ਗੱਲ ਕਰਦੇ ਹਾਂ ਪਰਸਨੈਲਿਟੀ ਦੀ ਗੱਲ ਕਰ ਦਿੰਦੇ ਹਾਂ ਜੀ ਇਹਨਾਂ ਦਾ ਜੀ ਜਨਮ 15 ਅਕਤੂਬਰ 1931 ਨੂੰ ਹੋਇਆ ਸੀਗਾ ਜੀ ਤਾਮਿਲਨਾਡੂ 'ਚ ਹੋਇਆ ਸੀਗਾ ਜੀ ਉਸ ਵੇਲੇ ਉਹ ਮਦਰਾਸ ਪ੍ਰੈਜ਼ੀਡੈਂਸੀ ਸੀਗਾ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਇੱਕ ਬੋਟ ਓਨ ਕਰਦੇ ਸੀਗੇ ਜਿਹੜੇ ਕਿ ਲੋਕਾਂ ਨੂੰ ਇਹ ਮੁਸਲਿਮ ਪਰਿਵਾਰ ਨਾਲ ਸੰਬੰਧਿਤ ਨੇ ਜੀ ਤੁਹਾਨੂੰ ਹਿੰਟ ਮਿਲਣ ਲੱਗ ਜਾਣੇ ਆ ਤੇ ਬੋਟ ਸੀਗੀ ਜਿਨ੍ਹਾਂ ਕੋਲੇ ਤੇ ਉਹਦੇ ਨਾਲ ਜਿਹੜੇ ਹਿੰਦੂ ਯਾਤਰੀ ਹੁੰਦੇ ਸੀਗੇ ਤੀਰਥ ਯਾਤਰੀ ਉਹਨਾਂ ਨੂੰ ਲੈ ਕੇ ਆਉਂਦੇ ਜਾਂਦੇ ਹੁੰਦੇ ਸੀ ਕਿਸੇ ਵੇਲੇ ਇਹਨਾਂ ਦਾ ਪਰਿਵਾਰ ਬੜਾ ਅਮੀਰ ਹੁੰਦਾ ਸੀਗਾ ਪਰ ਸਮੇਂ ਨੇ ਐਸਾ ਫੇਰ ਖਾਦਾ ਕਿ ਇਹਨਾਂ ਨੂੰ ਗਰੀਬੀ ਆ ਗਈ ਜੀ ਇਹ 4 ਭਰਾ ਤੇ ਇੱਕ ਸਿਸਟਰ ਦੇ ਵਿੱਚੋਂ ਸਭ ਤੋਂ ਛੋਟੇ ਸੀਗੇ ਜੀ ਇਹਨਾਂ ਨੇ ਆਪਦੇ ਪੜ੍ਹਾਈ ਦੇ ਵਿੱਚ ਪੜ੍ਹਨ ਨੂੰ ਕਹਿੰਦੇ ਮਿਹਨਤੀ ਬਹੁਤ ਸੀ ਹੁਸ਼ਿਆਰ ਜਿਹਨੂੰ ਆਪਾਂ ਕਹਿੰਦੇ ਟਾਪ ਵਾਲਾ ਸੀ ਉਹ ਨਹੀਂ ਸੀਗੇ ਜੀ ਕਹਿੰਦੇ ਪਰ ਪੜ੍ਹਨ ਨੂੰ ਬਹੁਤ ਵਧੀਆ ਸੀਗੇ ਸੇਂਟ ਜੋਸਫ ਕਾਲਜ ਵਿੱਚੋਂ ਇਹਨਾਂ ਨੇ ਸਕੂਲੀ ਵਿੱਦਿਆ ਜੀ ਤੇ ਯੂਨੀਵਰਸਿਟੀ ਆਫ ਮੈਡਰਾਸ ਦੇ ਵਿੱਚੋਂ ਇਹਨਾਂ ਨੇ ਯੂਨੀਵਰਸਿਟੀ ਐਜੂਕੇਸ਼ਨ ਕੀਤੀ ਹੈ ਜੀ 1954 ਦੇ ਵਿੱਚ ਫਿਜ਼ਿਕਸ ਦੀ ਇਹਨਾਂ ਨੇ ਗ੍ਰੈਜੂਏਟ ਹੋਇਆ ਜੀ ਉਹ 'ਚੋਂ ਇੱਕ ਵਾਰੀ ਐਸੀ ਗੱਲ ਹੋਈ ਕਿ ਇਹਨਾਂ ਨੂੰ ਕੋਈ ਕੰਮ ਕਰਨਾ ਸੀਗਾ ਇਹਨਾਂ ਦੇ ਡੀਨ ਨੇ ਇਹਨਾਂ ਤੇ ਕਿਹਾ ਵੀ ਤੁਹਾਡਾ ਕੰਮ ਪੂਰਾ ਨਹੀਂ ਹੋ ਰਿਹਾ 3 ਦਿਨਾਂ ਵਿੱਚ ਇਹ ਪ੍ਰੋਜੈਕਟ ਪੂਰਾ ਹੋਣਾ ਚਾਹੀਦਾ ਐਂਡ ਹੀ ਡਿਡ ਜਿਹੜੇ ਡੀਨ ਨੂੰ ਬੜੀ ਹੈਰਾਨੀ ਹੋਈ ਇਸ ਗੱਲ ਦੀ ਕਿ ਤੁਸੀਂ 3 ਦਿਨਾਂ ਵਿੱਚ ਉਹ ਕਰ ਵੀ ਦਿੱਤਾ ਹੈ ਇਹਨਾਂ ਨੇ 에ਅਰ ਫੋਰਸ ਦੇ ਪਾਇਲਟ ਬਣਨਾ ਸੀਗਾ ਜੀ ਉਹਦੇ ਚੋਂ 9 ਬੰਦੇ ਅਪੀਅਰ ਹੋਏ ਜੀ ਇਹ 9ਵੇਂ ਸੀਗੇ 8 ਪਾਇਲਟਸ ਬਣ ਗਏ ਇਹ ਪਾਇਲਟ ਨਹੀਂ ਬਣ ਸਕੇ ਸੀ ਪਰ ਫਿਰ ਇਹਨਾਂ ਨੇ ਮਿਹਨਤ ਕੀਤੀ ਜੀ 에ਅਰੋਸਪੇਸ ਦੇ ਨਾਲ ਇਹਨਾਂ ਦਾ ਸੰਬੰਧ ਹੈ ਜੀ ਤੇ 4 ਸਾਲ ਇਹਨਾਂ ਨੇ ਇਸਰੋ ਦੇ ਨਾਲ ਕੰਮ ਕੀਤਾ ਜੀ 4 ਦਹਾਕੇ ਇਹਨਾਂ ਨੇ ਇਸਰੋ ਦੇ ਨਾਲ ਕੰਮ ਕੀਤਾ ਜੀ आज कुछ करें बिल्कुल जी आ गया प्रणव पोला जी कह रहे हैं डॉक्टर एपीजे अब्दुल कलाम गुरजीत गिल जी भी कह रहे हैं डॉक्टर एपीजे अब्दुल कलाम बिल्कुल जी इन्हां नूं मिसलमैन ऑफ इंडिया कहा जाता जी 11वें प्रेजिडेंट सीगे जी इंडिया दे मैं एक गल जरूर होर करनी चाहांगा इन्हां दी डेथ तो बाद इन्हां दी प्रॉपर्टी मैं जरूर दसनी चाहांगा कि की प्रॉपर्टी सी जिन्हां को बहुतिआं नूं पता हैगा जिन्होंने नहीं पता मैं उन्होंने दसना चाहुंदा जी इन्हां कोले 6 पैंट्स सीगियां जी 4 शर्ट सीगियां 3 सूट सीगे 1 वैसटर्न 2 इंडियन 2500 किताबां सीगे जी 1 फ्लैट सीगा जिहड़ा डोनेट करता इन्हां जी 1 पद्म श्री 1 पद्म भूषण 1 भारत रत्न 16 डॉक्टरेट्स 1 ही वैबसाइट सी 1 ही ट्विटर अकाउंट सी 1 ही ईमेल आईडी सीगी इन्हां कोले ना टीवी सी ना एसी सी ना कार सी ना कोई ज्वेलरी सी किसी कंपनी का शेयर नहीं सीगा कोई जमीन नहीं सी कोई बैंक बैलेंस नहीं सीगी
ਇਹਨਾਂ ਦੀ ਪਿਛਲੇ 8 ਸਾਲਾਂ ਦੀ ਪੈਨਸ਼ਨ ਵੀ ਆਪਦੇ ਪਿੰਡ ਦੇ ਲੋਕਾਂ ਨੂੰ ਡੋਨੇਟ ਕਰ ਦਿੱਤੀ ਸੀ। ਮੋਦੀ ਸਾਹਿਬ ਦਾ ਇੱਕ ਸੂਟ ਹੀ 10 ਲੱਖ ਦਾ, ਬਿਲਕੁਲ ਕਿੱਥੇ ਸਰ, ਰਲ ਜਾਣਗੇ ਜੀ। ਕੋਈ ਕੰਬੀਨੇਸ਼ਨ ਅਜਿਹਾ ਵੀ ਹੁੰਦਾ ਸੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਇਕਨੋਮਿਸਟ ਸੀ, ਦੁਨੀਆ ਦੇ ਸਭ ਤੋਂ ਬੈਸਟ, ਤੇ ਭਾਰਤ ਦੇ ਪ੍ਰੈਜ਼ੀਡੈਂਟ ਜਿਹੜੇ ਸੀ ਉਹ ਇੱਕ ਸਾਇੰਟਿਸਟ ਸੀ, ਮਨਮੋਹਨ ਸਿੰਘ ਤੇ ਜਦੋਂ ਅਬਦੁਲ ਕਲਾਮ ਜੀ ਦੋਵੇਂ ਇਕੱਠੇ ਹੈ, ਇਹਨਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਰਿਹਾ। ਔਰ ਇਹਨਾਂ ਨੂੰ ਜਦੋਂ ਪ੍ਰੈਜ਼ੀਡੈਂਟ ਵਾਸਤੇ ਇਲੈਕਟ ਕੀਤਾ ਗਿਆ ਸੀਗਾ ਜੀ, ਤਾਂ ਦੋਨਾਂ ਪਾਰਟੀਆਂ ਨੇ ਇਹਦੀ ਸਹਿਮਤੀ ਪ੍ਰਗਟਾਈ ਸੀਗੀ ਜੀ। ਬਿਲਕੁਲ ਜੀ, ਤੇ ਬਹੁਤ ਹੀ ਨੇਕ ਸ਼ਖਸੀਅਤ ਰਹੇ ਨੇ। ਉਹਨਾਂ ਦੇ ਇੱਕ ਵਰਡ ਹੁੰਦਾ ਸੀ, ਉਹਨਾਂ ਨੇ ਹਮੇਸ਼ਾ ਕਹਿੰਦੇ ਹੁੰਦੇ ਸੀ, ਡੋਂਟ ਸੇ ਦੈਟ ਵਾਟ ਯੂਰ ਕੰਟਰੀ ਹੈਜ਼ ਡਨ ਫॉर ਯੂ, ਆਲਵੇਜ਼ ਸੇ ਦੈਟ ਵਾਟ ਯੂ ਹੈਵ ਡਨ ਫॉर ਯੂਰ ਕੰਟਰੀ। ਇਹਨਾਂ ਦਾ ਇੱਕ ਇਹ ਕਹਿਣਾ ਹੁੰਦਾ ਸੀ, ਸੇਇੰਗ ਹੁੰਦੀ ਸੀ, ਬਹੁਤ ਵਧੀਆ ਸੀ। ਬੜੀਆਂ ਇਹਨਾਂ ਦੀ ਕੋਰਸ ਨੇ ਜੀ, ਪੜ੍ਹਨ ਵਾਲੀਆਂ ਨੇ, ਇਹ ਜਿਹੀਆਂ ਜੀਵਨੀਆਂ ਪੜ੍ਹਨੀਆਂ ਚਾਹੀਦੀਆਂ ਨੇ ਜੀ। ਕੁਛ ਸੇਧ ਮਿਲਦੀ ਹੈ, ਸਾਨੂੰ ਬਹੁਤ ਕੁਝ ਪਤਾ ਲੱਗਦਾ। ਅਜਿਹੀਆਂ ਲੋਕਾਂ ਨੂੰ ਸਲਾਮ ਹੈ ਜੀ। ਪਰਮਾਤਮਾ ਕਿਤੇ ਕਿਤੇ ਇਹੋ ਜਿਹੇ ਲੋਕ ਹੁੰਦੇ ਨੇ ਜੀ ਜਿਹੜੇ ਜਨਮ ਲੈਂਦੇ ਨੇ। ਆਪਾਂ ਵੀ ਲੱਕੀ ਕਿ ਆਪਾਂ ਉਸ ਸਮੇਂ ਦੇ ਵਿੱਚ ਵਿਚਰ ਰਹੇ ਹਾਂ ਜਿਹੜੇ ਸਮੇਂ 'ਚ ਇਹਨਾਂ ਨੇ ਐਜ਼ ਪ੍ਰੈਜ਼ੀਡੈਂਟ ਆਫ ਇੰਡੀਆ ਰਾਜ ਕੀਤਾ ਜੀ। ਬਿਲਕੁਲ ਜੀ, ਅਜੇ ਨਹੀਂ ਕਾਫੀ ਜੀ। ਬਿਲਕੁਲ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਸਰ ਸਾਥ ਦੇਣ ਲਈ ਪ੍ਰੋਗਰਾਮ ਦੇ ਵਿੱਚ, ਤੇ ਆਪਣੇ ਦਰਸ਼ਕਾਂ ਨੂੰ ਵੀ ਇੱਕ ਵਾਰ ਫਿਰ ਤੋਂ ਦੱਸ ਦਈਏ ਜੀ, ਅੱਜ ਇਸ ਤੋਂ ਬਾਅਦ ਵੀਕਐਂਡ ਹੋ ਜਾਏਗਾ, ਸੋ ਸੈਟਰਡੇ ਨੂੰ ਪ੍ਰੋਗਰਾਮ ਨਹੀਂ ਹੁੰਦਾ, ਮੰਡੇ ਨੂੰ ਹੁਣ ਫਿਰ ਹੋਵੇਗੀ ਮੁਲਾਕਾਤ। ਤਦ ਤੱਕ ਲਈ ਦਿਓ ਇਜਾਜ਼ਤ। ਅੱਜ ਸ਼ਾਮ ਨੂੰ ਦੇਖਣਾ ਨਾ ਭੁੱਲਿਓ ਪ੍ਰੋਗਰਾਮ ਬੱਲਿਓ ਡਰਾਈਵਰੋ। ਫਿਲਹਾਲ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।